ਅੱਜ ਆਪਾਂ ਕਬੀਰ ਸਾਹਿਬ ਦੇ ਸ਼ਬਦ ਜਿਹੜੇ ਹੈਗੇ ਆਪਣੇ ਜਿਹੜੇ ਭਗਤਾਂ ਦੀ ਬਾਣੀ ਜਿਹੜੀ ਹੈਗੀ ਉਹ ਲੈ ਰਹੇ ਹਾਂ। ਅਤੇ ਪਹਿਲਾਂ ਆਪਾਂ ਨੇ ਸ੍ਰੀ ਰਾਗ 'ਚ ਲਈ ਸੀ, ਹੁਣ ਜਿਹੜੇ ਹੈਗੇ ਆ ਇਹ ਗੌੜੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਜਿਹੜੀ ਆਪਾਂ ਨੇ ਸ਼ੁਰੂ ਕੀਤੀ ਹੈ। ਮਹਾਰਾਜ ਮਿਹਰ ਪੂਰੀ ਕਰਾਉਣਗੇ। ਅਤੇ ਇਹਦੇ ਵਿੱਚ ਆਪਾਂ 8ਵਾਂ ਸ਼ਬਦ ਲੈ ਰਹੇ ਹਾਂ, ਅੰਗ 325। ਗੌੜੀ ਕਬੀਰ ਜੀ, ਅੰਧਕਾਰ ਸੁਖ ਕਭੈ ਨਾ ਸੋਈ ਹੈ। ਕਹਿੰਦੇ ਭਾਈ ਰਾਜਾ ਰੰਕ ਦੋ ਮਿਲ ਰੋਈ ਹੈ। ਰਾਜਾ ਵੀ ਤੇ ਰੰਕ ਵੀ ਦੋਨੋਂ ਲੈ ਲਏ, ਵਿਚਾਲਾ ਮੇਲ ਸਾਰਾ ਇਕੱਠਾ ਵਿੱਚ ਆ ਗਿਆ। ਰਾਜੇ ਤੇ ਰੰਕ ਦੇ ਵਿੱਚ ਸਾਰਾ ਕੁਝ ਸਾਰੇ ਆ ਗਏ। ਕਹਿੰਦੇ ਸਾਰੇ ਹੀ ਰੋਣਗੇ ਭਾਈ ਜੇ ਹਨੇਰੇ ਦੇ ਵਿੱਚ ਰਹਿਣਗੇ ਤੇ। ਅੰਧਕਾਰ ਸੁਖੇ ਕਭੈ ਨਾ ਸੋਈ ਹੈ। ਕਦੀ ਵੀ ਸੁੱਖ ਦੀ ਨੀਂਦ ਸੁੱਖ ਦਾ ਸਾਹ ਨਹੀਂ ਲੈਣਗੇ। ਉਹ ਦੁਖੀ ਹੁੰਦੇ ਰਹਿਣਗੇ। ਉਹਨਾਂ ਨੂੰ ਸੰਤੋਸ਼ ਨਹੀਂ ਆਏਗਾ, ਉਹਨਾਂ ਨੂੰ ਜਿਹੜੀ ਤ੍ਰਿਪਤੀ ਨਹੀਂ ਆਏਗੀ, ਅਤ੍ਰਿਪਤ ਰਹਿਣਗੇ। ਇਹਦੇ ਵਿੱਚ ਤ੍ਰਿਸ਼ਨਾ ਦੇ ਵਿੱਚ ਸੜਦੇ ਰਹਿਣਗੇ। ਅੰਧਕਾਰ ਕਿਹੜਾ ਅੰਧਕਾਰ ਹੈਗਾ? ਇਹ ਅੰਧਕਾਰ ਜਿਹੜਾ ਮਾਲਕ ਨੇ ਪਰਪਸਲੀ ਪਾਇਆ ਆ। ਆਹੀ ਖੇਡ ਹੈਗੀ ਆ। ਕਹਿੰਦੇ ਮੈਂ ਹਨੇਰੇ 'ਚ ਤੈਨੂੰ ਸੁੱਟਿਆ, ਤੈਨੂੰ ਪੁਆਂਟਣੀ ਦੇ ਦਿੱਤੀ ਆ, ਤੈਨੂੰ ਕੁਛ ਅਗਲਾ ਪਿਛਲਾ ਯਾਦ ਨਹੀਂ ਹੈ, ਔਰ ਤੂੰ ਰਸਤਾ ਲੱਭਣਾ ਹੈ ਪਿਆਰਿਆ। ਹਾਂ, ਗਾਈਡ ਤੈਨੂੰ ਦੇ ਦੂੰਗਾ, ਜਿੱਥੇ ਜਦ ਗਾਈਡ ਮੰਗੇਗਾ ਉਦੋਂ ਤੈਨੂੰ ਗਾਈਡ ਦੇ ਦੂੰਗਾ ਮੈਂ। ਅੰਧਕਾਰ ਸੁਖ ਕਭੈ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਜੌਪੇ ਰਸਨਾ ਰਾਮ ਨ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ ਰਹਾਓ। ਕਹਿੰਦੇ ਹੇ ਮੇਰੇ ਮਨਾ, ਜੇ ਤੂੰ ਪਰਮੇਸ਼ਰ ਦਾ ਨਾਮ ਨਹੀਂ ਬੋਲਦਾ, ਹੇ ਰਸਨਾ, ਮਨ ਦੀ ਰਸਨਾ ਦੀ ਗੱਲ ਹੋ ਰਹੀ ਹੈ। ਜੇ ਤੂੰ ਪਰਮੇਸ਼ਰ ਦਾ ਨਾਮ ਨਹੀਂ ਬੋਲਦੀ, ਜੇ ਤੂੰ ਧਿਆਨ ਸਿਮਰਨ ਨਹੀਂ ਕਰਦਾ, ਤੇ ਇਸੇ ਤਰੀਕੇ ਦੇ ਨਾਲ ਪੈਦਾ ਹੁੰਦਾ ਤੇ ਬਿਨਸਦਾ ਤੇ ਰੋਂਦਾ ਰਹੇਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਮੇਰੀ ਆਵਾਜ਼ ਠੀਕ ਆ ਰਹੀ ਨਿੱਜਰ ਸਾਹਿਬ? ਹਾਂਜੀ ਵੀਰ ਜੀ। ਇਹ ਗੋਰਖੀ ਸਾਹਿਬ ਤੁਸੀਂ ਨਾ 1 ਮਿੰਟ ਚਲਾਇਓ, ਮੈਂ ਨਾ ਉਹਨਾਂ ਨੂੰ ਜਰਾ ਪਤਾ ਨਹੀਂ ਮਿਲ ਨਹੀਂ ਰਿਹਾ, ਪ੍ਰਭਜੀਤ ਨੂੰ ਉਹ ਬਾਰ-ਬਾਰ ਫੋਨ ਕਰੀ ਜਾ ਰਹੇ, ਤੇ ਤੁਸੀਂ ਕਰਿਓ। ਮੈਂ ਉਹਨਾਂ ਨੂੰ ਪਰਸਨਲ ਮੈਸੇਜ ਭੇਜ ਦਿਓ। ਠੀਕ ਹੈ, ਉਹ ਥੱਲੇ ਹੈਗੇ। ਮੈਂ 2 ਮਿੰਟ ਜਾ ਕੇ ਆਉਣਾ। ਠੀਕ ਹੈ। ਹਾਂਜੀ। ਸਾਧ ਸੰਗਤ ਜੀ, ਦੇਖੋ ਪਹਿਲੀ ਤੁਕ ਦੇ ਵਿੱਚ ਗੁਰੂ ਜੀ ਨੇ ਸਾਨੂੰ ਬੜਾ ਕਲੀਅਰਲੀ ਸਮਝਾਇਆ, ਅੰਧਕਾਰ ਸੁਖ ਕਭੀ ਨਾ ਸੋਈ ਹੈ। ਹਾਂ, ਤੇ ਰਾਜਾ ਰੰਕ ਦੋਏ ਮਿਲ ਰੋਈ। ਹੁਣ ਵੇਖੋ, ਇਹ ਅੰਧਕਾਰ ਤੋਂ ਭਾਵ ਇੱਥੇ ਜੋ ਹੈਗਾ ਨਾ, ਬਾਣੀ ਸਮਝਾ ਰਹੀ ਆ ਸਾਨੂੰ ਕਿ ਬਾਣੀ 'ਚ ਇੱਕ ਤੁਕ ਪਹਿਲਾਂ ਵੀ ਆਉਂਦੀ ਆ, ਕਹਿੰਦੇ ਪਰਮੇਸ਼ਰ ਦੇ ਭੁੱਲਿਆਂ ਤੇ ਵਿਆਪਨ ਸਭੇ ਰੋਗ। ਇਹ ਜਿਹੜੀ ਪ੍ਰਕਿਰਤੀ ਹੈ ਨਾ, ਇਸ ਪ੍ਰਕਿਰਤੀ ਦੇ ਵਿੱਚ ਤੁਕ ਨਹੀਂ ਹੈਗਾ। ਹਾਂ, ਇਹ ਆ ਕਿ ਉਹ ਚੀਜ਼ ਸਾਨੂੰ ਭਰਮਾਉਂਦੀ ਆ, ਉਹ ਚੀਜ਼ ਸਾਨੂੰ ਅਟਰੈਕਟ ਕਰਦੀ ਆ। ਮਿਰਗ ਤ੍ਰਿਸ਼ਨਾ ਕਹਿ ਸਕਦੇ ਹਾਂ ਆਪਾਂ। ਜਿੱਦਾਂ ਇੱਕ ਮਿਰਗ ਆ ਰੇਗਿਸਤਾਨ ਦੇ ਵਿੱਚ, ਜਦੋਂ ਜੰਗਲ 'ਚ ਹੁੰਦਾ ਵਾ ਤੇ ਉਹਨੂੰ ਬਾਹਰੋਂ ਲੱਗਦਾ ਹੈ ਕਿ ਮਤਲਬ ਉੱਤੇ ਚਮਕ ਹੈਗੀ ਆ, ਜਿੱਦਾਂ ਉਹਨੂੰ ਲੱਗਦਾ ਕਿ ਭਰਮ ਪੈਂਦਾ ਵਾ ਕਿ ਪਾਣੀ ਹੈਗਾ। ਉਹ ਪਾਣੀ ਦੇ ਵੱਲ ਅਟਰੈਕਟ ਹੁੰਦਾ ਹੈ, ਉਹ ਬਾਹਰ ਜਾਂਦਾ ਹੈ। ਉਹ ਰੇਤਾ ਜਿਵੇਂ ਜਿਵੇਂ ਉਹ ਚਮਕਦੀ ਰੇਤਾ ਦੇ ਲਾਗੇ ਆਉਂਦਾ ਹੈ, ਤੁਸੀਂ ਵੇਖੋ ਆਮ ਹੀ ਤੁਸੀਂ ਸੜਕਾਂ ਤੇ ਜਦੋਂ ਆਪਾਂ ਜਾਂਦੇ ਹਾਂ ਤੇ ਵੇਖੇ ਨੀ ਉੱਥੇ ਭਾਫ ਜੀ ਗਰਮੀ ਨਾਲ ਪੈਦਾ ਹੁੰਦੀ, ਇੰਝ ਲੱਗਦਾ ਸੜਕ ਦੇ ਉੱਤੇ ਪਾਣੀ ਹੈਗਾ, ਚਮਕ ਹੈਗੀ। ਪਰ ਜਦੋਂ ਆਪਾਂ ਲਾਗੇ ਜਾਂਦੇ ਹਾਂ, ਉਹ ਚਮਕ ਜਿਹੜੀ ਅੱਗੇ ਸ਼ਿਫਟ ਹੋ ਜਾਂਦੀ ਹੈ। ਇਸੇ ਕਰਕੇ ਹੀ ਯੋਗੀਆਂ ਨੇ, ਸੰਤਾਂ ਨੇ, ਮਹਾਂਪੁਰਖਾਂ ਨੇ ਇਹ ਸੰਸਾਰ ਨੂੰ ਮਾਇਆ ਕਿਹਾ ਗਿਆ ਹੈ, ਭਰਮ ਕਿਹਾ ਗਿਆ ਹੈ, ਕਿਉਂਕਿ ਇਹਦੇ ਸੁੱਖ ਦੇ ਵਿੱਚ ਵੀ ਦੁੱਖ ਹੈਗਾ। ਲੱਗਦਾ ਤੇ ਸੁੱਖ ਹੀ ਹੈ, ਸਾਹਮਣੇ ਦਿਖਦਾ ਪਿਆ ਵਾ, ਪਰ ਉਹਦੇ ਅੰਦਰ ਦੁੱਖ ਛੁਪਿਆ ਹੋਇਆ ਹੈ ਗੁਪਤ ਰੂਪ ਦੇ ਵਿੱਚ। ਔਰ ਹਰਿੰਦਰ ਜੀ ਭਾਜੀ ਮਾਈਕ, ਅੱਛਾ ਤੁਹਾਡਾ ਮਾਈਕ ਆ ਗਿਆ। ਹਰਿੰਦਰ ਨਿੱਜਰ ਸਾਹਿਬ ਹੀ ਆ ਗਿਆ ਜੀ? ਆ ਗਿਆ। ਹਾਂਜੀ ਆ ਗਿਆ। ਇਮਤਿਹਾਨ ਬਹੁਤ ਤਗੜੇ ਹੋ ਰਹੇ ਗੋਰਖੀ ਸਾਹਿਬ, ਕੀ ਕਰੀਏ ਪਤਾ ਨਹੀਂ ਲੱਗਦਾ। ਉਹ ਕੋਈ ਨਹੀਂ, ਇੱਥੇ ਮੈਂ ਤੇ ਮੇਰੇ ਵੀ ਇਮਤਿਹਾਨ 2 ਮਿੰਟ 'ਚ ਆਏ ਸੀ, ਮੈਂ 2 ਦਿਨਾਂ 'ਚ ਸਾਰੇ ਸਿੱਧੇ ਕਰਤੇ। 1 ਸੈਕਿੰਡ ਲਾਇਆ, ਔਖਾ ਸੌਖਾ ਤਰੀਕਾ ਮਾਫ਼ ਕਰ ਦਿਓ ਅਗਲੇ ਨੂੰ, ਹੋ ਗਿਆ ਮਸਲਾ। ਉਹ ਕਹਿੰਦੇ ਜੀ ਪਰਪਸਲੀ ਤੁਸੀਂ ਮੈਨੂੰ ਐਡਮਿਟ ਨਹੀਂ ਕਰ ਰਹੇ। ਹੁਣ ਦੱਸੋ ਮੈਂ ਕੀ ਦੱਸਾਂ। ਨਿੱਜਰ ਸਾਹਿਬ ਇੱਕਦਮ ਮੇਰੇ ਮਨ 'ਚ ਵੀ ਖਿਆਲ ਆ ਗਿਆ, ਸੱਚੇ ਹੈਗੇ ਜੋ।
ਅਗਲੇ ਨੇ ਸਪੋਰਟ ਤੇ ਲੈਣੀ, ਨਾਲੇ ਰੰਧਾਵਾ ਫੈਮਿਲੀ ਬਿਲੋਂਗ ਕਰਦੇ ਆਪਣੇ, ਥੋੜਾ ਬਹੁਤਾ ਰੱਖਣਾ ਹੀ ਪੈਂਦਾ। ਪਾਪਾ ਮੈਂ ਝੂਠ ਨਹੀਂ ਬੋਲਦੀ ਬਈ, ਸੰਗਤ ਸਾਰੀ ਸੁਣਦੀ ਪਈ। ਮੇਰੇ ਨਾਲ ਇੱਕ ਬੱਚੀ ਹੈ, ਉਹ ਵੀ ਮੇਰੇ ਨਾਲ ਕੋਸ਼ਿਸ਼ ਕਰ ਰਹੀ ਸੀ। ਉਹ ਨਹੀਂ ਓਦਾਂ ਨਹੀਂ ਮਾਤਾ, ਪਤਾ ਕੀ ਹੁੰਦਾ ਕਿ ਜਦੋਂ ਆਪਾਂ ਲਿੰਕ ਹੁੰਦਾ ਨਾ, ਲਿੰਕ ਇਹ ਨਿੱਜਰ ਸਾਹਿਬ ਦੇ ਵਾਸਤੇ ਚ ਨਹੀਂ ਹੁੰਦਾ। 25 ਬੰਦੇ ਇਕੱਠੇ ਹੁੰਦੇ ਆ, 25 ਜਣਿਆਂ ਦੇ ਵਿੱਚ ਨੰਬਰ ਲੱਗਿਆ। ਬਾਰ-ਬਾਰ ਪੁੱਛ ਰਹੇ ਸੀਗੇ ਕਿ ਕੋਡ ਦਿਓ। ਬੱਚੀ ਵੀ ਮੇਰੇ ਨਾਲ ਸੀਗੀ। ਉਹ ਐਡਮਿਟ ਕਰਨਾ ਪੈਂਦਾ। ਕੋਡ ਤੇ ਮਾਤਾ ਗਰੁੱਪ ਕੋਡ ਦਾ ਨੰਬਰ ਮੰਗਦੇ ਸੀ ਜੀ। ਨਹੀਂ ਨੋਪ ਨਹੀਂ ਮੰਗਦਾ, ਉਹ ਸਰਵਰ ਜਿਹੜਾ ਹੁੰਦਾ ਨਾ ਮਾਤਾ, ਉਹਦੇ ਵਿੱਚ ਕੋਈ ਗੱਲ ਨਹੀਂ ਬੇਟਾ। ਕੋਈ ਨਹੀਂ ਬਾਬਾ ਜੀ ਦੀ ਸਪੋਰਟ ਕਰ ਲਈ, ਥੈਂਕ ਯੂ। ਹਾਂ ਕੋਈ ਗੱਲ ਨਹੀਂ। ਆ ਵੇਖਾ ਇਹ ਜਿਹੜਾ ਕੋਡ ਹੁੰਦਾ ਮਾਤਾ, ਕਿਸੇ ਦੇ ਵਾਸ ਦੀ ਗੱਲ ਨਹੀਂ ਹੈ। ਇਹ ਜਿਹੜਾ ਕੋਡ ਆ, ਇਹ ਕੋਡ ਜਿਹੜਾ ਵਾ ਗੂਗਲ ਦੇ ਸਰਵਰ ਚ ਆਉਂਦਾ। ਬੇਸ਼ੱਕ ਨਿੱਜਰ ਸਾਹਿਬ ਲਾਗੇ ਬੈਠੇ ਆ, ਇਹ ਤੁਹਾਡੀ ਹੈਲਪ ਨਹੀਂ ਕਰ ਸਕਦੇ। ਤੁਹਾਡੀ ਕਾਲ ਜਿਹੜੀ ਪਹਿਲਾਂ ਸਰਵਰ ਚ ਜਾਣੀ ਹੈ, ਜਿੱਥੇ ਵੀ ਅਮਰੀਕਾ ਚ ਹੈਗਾ ਗੂਗਲ, ਉਸ ਤੋਂ ਬਾਅਦ ਹੀ ਨਿੱਜਰ ਸਾਹਿਬ ਐਕਸੈਪਟ ਕਰ ਸਕਦੇ। ਚਲੋ ਹਾਂ, ਹੁਣ ਇਹ ਹੁੰਦਾ ਕਿ ਡਾਟਾ ਬਹੁਤ ਜ਼ਿਆਦਾ ਰਿਕੁਐਸਟ ਆਉਂਦੀਆਂ ਨੇ, ਉਹਦੇ ਕਰਕੇ ਕਈ ਵਾਰੀ ਜਿਹੜੀਆਂ ਰਿਕੁਐਸਟ ਆ ਹੋਲਡ ਚ ਆ ਜਾਂਦੀ। ਅੱਛਾ, ਇਹਦੇ ਵਿੱਚ ਸਾਧ ਸੰਗਤ ਜੀ ਆਪਾਂ ਨੂੰ ਬਾਣੀ ਤੇ ਆਪਾਂ ਆ ਜਾਂਦੇ ਹਾਂ। ਅੰਧਕਾਰ ਦਾ ਮਤਲਬ ਆ ਜਿਹੜਾ ਬੰਦਾ ਆਪਣੇ ਜੀਵਨ ਦਾ ਮਨੋਰਥ ਭੁੱਲ ਜਾਂਦਾ ਹੈ ਤੇ ਨਕਲੀ ਨੂੰ ਅਸਲੀ ਸਮਝ ਲੈਂਦਾ। ਨਕਲੀ ਨੂੰ ਮਤਲਬ ਇਸ ਸੰਸਾਰ ਨੂੰ। ਇਸ ਸੰਸਾਰ ਦੇ ਵਿੱਚ ਸੁੱਖ ਨਹੀਂ ਜੇ ਹੈਗਾ। ਜੇਕਰ ਕੋਈ ਬੰਦਾ ਤੁਹਾਨੂੰ ਕਹਿਣ ਦਿਆ ਸੁੱਖ ਹੈਗਾ ਹੈ, ਤਾਂ ਉਸ ਬੰਦੇ ਨੂੰ ਕਹੋ ਕਿ ਮੈਨੂੰ ਇੱਕ ਵਾਰੀ ਜ਼ਰੂਰ ਫੋਨ ਕਰੇ, ਔਰ 2-4 ਮਹੀਨੇ ਸਾਲ ਬਾਅਦ ਫਿਰ ਉਹਨੂੰ ਫੋਨ ਕਰਕੇ ਪੁੱਛ ਲਿਓ ਕਿ ਉਹ ਜਿਹੜੀ ਤੈਨੂੰ ਸੁੱਖ ਦੇ ਰਹੀ ਹੈ, ਤੈਨੂੰ ਹਜੇ ਵੀ ਤਾਂ ਸੁੱਖ ਮਿਲ ਰਿਹਾ? ਨਹੀਂ ਸੁੱਖ ਮਿਲੂਗਾ। ਇੱਕ ਟਾਈਮ ਆਉਣਾ ਹੈ ਜਿਹੜੇ ਸੁੱਖ ਨੇ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ, ਫਿਰ ਸਾਨੂੰ ਉੱਥੋਂ ਦੁੱਖ ਮਿਲਣਾ। ਇਹ ਚੀਜ਼ ਫੈਕਟ ਹੈਗੀ ਹੈ। ਤੁਸੀਂ ਹੁਣ ਤੁਹਾਡੀ ਮੈਂ ਕਿਸੇ ਦੀ ਉਮਰ ਦੇ ਨੂੰ ਤੇ ਮੈਂ ਜਾਣਦਾ ਨਹੀਂ, ਤੁਸੀਂ ਦੇਖੋ ਆਪਣੇ ਜੀਵਨ 'ਚ ਜਿਹੜੀ ਚੀਜ਼ ਤੁਹਾਨੂੰ ਅਟਰੈਕਟ ਕਰਦੀ ਆ, ਤੁਹਾਨੂੰ ਭਰਮ ਪਾਉਂਦੀ ਆ, ਚਾਹੇ ਉਹ ਕੋਈ ਵੀ ਚੀਜ਼ ਹੈ, ਕਿਸੇ ਵੀ ਰੂਪ 'ਚ ਆ, ਇੱਕ ਸਾਈਡ ਜਿਹੜੀ ਬੜੀ ਸੋਹਣੀ ਹੁੰਦੀ ਆ, ਪਰ ਹੌਲੀ ਹੌਲੀ ਜਦੋਂ ਉਹਦੀ ਦੂਜੀ ਸਾਈਡ ਪ੍ਰਗਟ ਹੁੰਦੀ ਹੈ ਨਾ, ਤੇ ਫਿਰ ਉਹੀ ਚੀਜ਼ ਜਿਹੜੀ ਆ ਸਾਨੂੰ ਫਿਰ ਦੁੱਖ ਦੇਣ ਡਿਆ ਪਈ। ਇਹ ਜਿਹੜਾ ਪ੍ਰਕਿਰਤੀ ਹੈ, ਇਹਨਾਂ ਨੇ ਹੁਣ ਬਾਣੀ ਦੇ ਵਿੱਚ ਆਪਾਂ ਨੂੰ ਇਹ ਸਮਝਾਇਆ ਹੈ ਕਿ ਅੰਧਕਾਰ ਤੋਂ ਭਾਵ ਇੱਥੇ ਹੈਗਾ ਹੈ ਕਿ ਜਿਹੜਾ ਬੰਦਾ ਆਪਣੇ ਜੀਵਨ ਦਾ ਮਕਸਦ ਭੁੱਲ ਜਾਂਦਾ ਹੈ। ਜਿੱਦਾਂ ਮੈਨੂੰ ਤੁਸੀਂ ਕੋਈ ਕੰਮ ਕਰਨ ਭੇਜ ਦਿਓ, ਮੈਂ ਉਹ ਜਿਹੜਾ ਮੇਨ ਕੰਮ ਸੀ ਉਹ ਨਹੀਂ ਕਰ ਰਿਹਾ, ਮੈਂ ਕੁਛ ਹੋਰ ਕਰ ਰਿਹਾ। ਉਹਦੇ ਲਈ ਮੇਰਾ ਧਿਆਨ ਹੀ ਨਹੀਂ ਆ। ਉਹਦੇ ਚ ਫਿਰ 2 ਬੰਦੇ ਫਸ ਜਾਂਦੇ ਨੇ। ਇੱਕ ਤੇ ਉਹਨਾਂ ਸਭ ਤੋਂ ਟੌਪ ਦਾ ਬੰਦਾ ਫੜਿਆ, ਇੱਕ ਰਾਜਾ ਫੜਿਆ ਵਾ, ਇੱਕ ਸਭ ਤੋਂ ਪਹਿਲੇ ਰੰਕ ਫੜਿਆ ਥੱਲੇ। ਉਹ ਕਹਿੰਦੇ ਕਿ ਦੋਨੋਂ ਹੀ, ਇਹ ਨਹੀਂ ਕਿ ਰੰਕ ਜੇ ਨਹੀਂ ਭੱਜ ਰਿਹਾ ਤੇ ਬੜਾ ਸੁਖੀ ਆ, ਉਹ ਵੀ ਉੱਥੇ ਫਸਿਆ ਵਾ, ਕੋਈ ਰੋ ਰਿਹਾ। ਕਿਉਂਕਿ ਬਾਣੀ ਚ ਇੱਕ ਕਿਹਾ ਹੈ, ਜੋ ਦੀਸੇ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹਾਂ, ਔਰ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹੁਣ ਕਹਿੰਦੇ ਸਤਿਗੁਰ ਜੋਗੀ ਉਹ ਰੋਗ ਤੋਂ ਰਹਿਤ ਕਿੱਦਾਂ? ਇਹ ਵੀ ਤੁਸੀਂ ਪੁੱਛੋ। ਕਿਉਂਕਿ ਉਹ ਹੈਗਾ ਹੈ, ਉਹ 5 ਤੱਤਾਂ ਦੇ ਵਿੱਚ ਨਹੀਂ ਆਉਂਦੀ। ਉਹ ਤੱਤ ਸਾਡੀ ਲਿਮਟ ਆ। ਆਪ ਜੀ ਦੱਸ ਦੇਖੋ, ਆਪਣੇ ਕੰਨਾਂ ਦੀ ਕਿੰਨੀ ਕੁ ਲਿਮਟ ਹੈ? 10 ਫੁੱਟ, 20 ਫੁੱਟ, 30 ਫੁੱਟ, 40 ਫੁੱਟ। ਅੱਖਾਂ ਦੀ ਕਿੰਨੀ ਕੁ ਲਿਮਟ? ਕਿੰਨਾ ਕੁ ਦੂਰ ਦੇਖ ਲੋਗੇ? ਉਹ ਤਾਰੇ ਤੂਰੇ ਦਿਖਦੇ ਤੇ ਹੈਗੇ ਸਾਨੂੰ, ਪਰ ਇੰਨਾ ਥੋੜੀ ਪਤਾ ਲੱਗਦਾ ਤਾਰਿਆਂ ਤੇ ਕੀ ਹੈਗਾ। ਚੰਦਰਮਾ ਦਿਖਦਾ ਤਾਂ ਹੈਗਾ ਵਾ, ਹਾਂ ਚੰਦਰਮਾ ਹੈਗਾ, ਕੀ ਉਹ ਤੇ ਗੇਂਦ ਜੀ ਨਜ਼ਰ ਆਉਂਦੀ ਆ ਕਿ ਸਾਡੇ ਵੇਖਣਾ ਦਿਖਦਾ ਪੂਰਾ? ਉਹ ਤੇ ਪ੍ਰੋਪਰਲੀ ਦੇਖਣਾ ਤੇ ਉੱਥੇ ਜਾਣਾ ਪਊਗਾ ਸਾਨੂੰ। ਇਸੇ ਹੀ ਤਰ੍ਹਾਂ ਕੋਈ ਵੀ ਚੀਜ਼ ਜਿਹੜੀ ਦਿਖਦੀ, ਹੁਣ ਤੁਸੀਂ ਮੇਰੀਆਂ ਅੱਖਾਂ ਨਾਲ, ਜਦ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੀਆਂ, ਇੱਕ ਬੰਦਾ ਸਰੀਰ ਦਿਖਦਾ ਹੈ, ਪਰ ਤੁਹਾਨੂੰ ਪਤਾ ਉਹਦੇ ਅੰਦਰ ਕਿੱਦਾਂ ਖੂਨ ਚੱਲਣ ਦਿਆ ਵਾ, ਕਿੱਦਾਂ ਇਲੈਕਟ੍ਰੀਕਲੀ ਉਹ ਸਾਰਾ ਸਿਸਟਮ ਚੱਲਣ ਦਿਆ, ਕਿੱਦਾਂ ਹੱਡੀਆਂ ਫੰਕਸ਼ਨ ਕਰਨ ਦੀਆਂ, ਕਿੱਦਾਂ ਦਿਲ ਕਿੱਡੀਆਂ, ਉਹ ਨਹੀਂ ਸਾਨੂੰ ਪਤਾ। ਇਹ ਇਸੇ ਲਈ ਤੇ ਪ੍ਰਮਾਤਮਾ ਕਿਹਾ ਗਿਆ ਹੈ ਸਾਡੀ ਲਿਮਟ ਆ। ਸਾਡੀ ਇੱਕ ਲਿਮਟ ਹੈ, ਉਹ ਲਿਮਟਲੈਸ ਹੈ। ਫਰਕ ਇੰਨਾ। ਪਰ ਜਿੰਨਾ ਚਿਰ ਤਾਂ ਅਸੀਂ ਲਿਮਟ ਦੇ ਵਿੱਚ ਰਹਿੰਦੇ ਹਾਂ, ਇੱਕ ਸਧਾਰਨ ਜੀਵਨ ਬਤੀਤ ਕਰਾਂਗੇ, ਬਹੁਤ ਹੀ ਸਧਾਰਨ। ਆਪ ਜਸਟ ਸੋਚੋ, ਅਗਰ ਆਪ ਪਰਮਾਤਮਾ ਨੂੰ ਜਾਣੇ ਬਿਨਾਂ ਸੰਸਾਰ ਤੋਂ ਜਾਂਦੇ ਜੋ ਨਾ, ਤੇ ਤੁਹਾਨੂੰ ਜ਼ਿੰਦਗੀ ਦੀ ਦੁੱਕੀ ਵੀ ਨਹੀਂ ਪਤਾ ਲੱਗੀ। ਤੁਸੀਂ ਜ਼ਿੰਦਗੀ ਇੱਕ ਐਸੇ ਘਟੀਆ ਮਾਹੌਲ ਦੇ ਵਿੱਚ ਕੱਢ ਦਿੱਤੀ, ਇੱਕਦਮ ਥਰਡ ਕਲਾਸ ਹਨੇਰੇ ਚ। ਥਰਡ ਕਲਾਸ ਹਨੇਰਾ, ਮਤਲਬ ਕਹਿਣ ਤੋਂ ਭਾਵ ਕਿ 5 ਸਟਾਰ ਹੋਟਲ ਦਿੱਤਾ ਸੀ ਤੁਹਾਨੂੰ, ਬੜਾ ਜ਼ਬਰਦਸਤ, ਜਿੱਥੇ ਸਵਿਮਿੰਗ ਪੂਲ ਸੀ, A to Z ਫੈਸਿਲਿਟੀਆਂ ਸਨ, ਪਰ ਤੁਸੀਂ ਉਹ ਛੱਡ ਕੇ ਇੱਕ ਘਟੀਆ ਜਿਹਾ ਸਟੋਰ ਰੂਮ, ਜਿੱਥੇ ਕੋਈ ਬੱਤੀ ਛੱਤੀ ਨਹੀਂ ਹੈਗੀ, ਨਾ ਉੱਥੇ ਆਕਸੀਜਨ, ਨਾ ਉੱਥੇ ਖਾਣ ਪੀਣ ਦਾ, ਨਾ ਉੱਥੇ ਸੌਣ ਦਾ ਤਰੀਕਾ। ਆਪ ਜਸਟ ਸੋਚੋ ਕਿ ਇਹ ਇੰਨਾ ਘਟੀਆ ਜੀਵਨ ਬਤੀਤ ਕਰ ਲਿਆ। ਆਪ ਜਸਟ ਸੋਚੋ
ਕਿ ਉਸੇ ਲਈ ਤੇ ਕਿਹਾ ਗਿਆ ਕਿ ਪਰਮੇਸ਼ਰ ਦੇ ਭੁੱਲਿਆ ਤੇ ਵਿਆਪਨ ਸਭੇ ਰੋਗ। ਉਸ ਰੋਗੀ ਜੀਵਨ, ਇੱਕਦਮ ਘਟੀਆ ਜੀਵਨ, ਮਾਨਸਿਕ ਪਰੇਸ਼ਾਨੀਆਂ, ਦੁੱਖਾਂ, ਚਿੰਤਾਵਾਂ, ਤੁਸੀਂ ਰਾਤ ਨੂੰ ਸੌਂਦੇ ਨਹੀਂ ਤੇ ਸਵੇਰੇ ਉੱਠਦਿਆਂ ਸਾਰੀ ਚਿੰਤਾ ਫਿਰ ਤੁਹਾਡੇ ਚਿੱਤ ਨੂੰ ਘੇਰ ਲੈਂਦੀਆਂ। ਇਹ ਥੋੜੀ ਆ ਕਿ ਉਹ ਚਿੰਤਾ ਤੋਂ ਰਾਜਾ ਬਚਿਆ। ਰਾਜਾ ਵੀ ਪਰੇਸ਼ਾਨ ਹੈ। ਹੁਣ ਜਿਹੜਾ ਸਾਊਦੀ ਦਾ ਰਾਜਾ ਹੈ, ਸਭ ਤੋਂ ਮੰਨ ਲਓ ਕਿੱਡਾ ਬੰਦਾ ਅਮੀਰ ਹੈ, ਕਿੰਨਾ ਪੈਸਾ, ਉਹ ਵੀ ਸਲਮਾਨ ਜਿਹੜਾ ਰਾਜਾ ਵਾ ਉਹ ਵੀ ਪਰੇਸ਼ਾਨ ਆ। ਉਹਨੂੰ ਡਰ ਦੁਸ਼ਮਣਾਂ ਦਾ ਕਿ ਮੈਨੂੰ ਮਾਰ ਨਾ ਦੇਣ, ਮੇਰੇ ਤੇ ਕੋਈ ਅਟੈਕ ਨਾ ਕਰ ਦੇ, ਘਰੇ ਬਗਾਵਤ ਨਾ ਹੋ ਜਾਏ। ਉਹ ਸਹਿਮ ਦੇ ਵਿੱਚ ਜੀਵਨ ਬਤੀਤ ਕਰਦੇ। ਇੱਥੋਂ ਤੱਕ ਅਮਰੀਕਾ ਦਾ ਜਿਹੜਾ ਹੁਣ ਬਣਿਆ ਹੈ ਉਹ ਵੀ ਵੇਖ ਲਓ, ਉਹ ਵੀ ਪਰੇਸ਼ਾਨ ਸੀ। ਟਰੰਪ ਵੇਖੋ ਕਿੱਦਾਂ ਪਰੇਸ਼ਾਨ ਸੀ। ਆ ਬਾਕੀ ਜਿੱਥੇ ਮਰਜ਼ੀ ਆ, ਦੂਜੇ ਬਿਜ਼ਨਸਮੈਨ ਵੀ ਪਰੇਸ਼ਾਨੀ ਹੈ। ਉਹਨਾਂ ਨੇ ਇਹੋ ਡਰਿਆ ਕਿ ਸਾਡੇ ਤੋਂ ਕੋਈ ਅੱਗੇ ਨਾ ਲੰਘ ਜਾਏ, ਸਾਡੇ ਤੋਂ ਕੋਈ ਅੱਗੇ ਨਾ ਲੰਘ ਜਾਏ। ਚਿੰਤਾ ਦੇ ਵਿੱਚ ਬੈਠੇ ਨੇ ਸਾਰੇ ਜਾਣੇ। ਪਰ ਇੱਕ ਗੱਲ ਹੈਗੀ ਆ, ਜਦੋਂ ਤੁਸੀਂ ਪਰਮਾਤਮਾ ਦੀ ਭਗਤੀ ਕੀਤੀ, ਤੁਸੀਂ ਸਭ ਤੋਂ ਪਹਿਲਾਂ ਚਿੰਤਾ ਤੋਂ ਮੁਕਤ ਹੋਵੋ। ਪਰਮਾਤਮਾ ਤੋਂ ਕਹਿਣ ਤੋਂ ਭਾਵ ਪਰਮਾਤਮਾ ਇੱਕ ਟ੍ਰੇਨ ਆ। ਅਸੀਂ ਆਪਣੇ ਸਿਰ ਤੇ ਵੰਡ ਚੁੱਕ ਲਈ ਆ ਆਪਣਾ ਵਜਨ। ਜਿੱਦਾਂ ਹੁਣ ਅਸੀਂ ਬੈਠੇ ਟ੍ਰੇਨ 'ਚ, ਮੈਂ ਸਿਰ ਤੇ ਵੰਡ ਚੁੱਕ ਲਾ ਤੇ ਕਿੰਨੀ ਕੁ ਚੰਗੀ ਮੇਰੇ ਲਈ ਗੱਲ ਹੈ। ਮੈਂ ਇੱਕ ਟ੍ਰੇਨ 'ਚ ਬੈਠਾ ਵਾਂ, ਉਸ ਤੋਂ ਬਾਅਦ ਮੈਂ ਪੰਡ ਚੁੱਕ ਕੇ ਮੈਂ ਆਪਣੇ ਸਿਰ ਤੇ ਚੁੱਕੀ ਹੋਈ ਹੈ। ਇਹ ਕਿੰਨੀ ਕੁ ਸਿਆਣਪ ਆ। ਇਹੋ ਹਿਸਾਬ ਆ, ਬ੍ਰਹਮ ਰੂਪੀ ਟ੍ਰੇਨ ਦੇ ਵਿੱਚ ਅਸੀਂ ਬੈਠੇ ਆ ਤੇ ਅਸੀਂ ਪੰਡ ਆਪਣੇ ਸਿਰ ਤੇ ਚੁੱਕੀ ਆ। ਜਦੋਂ ਅਸੀਂ ਭਗਤੀ ਕਰਦੇ ਹਾਂ, ਸਭ ਤੋਂ ਪਹਿਲਾਂ ਬ੍ਰਹਮ ਕੀ ਕਹਿੰਦਾ ਕਿ ਜਿਹੜੀ ਚਰਨ ਜੀ ਸਿਰ ਤੇ ਪੰਡ ਚੁੱਕੀ ਥੱਲੇ ਲਾ ਕੇ ਰੱਖ, ਤੇਰੀ ਟੈਨਸ਼ਨ ਨਹੀਂ ਹੈ, ਇਹ ਟੈਨਸ਼ਨ ਮੇਰੀ ਆ। ਕਿਉਂਕਿ ਜਿਹੜੇ ਤੇਰੇ ਨਾਲ ਚਿੰਬੜੇ ਫਿਰਦੇ ਆ, ਤੈਨੂੰ ਉਹਨਾਂ ਦੇ ਬਾਰੇ ਪਤਾ ਨਹੀਂ, ਪਰ ਮੈਨੂੰ ਪਤਾ ਕਿਉਂ ਚਿੰਬੜੇ ਆ ਤੈਨੂੰ, ਪਰ ਕੀ ਹੈ ਤੇਰਾ ਲੈਣਾ ਦੇਣਾ। ਕਈ ਤੇ ਤੂੰ ਹਿਸਾਬ ਕਿਤਾਬ ਲੈਣ ਆਏ ਨੇ, ਕਈਆਂ ਦਾ ਤੂੰ ਮਾਰਿਆ ਹੈ, ਹੁਣ ਠੱਗੀ ਤੂੰ, ਉਹਨਾਂ ਨੇ ਤੇਰੇ ਨਾਲ ਮਾਰਨੀ ਆ। ਇਹ ਨਿੱਜੇ ਸਭ ਸਾਰਾ ਸਿਲਸਿਲਾ ਹੁੰਦਾ ਹੈ। ਆਪਾਂ ਨੂੰ ਸਾਰੇ ਬੰਦੇ ਠੱਗੀਆਂ ਮਾਰ ਲੈਂਦੇ ਨੇ, ਉਹ ਖਾਸ ਪਾਰਟੀਕਲ ਬੰਦੇ ਹੁੰਦੇ ਨੇ, ਉਹਨਾਂ ਨੇ ਆਪਣਾ ਹਿੱਸਾ ਤੁਹਾਡੇ ਕੋਲ ਲੈ ਜਾਣਾ ਵਾ। ਬਿਲਕੁਲ। ਜੇ ਤੁਹਾਨੂੰ ਯਕੀਨ ਨਾ ਆਵੇ ਨਾ, ਉਹ ਕਹਾਣੀ ਸੁਣਾਈ ਸੀ ਮੈਂ ਤੁਹਾਨੂੰ ਇੱਕ ਸੰਤ ਦੀ। ਇੱਕ ਸੰਤ ਕੋਲ ਇੱਕ ਸੇਠ ਜਾਂਦਾ ਸੀ ਤੇ ਸੇਠ ਕਿੱਦਾਂ ਕਰਦਾ ਸੀ, ਕਹਿੰਦਾ ਕਿ ਬਈ ਕੀ ਹਿਸਾਬ ਕਿਤਾਬ ਆ, ਤੇ ਕਹਿੰਦੇ ਉਹ ਸੰਤ ਬਹੁਤ ਵਧੀਆ ਆਏ ਨੇ, ਜਾਓ ਉਹਨਾਂ ਕੋਲ ਜਾ ਕੇ ਦਰਸ਼ਨ ਕਰਕੇ। ਉਹ ਸੰਤਾਂ ਕੋਲ ਗਿਆ ਤੇ ਸੰਤਾਂ ਨੂੰ ਕਹਿੰਦਾ, ਸੰਤ ਜੀ ਮੈਂ ਕੰਮ ਤੇ ਬਹੁਤ ਕਰਦਾ ਪਰ ਬਰਕਤ ਨਹੀਂ ਹੈ। ਕਹਿੰਦਾ ਤੂੰ ਏਦਾਂ ਕਰ, ਸਹੀ ਜੋਖਿਆ ਕਰ। ਚਲੋ ਠੀਕ ਹੈ ਜੀ। ਉਹ ਘਰੇ ਆਇਆ, ਉਹਨੇ ਸਹੀ ਜੋਖਣਾ ਸ਼ੁਰੂ ਕਰਤਾ, ਤਰੱਕੀ ਬਹੁਤ ਹੋ ਗਈ। ਕੁਝ ਸਮਾਂ ਆਇਆ ਤੇ ਉਹਦੇ ਘਰ ਸੋਨੇ ਦੇ ਵੱਟੇ ਆ ਗਏ। ਦੇਖੋ ਆਪ ਸੰਗਤ ਜੀ ਸੁਣੋ, ਸੋਨੇ ਦੇ ਵੱਟੇ ਆ ਗਏ, ਤਰੱਕੀ ਬਹੁਤ ਹੋ ਗਈ। ਚਲੋ ਉਹੀ ਵੱਟੇ ਲੈ ਕੇ ਉਹ ਸੰਤ ਕੋਲ ਗਿਆ, ਕਹਿੰਦਾ ਮਹਾਰਾਜ ਵੇਖੋ ਆਪ ਤੁਸੀਂ ਜੋ ਦੀ ਭਗਤੀ ਕਰਨੀ ਦੱਸੀ ਆ, ਤੇ ਸੋਨੇ ਦੇ ਵੱਟੇ ਆ ਕੇ ਰੱਬ ਨੇ ਤੇ ਮੈਨੂੰ ਸੋਨੇ ਦੇ ਵੱਟੇ ਦੇ, ਇੰਨਾ ਕਮਾਈ ਹੋ ਗਈ। ਲੋਕੀ ਬੜਾ ਮਸ਼ਹੂਰ ਹੋ ਗਿਆ ਕਿ ਜਦੋਂ ਵੀ ਆਪਾਂ ਇਮਾਨਦਾਰੀ ਨਾਲ ਕੰਮ ਕਰਦੇ, ਦੁਨੀਆ ਨੂੰ ਪਤਾ ਵਾ ਇੱਕ ਠੱਗ ਨਹੀਂ ਹੈਗਾ। ਠੱਗੀ ਦੋ ਚਾਰ ਤੁਸੀਂ ਕਿੰਨੇ ਵਾਰੀ ਮਾਰੋਗੇ ਠੱਗ? ਮੇਰਾ ਤੇ 2 4 ਵਾਰੀ 5 ਵਾਰੀ 10 ਵਾਰੀ ਠੱਗੀ ਮਾਰ ਲੋਗੇ। 12ਵੀਂ ਵਾਰੀ ਮੈਂ ਕਹਿ ਹੀ ਦੇਣਾ ਕਿ ਇਹ ਠੱਗ ਹੈਗੇ ਆ, ਇਹਨਾਂ ਕੋਲ ਨਹੀਂ ਜਾਣਾ। ਜਦੋਂ ਤੁਸੀਂ ਇਮਾਨਦਾਰੀ ਨਾਲ ਡੀਲ ਕਰੋਗੇ, ਮੈਂ ਬਾਰ-ਬਾਰ ਹੀ ਜਾਣਾ ਤੁਹਾਡੇ ਕੋਲ। ਹੁਣ ਜਾਂ ਤੇ ਮੁਰਗੀ ਮਾਰ ਲਓ ਤੇ ਜਾਂ ਅੰਡੇ ਖਾ ਲਓ, ਕੰਮ ਇੱਕ ਹੀ ਹੋ ਸਕਦਾ। ਉਹ ਸੇਠ ਕੀ ਕਰਦਾ ਸੀ, ਉਹ ਅੰਡੇ ਖਾਂਦਾ ਸੀ, ਮੁਰਗੀ ਨਹੀਂ ਮਾਰਦਾ ਸੀ। ਪਰ ਏਦਾਂ ਗੱਲ ਕਿ ਚਲੋ ਗੱਲ ਕਿ ਉਹ ਸੰਤ ਕੋਲ ਗਿਆ, ਸੰਤ ਨੇ ਵੱਟੇ ਕਿਹਾ ਕਿ ਆਹ ਵੇਖੋ ਸੋਨੇ ਦੇ ਵੱਟੇ ਮਿਲ ਗਏ, ਕਿੰਨੀ ਕਿਰਪਾ ਕਿ ਮੈਂ ਇੰਨਾ ਅਮੀਰ ਹੋ ਗਿਆ। ਕੋਈ ਤਾਂ ਕਹਿੰਦਾ ਕਈ ਜਾਂਦੇ ਜਾਂਦੇ ਤਾਂ ਕਿ ਰਾਹ ਨਹਿਰ ਆਉਂਦੀ, ਨਹਿਰ 'ਚ ਸੁੱਟ ਦਿੱਤੀ ਇਹ ਸੋਨੇ ਦੇ ਵੱਟੇ। ਕਹਿੰਦਾ ਅੱਛਾ ਠੀਕ ਹੈ ਜੀ। ਮਨ 'ਚ ਦੁੱਖ ਤੇ ਆਇਆ ਕਿ ਇੰਨੀ ਮਿਹਨਤ ਨਾਲ ਚੀਜ਼ ਬਣਾਈ ਆ, ਤੇ ਸੰਤ ਕਹਿੰਦਾ ਵੱਟੇ ਰਾਹ 'ਚ ਨਹਿਰ 'ਚ ਸੁੱਟ ਦਿੱਤੀ। ਉਹਨੇ ਥੈਲੀ ਚੁੱਕੀ, ਪਾਣੀ 'ਚ ਸੁੱਟ ਦਿੱਤੀ। ਚਲੋ ਲੰਘ ਗਿਆ, ਸਮਾਂ ਬੀਤ ਗਿਆ, ਸਮਾਂ ਲੰਘਦਾ ਗਿਆ ਆਪਣੀ ਰਫ਼ਤਾਰ ਦੇ ਨਾਲ। ਇੱਕ ਮੱਝਾਂ ਨਹਾਉਣ ਵਾਲਾ ਬੰਦਾ ਜਾਂ ਡਾਂਗਰੀ ਕਹਿ ਲਓ ਜਾਂ ਕੁਝ ਵੀ ਕਹਿ ਲਓ, ਉਹਦੀ ਲੰਘਿਆ, ਉੱਥੇ ਮੱਝਾਂ ਨਹਾਉਂਦਾ ਸੀ। ਉਹ ਜਦੋਂ ਮੱਝਾਂ ਨੂੰ ਕੱਢਣ ਵਾਸਤੇ ਅੰਦਰ ਵੜਿਆ ਤੇ ਉਹਦੇ ਪੈਰ ਨੂੰ ਇੰਝ ਲੱਗਾ ਪੋਟਲੀ ਲੱਗੀ ਕੋਈ ਚੀਜ਼। ਚਲੋ ਵੇਖਿਆ ਤੇ ਉਹਨੇ ਕੱਢਿਆ ਤੇ ਵੇਖਿਆ ਤੇ ਸੋਨੇ ਦੇ ਪੱਥਰ, ਉਹ ਮਤਲਬ ਵੱਟੇ ਨੇ। ਉਹਨੂੰ ਪਤਾ ਸੀ ਇਹ ਸੇਠ ਦੇ ਆ, ਔਰ ਸੇਠ ਬਹੁਤ ਇਮਾਨਦਾਰ ਹੈ, ਇਹ ਉਹਦੇ ਪੱਥਰ ਆ, ਇਹਨੂੰ ਦੇ ਕੇ ਆਉਣੇ ਚਾਹੀਦੇ ਮੈਨੂੰ। ਉਹ ਦੇ ਕੇ ਆਇਆ। ਫਿਰ ਉਹੀ ਸੇਠ ਉਹਦੇ ਕੋਲ ਆਇਆ ਔਰ ਉਸਨੇ ਕੀ ਕੀਤਾ, ਉਹਨੇ ਕਿਹਾ ਕਿ ਆ ਵੇਖੋ ਮਹਾਰਾਜ ਹੁਣ ਜਿਹੜਾ ਪੈਸੇ ਪੱਥਰ ਮੇਰੇ ਕੋਲ ਵਾਪਸ ਆ ਕੇ, ਸੋਨੇ ਦੇ ਪੱਥਰ ਜਿਹੜੇ ਵੱਟੇ ਆ। ਕਹਿੰਦਾ ਬਸ ਠੀਕ ਹੈ, ਤੇਰੀ ਕੀ ਸੀ, ਤੇਰੀ ਤੇਰੇ ਕੋ ਆਉਣੀ ਆ, ਤੇਰੀ ਨਹੀਂ ਆ, ਉਹ ਤੇਰੇ ਕੋ ਨਹੀਂ ਆਉਣੀ। ਬਿਲਕੁਲ। ਇਹ ਨਿੱਜਰ ਸਾਹਿਬ, ਇਹ ਪਰਤਾਈਆਂ ਹੋਈਆਂ ਗੱਲਾਂ ਨੇ। ਮੈਂ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਣਾ ਹੈ ਸਾਧ ਸੰਗਤ ਜੀ, ਇਮਾਨਦਾਰੀ ਦੀ ਗੱਲ। ਅਲੀ ਕੇਰਲਾ ਦਾ ਇੱਕ ਨਾ ਸਾਡਾ ਐਡਮਿਨ ਆ, ਇਹ ਮੇਰੇ ਸਾਹਮਣੇ ਘਟਨਾ ਹੋਈ ਕਿ ਕਹਿੰਦੇ ਕਿ ਚੰਗਿਆਈ ਬੰਦੇ ਦੀ ਮਰਦੀ ਨਹੀਂ ਆ। ਤੁਸੀਂ ਚੰਗੇ ਹੋਗੇ ਨਾ, ਤੁਹਾਡੀ ਚੰਗਿਆਈ ਮਰਨੀ ਕਿਤੇ, ਪਰਮਾਤਮਾ ਉੱਥੇ ਬੈਠਾ ਵਾ। ਤੇ ਉਹ ਏਦਾਂ ਗੱਲ ਹੋਈ ਜੀ। ਇੱਕ ਦਿਨ ਐਮਰਜੈਂਸੀ ਨੇ ਸਾਡੇ ਉਹਨੂੰ ਐਕਸਰਸਾਈਜ਼ ਕਹਿੰਦੇ ਨੇ ਨਿੱਜਰ ਸਾਹਿਬ, ਅਸੀਂ ਐਕਸਰਸਾਈਜ਼ ਕਹਿੰਦੇ ਆ ਕਿ ਜਦੋਂ ਡਰਿਲ ਕਰਦੇ ਸੀ, ਫਾਇਰ ਡਰਿਲ ਕੀਤੀ
ਉਹ ਐਡਮਿਨ ਦੇ ਉਸ ਕੰਪਨੀ 'ਚ ਕੀ ਅਸੂਲ ਹੈ ਨਜਰ ਸਾਹਿਬ, ਉਹਨਾਂ ਕੋਲ ਪੇਟੀ ਕੈਸ਼ ਹੁੰਦਾ ਵਾ ਥੋੜਾ ਬਹੁਤਾ ਪੈਸਾ, ਕਿ ਜਦੋਂ ਵੀ ਮੇਰੇ ਸਾਈਨ ਆਫ ਕਰਨਾ ਜਹਾਜ਼ ਤੋਂ ਉਤਰਨਾ, ਉਹਨਾਂ ਕਹਿਣਾ $400-500 ਮੈਨੂੰ ਦੇ ਦੇਣੇ ਜਿੰਨੀ ਮੈਨੂੰ ਲੋੜ ਹੈ। ਬਿਲਕੁਲ। ਇਹਦਾ ਕੀ ਹੋਇਆ ਕਿ ਬੰਦਾ ਏਦਾਂ ਦਾ ਹੀ ਰੱਬ ਬੰਦਾ ਸੀ ਉਹ ਵਾਲੀ, ਤੇ ਉਹ ਐਕਸ ਨੇਵੀ ਬੰਦਾ। ਚਲੋ ਉਹਨੇ ਵਿਚਾਰੇ ਨੇ ਲੋਕਾਂ ਦੇ ਸਾਹਮਣੇ ਜਿੰਦਰਾ ਮਾਰਦਾ ਸੀ, ਇੱਕ ਜਿੰਦਰਾ ਮਾਰ ਕੇ ਦੂਜੇ ਲੋਕ 'ਚ ਚਾਬੀ ਰੱਖਦਾ। ਚਲੋ ਅਸੀਂ ਜਦੋਂ ਫਾਇਰ ਡਰਿਲ ਹੁੰਦੀ ਉਦੋਂ A to Z ਬੰਦੇ ਥੱਲੇ ਚੱਲ ਜਾਂਦੇ। ਉਹਦੇ ਟਾਈਮ ਤੇ ਮੈਂ ਮੌਜੂਦ ਹੁੰਦਾ ਵਾਂ, ਮੇਰੇ ਨਾਲ ਇੱਕ ਮੁੰਡਾ ਹੋਰ ਟਾਵਰ ਫਿੱਟਰ ਤੇ ਇੱਕ ਜਿਹੜਾ ਸੁਪਰਡੈਂਟ ਸਾਡੇ ਕੋਲ ਹੋਊਗਾ, ਬਾਕੀ ਜੇ ਸਾਰੇ ਬੰਦੇ, ਇੱਕ ਰੇਡੀਓ ਆਪਰੇਟਰ ਹੋਊਗਾ। ਇਹ 4 ਬੰਦੇ ਹੀ ਉੱਤੇ ਬ੍ਰਿਜ 'ਚ ਹੁੰਦੇ ਆ, ਬਾਕੀ ਸਾਰੇ ਥੱਲੇ ਸਟੇਸ਼ਨ 'ਚ ਪਹੁੰਚ ਜਾਂਦੇ। ਚਲੋ ਜੀ, ਬਾਅਦ 'ਚ ਅਲੀ ਵਾਪਸ ਆਇਆ, ਉਹਦੇ ਗੱਲੇ 'ਚ ਨਜਰ ਸਾਹਿਬ ਕੋਈ 6.5 ਲੱਖ ਰੁਪਇਆ ਨਿਕਲ ਗਿਆ। ਨੋਟ ਸੀ ਵੱਡੇ ਵੱਡੇ, ਤੁਹਾਨੂੰ ਪਤਾ $100 $6.5 ਲੱਖ ਦੇ ਕਿੰਨਾ ਕਮਾਨਾ, ਥੋੜੇ ਜਿਹੇ ਨੋਟ ਬਣੇ। ਅੱਛਾ ਜੀ, ਉਹ ਨੋਟ ਚੋਰੀ ਹੋ ਗਏ 1.5 ਮਹੀਨਾ। ਚਲੋ ਕੰਪਨੀ ਨੇ ਕਹਿਤਾ ਵੀ ਗਲਤੀ ਤੇਰੀ ਹੈ, ਪੈਸੇ ਤੂੰ ਰੱਖੇ ਸੀ, ਪਰ ਹੁਣ ਤੂੰ ਨਹੀਂ ਸਾਂਭੇ ਤੇ ਤੇਰੇ ਤੋਂ ਹੀ ਪੈਸੇ ਕੱਟਣੇ। ਠੀਕ ਹੈ ਜੀ, ਅਸੀਂ ਫਿਰ ਉਹਨੂੰ ਸਮਝਾਇਆ ਲਈ ਨੂੰ ਕਿ ਚੱਲ ਕੋਈ ਗੱਲ ਨਹੀਂ, ਤੇਰੀ ਰੈਪੂਟੇਸ਼ਨ ਬਹੁਤ ਵਧੀਆ। ਅਸੀਂ ਕਹਿਤਾ ਇੱਕ ਲਿਸਟ ਤਿਆਰ ਕੀਤੀ, ਚਲੋ ਮੈਂ ਤੈਨੂੰ ਪੈਸੇ ਦਿੰਦਾ ਸਰ, ਪਰ ਮੈਂ ਸਾਈਨ ਆਫ ਪਹਿਲਾਂ ਹੀ ਕਰ ਗਿਆ ਤੇ ਮੈਂ ਨਹੀਂ ਦੇ ਪਾਇਆ ਉੱਥੇ ਪੈਸੇ। ਪਰ ਦੂਜਿਆਂ ਬੰਦਿਆਂ ਨੇ ਨਿੱਜਰ ਸਾਹਿਬ, ਜਦੋਂ ਵੇਖੋ ਆਪਾਂ ਚੰਗਾ ਕਰਮ ਕਰਦੇ ਆ ਨਾ, ਤੇ ਲੋਕਾਂ ਨੂੰ ਚੰਗਿਆਈ ਦਾ ਪਤਾ ਹੁੰਦਾ। ਸਾਰੀ ਕੰਪਨੀ ਚੋਂ ਪੈਸੇ ਲੋਕਾਂ ਨੇ 6 ਲੱਖ ਤੋਂ ਰੁਪਇਆ 40-50 ਹਜ਼ਾਰ ਵੱਧ ਹੋ ਗਿਆ ਨਿੱਜਰ ਸਾਹਿਬ। ਕਿਸੇ ਨੇ 50 ਦਰਾਮ, ਕਿਸੇ ਨੇ 100 ਦਰਾਮ। ਦੇਖੋ ਇਹ ਸੰਗਤ ਜੀ, ਇੱਥੇ ਕੁਦਰਤ ਹੈ, ਨਹੀਂ ਤੇ 6 ਲੱਖ ਰੁਪਏ ਉਹਨੇ ਵਿਚਾਰੇ ਨੇ ਕਿੱਥੋਂ ਦੇਣਾ ਸੀ? ਉਹਦੀ ਤੇ 8-9 ਮਹੀਨੇ ਦੀ ਤਨਖਾਹ ਨਹੀਂ ਹੋਣੀ ਸੀ ਉਹਨੇ ਪੈਸੇ। ਪਰ ਮੈਂ ਇਹ ਦੱਸਣਾ ਚਾਹੁੰਦਾ ਸਾਧ ਸੰਗਤ ਜੀ, ਉਹ ਵੱਟੇ ਵਾਲੀਆਂ ਗੱਲਾਂ ਬਿਲਕੁਲ ਸੱਚੀਆਂ ਨੇ। ਤੇ ਭਾਵੇਂ ਕਿਸੇ ਨੇ 50 ਦਿੱਤੇ, ਕਿਸੇ ਨੇ 40 ਦਿੱਤੇ, ਕੀ ਫਰਕ ਪੈਂਦਾ? ਕਿਸੇ ਦਾ 700, ਕਿਸੇ ਦਾ 800, ਵੇਖੋ ਇੰਨੇ ਪੈਸੇ ਹੋ ਗਏ। ਪਰ ਇਮਾਨਦਾਰੀ ਜਦੋਂ ਆਪਾਂ ਜੀਵਨ 'ਚ ਬਤੀਤ ਕਰਦੇ ਹਾਂ, ਚੰਗੀ ਇਮਾਨਦਾਰੀ ਨਾਲ ਆਪਾਂ ਚੱਲਦੇ ਹਾਂ, ਤੇ ਬਾਈ ਗੋਡ ਪਰਮਾਤਮਾ ਬਲੈਸ ਕਰਦਾ ਹੈ, ਤੁਹਾਡੇ ਮੋਢੇ ਨਹੀਂ ਲੱਗਣ ਦਊਗਾ। ਇਹ ਗਰੰਟੀ ਹੈਗੀ, ਕਿਉਂਕਿ ਜੇ ਮੋਢੇ ਲੱਗ ਗਏ ਨਾ, ਉਹ ਤੁਹਾਡੇ ਨਹੀਂ ਲੱਗੇ, ਉਹ ਸੱਚਾਈ ਦੇ ਲੱਗ ਜਾਂਦੇ ਆ। ਬੜੀ ਵੱਡੀ ਗੱਲ। ਹਾਂਜੀ ਨਜਰ ਸਾਹਿਬ, ਕੀ ਪਰਮਾਤਮਾ ਚਾਹੁੰਦਾ ਬੇਈਮਾਨੀ ਹੋਏ ਧਰਤੀ ਤੇ? ਤੁਸੀਂ ਆਪ ਜਸਟ ਸੋਚੋ, ਪਰਮਾਤਮਾ ਜੇ ਚਾਹੇ ਇੱਥੇ ਗੰਦ ਮੰਨਦੇ ਧਰਤੀ ਤੇ, ਫਿਰ ਗੰਦ ਹੀ ਮੱਚ ਜਾਣਾ ਬਹੁਤ ਜ਼ਿਆਦਾ। ਪਰ ਨਹੀਂ, ਕੁਦਰਤ ਵੀ ਆਪਣੇ ਨਿਯਮ ਦੀ ਬੱਝੀ ਆ ਕਿ ਕਿਸੇ ਹੱਦ ਤੱਕ ਬੰਦੇ ਕੋਲ ਪਾਵਰ ਹੈਗੀ ਹੈ। ਜਦੋਂ ਬੰਦਾ ਬਹੁਤਾ ਹੀ ਪਾਗਲ ਕੁੱਤਾ ਹੋ ਜਾਂਦਾ ਹੈ, ਫਿਰ ਉਹਨੂੰ ਮਾਰ ਦਿੰਦੀ, ਉਹਨੂੰ ਸਲੀਪ ਪਾ ਦਿੰਦੀ। ਇਸੇ ਲਈ ਸਾਡੇ ਵੀ ਜਿਹੜੇ ਕਰਮ ਆ, ਕੁਝ ਹੱਦ ਤੱਕ ਹੀ ਮਾੜੇ ਕਰ ਸਕਦੇ ਹਾਂ। ਇੱਕ ਸਮਾਂ ਆਊਗਾ ਜਦੋਂ ਸਾਡਾ ਭਾਂਡਾ ਭਰ ਜਾਊਗਾ ਤੇ ਸਾਨੂੰ ਇਸ ਸੰਸਾਰ ਤੋਂ ਕੁਦਰਤ ਨੇ ਸਾਡੇ ਕੋਲ ਸ਼ਕਤੀ ਖੋਹ ਲੈਣੀ। ਹੁਣ ਕਈ ਬੰਦੇ ਵੇਖੋ ਤੇ ਕਹਿੰਦੇ ਨੇ ਕਿ ਵੇਖੋ ਵੀ ਉਹ ਵੀ ਕਿੱਦਾਂ ਰਿਸ਼ਵਤ ਲੈਂਦੇ ਆ ਜੀ, ਕਿੱਦਾਂ ਠੱਗੀਆਂ ਮਾਰਦੇ ਆ। ਇੱਕ ਸਮਾਂ ਆਉਣਾ ਉਹਦਾ ਭਾਂਡਾ ਭਰ ਜਾਣਾ ਹੈ। ਆਈ ਉਹ ਪੁੰਨ, ਉਹਦੇ ਪੁੰਨ ਸਾੜ ਰਿਹਾ। ਸਭ ਤੋਂ ਵੱਡੀ ਸ਼ਕਤੀ ਹੈ ਕਿ ਪੁੰਨ ਖਤਮ ਕਰ ਰਿਹਾ ਆਪਣੇ। ਉਹ ਪੁੰਨ ਜਦੋਂ ਖਤਮ ਹੋ ਗਏ, ਨਾਲ ਹੀ ਪਕਾਨੇ ਚੋਂ ਬਾਹਰ ਨਿਕਲ ਗਈ, ਨਾਲ ਹੀ ਪਕਾਨਾ ਸੁਸੜੀ ਤੋਂ ਕਿੱਥੇ ਲਿਆ। ਉਹ ਬੰਦੇ ਨੇ ਡਿੱਗਣਾ ਵਾ ਥੱਲੇ ਆ ਕੇ, ਡਿੱਗੂਗਾ ਪੱਕਾ। ਪਰ ਉਹ ਬਹੁਤ ਮਹਿੰਗੀ ਚੀਜ਼ ਵੇਚ ਰਿਹਾ ਤੇ ਇੱਕਦਮ ਘਟੀਆ ਉਹ ਚੀਜ਼ ਖਰੀਦ ਰਿਹਾ ਤੇ ਜਿਹੜੀ ਨਹੀਂ ਚਾਹੀਦੀ। ਕੀ ਕਰੋਗੇ ਦੱਸੋ? ਆ ਤੁਹਾਡੇ ਲਾਗੇ ਤੇ ਉਹ ਤਾਜ ਮਹਿਲ ਬਣਿਆ, ਨਾਲ ਗਿਆ ਉਹਦੇ, ਉੱਥੇ ਰਹਿ ਗਿਆ। ਉਹਦੇ ਬੱਚੇ ਪਤਾ ਉਹਦੇ ਸੁਣੇ ਕਿ ਉਹਦੇ ਬੱਚੇ ਕੌਣ ਹੈ, ਕਿੱਥੇ ਗਏ? ਉਹ ਵੀ ਲੱਲੜ ਕੇ ਮਰ ਗਏ। ਕਾਹਦਾ ਪਿਆ ਸੀ? ਵੇਖੋ ਉਹ ਸ਼ਾਹਜਹਾਨ ਨੇ ਤਾਜ ਮਹਿਲ ਬਣਾਇਆ, ਬਾਅਦ ਚ ਵੇਖੋ ਉਹਨੇ ਭਰਾ ਨੇ ਭਰਾ ਨੂੰ ਮਾਰ ਦਿੱਤਾ। ਮਾਂ ਪਿਓ ਨੂੰ ਅਸੀਂ ਜੇਲ੍ਹ ਚ ਤਾੜ ਛੱਡਿਆ। ਉਹ ਕਾਹਦੀ ਜ਼ਿੰਦਗੀ ਆ? ਭੈਣ ਨੂੰ ਵੀ ਜੇਲ੍ਹ ਚ ਤਾੜਤਾ। ਤੇ ਮਤਲਬ ਕਹਿਣ ਤੋਂ ਭਾਵ ਹੈ ਕਿ ਜਿੱਥੇ ਇਹ ਚੀਜ਼ ਆਉਂਦੀ ਆ, ਇਹ ਸ਼ੈਤਾਨ ਚੀਜ਼ ਹੁੰਦੀ ਆ, ਉਹਦਾ ਕੋਈ ਚੰਗਾ ਸਾਥ ਨਹੀਂ ਹੈਗਾ। ਹਾਂਜੀ ਨਜਰ ਸਾਹਿਬ, ਕਥਾ ਦੇ ਆ ਜੀ। ਹਾਂਜੀ, ਆਪਣੇ ਕੈਮਰੇ ਬੰਦ ਕਰ ਦਿਓ ਜੀ। ਪਰਮਜੀਤ ਜੀ, ਤੁਹਾਡਾ ਕੈਮਰਾ ਜਿਹੜਾ ਚੱਲੀ ਜਾ ਰਿਹਾ, ਤੁਸੀਂ ਨਾਲ ਨਾਲ ਮੂਵਮੈਂਟ ਕਰ ਰਹੇ ਹੋ। ਅੰਧਕਾਰ ਸੁਖ ਕਬਹਿ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਰਾਜਾ ਰੰਕ ਇਸ ਕਰਕੇ ਲਿਖਿਆ ਪਾਏ ਬਈ ਉੱਪਰਲਾ ਤੇ ਥੱਲੇ ਦਾ ਸਭ ਤੋਂ ਜਿਹੜਾ ਵਿਚਾਲਣਾ ਮੇਲ ਸਾਰਾ ਵਿੱਚ ਆ ਗਿਆ। ਬਈ ਕੋਈ ਵੀ ਦੁਨੀਆ ਦੇ ਵਿੱਚ ਜਿਹੜਾ ਵੀ ਇਨਸਾਨ ਜਿਹੜਾ ਹੈਗਾ ਆਇਆ ਹੈ, ਜਦ ਤੱਕ ਹਨੇਰੇ ਦੇ ਵਿੱਚ ਹੈਗਾ, ਇਹ ਹਨੇਰੇ ਦੇ ਵਿੱਚ ਇਹਨੇ ਜਿਹੜਾ ਹੈਗਾ ਸੁਖੀ ਨਹੀਂ ਹੋ ਸਕਦਾ। ਇਹ ਜਿਹੜਾ ਹੈਗਾ ਇਹ ਰੋਂਦਾ ਹੀ ਰਹੂਗਾ, ਦੁਖੀ ਹੀ ਰਹੂਗਾ ਸੰਸਾਰ ਦੇ ਵਿੱਚ, ਹਨੇਰੇ ਦੇ ਵਿੱਚ। ਇਹ ਹਨੇਰਾ ਮਾਲਕ ਨੇ ਪਾਇਆ ਹੈ, ਆਪਾਂ ਨੇ ਉਜਾਲਾ ਲੱਭਣਾ ਹੈ ਭਾਈ। ਅੰਧਕਾਰ ਸੁਖ ਕਬਹਿ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਜੌਪੇ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ ਰਹਾਓ। ਕਬੀਰ ਜੀ ਨੁਕਤੇ ਦੀ ਗੱਲ ਕਰ ਰਹੇ ਕਈ ਭਾਈ, ਜੇ ਤੂੰ ਉਜਾਲੇ ਦੇ ਵਾਸਤੇ ਆ ਉਜਾਲਾ ਹੈਗਾ ਧਿਆਨ ਸਿਮਰਨ, ਜੇ ਤੂੰ ਨਹੀਂ ਕਰੇਗਾ ਤੇ ਪੈਦਾ ਹੁੰਦਾ ਤੇ ਬਿਨਸਦਾ ਤੇ ਰੋਂਦਾ ਹੀ ਰਹੇਗਾ, ਬਾਰ ਬਾਰ ਜੂਨਾਂ ਦੇ ਵਿੱਚ ਜਾਂਦਾ ਰਹੇਗਾ। ਰਹਾਓ।
ਹੁਣ ਇਸ ਤੋਂ ਅੱਗੇ ਜਸ ਦੇਖੀਏ ਤਰਵਰ ਕੀ ਛਾਇਆ, ਪ੍ਰਾਣ ਗਏ ਕਹੋ ਕਾਂ ਕੀ ਮਾਇਆ। ਕਹਿੰਦੇ ਦੱਸ ਮੈਨੂੰ ਇੱਕ ਗੱਲ ਦੱਸ ਦੇ, ਤੂੰ ਭਾਵੇਂ ਰਾਜਾ ਹੈ ਭਾਵੇਂ ਜੋ ਮਰਜ਼ੀ ਹੈਗਾ, ਜਿੰਨਾ ਮਰਜ਼ੀ ਤੂੰ ਧਨ ਦੌਲਤ ਇਕੱਠੇ ਕਰ ਲੈ, ਮਾਇਆ ਇਕੱਠੀ ਕਰ ਲਈ, ਮੈਨੂੰ ਇਹ ਦੱਸ ਦੇ ਵੀ ਤੇਰਾ ਸਰੀਰ ਜਿਹੜਾ ਹੈਗਾ ਇਸੇ ਚੋਂ ਪ੍ਰਾਣ ਜਿਹੜੇ ਨਿਕਲ ਗਏ ਤੇ ਤੇਰੀ ਮਾਇਆ ਜਿਹੜੀ ਹੈ ਕਿ ਕਿੱਥੇ ਚਲੀ ਗਈ, ਉਹ ਮਾਇਆ ਦਾ ਕੀ ਕੀਤਾ ਤੂੰ ਦੱਸ ਮੈਨੂੰ। ਜਦ ਜਿਹੜਾ ਹੈਗਾ ਆਪਣੇ ਟਾਈਮ ਖਤਮ ਹੋ ਗਿਆ, ਇਹ ਮਨੁੱਖ ਸਰੀਰ ਤੋਂ ਆਪਾਂ ਬਾਹਰ ਨਿਕਲ ਗਈ ਜਿੰਦ, ਤੇ ਹੁਣ ਦੱਸ ਕਹਿੰਦੇ ਮਾਇਆ ਕਿੱਥੇ ਆ ਤੇਰੀ ਭਾਈ, ਸਮਝਾ ਹੁਣ। ਦੇਖ ਲਾ ਪਿਆਰਿਆ, ਜਿਵੇਂ ਜਿਹੜਾ ਹੈਗਾ ਦਰਖਤ ਦੀ ਛਾਂ ਹੈਗੀ ਉਵੇਂ ਦੀ ਮਾਇਆ ਹੈਗੀ ਭਾਈ, ਇਹਦਾ ਪਤਾ ਵੀ ਨਹੀਂ ਲੱਗਣਾ। ਜਿੱਥੇ ਤੂੰ ਜਿਹੜਾ ਹੈਗਾ ਸਵਾਸ ਲਾ ਰਿਹਾ, ਜਿੱਥੇ ਤੂੰ ਆਪਣਾ ਸਾਰਾ ਉਮਰ ਜਿਹੜੀ ਹੈਗੀ ਗਾਲ ਰਿਹਾ ਆ, ਇਹ ਜਿਹੜੇ ਸਵਾਸ ਤੈਨੂੰ ਅਨਮੋਲ ਮਿਲੇ ਹੋਏ ਆ, ਇਹਨਾਂ ਨੂੰ ਜਿਹੜਾ ਹੈਗਾ ਆਪ ਜਿਹੜਾ ਹੈਗਾ ਅੱਗ ਲਗਾ ਰਿਹਾ ਆ, ਹਰ ਰੋਜ਼ ਜਿਹੜਾ ਹੈਗਾ ਸਾੜ ਦਿੰਨਾ ਹੈ। ਹਾਂਜੀ ਗੋਰਕੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਇਹਦੇ ਉੱਪਰ ਤੇ ਇਹਨਾਂ ਲਿਖਿਆ ਕਿ ਜੋ ਪੈ ਰਸਨਾ ਰਾਮ ਨਾ ਕਬਿਓ ਕਹਿਬੋ। ਕਹਿੰਦੇ ਜੇ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਤੂੰ ਜਪਦਾ, ਤੂੰ ਮਤਲਬ ਬੰਦਗੀ ਨਹੀਂ ਕਰੇਗਾ, ਹਾਂ, ਤੇ ਕੁਦਰਤ ਨੂੰ ਕੋਈ ਜਲਦੀ ਥੋੜੀ ਹੈਗੀ, ਤੇ ਤੂੰ ਘੁੰਮੀ ਜਾ ਸੂਈ ਦੀ ਘੜੀ, ਕਿਤੇ ਉੱਪਰ ਕਿਤੇ ਥੱਲੇ, ਕਿਤੇ ਉੱਪਰ ਕਿਤੇ ਥੱਲੇ। ਉਹਨੇ ਪ੍ਰਕਿਰਤੀ ਦੀ ਰਚਨਾ ਕੀਤੀ ਹੋਈ ਆ, ਪ੍ਰਕਿਰਤੀ ਦੇ ਵਿੱਚ ਕੋਈ ਜਲਦੀ ਥੋੜੀ ਹੈਗੀ। ਤੁਸੀਂ ਵੇਖੋ ਜਿਹੜਾ ਸੂਰਜ ਬਣਾਇਆ ਵਾ, ਉਹ ਤੇ ਅਰਬਾਂ ਖਰਬਾਂ ਪਤਾ ਹੀ ਨਹੀਂ ਕਿੰਨੇ ਅਸੰਖ ਸਾਲ ਤੱਕ ਉਹਨੇ ਰਹਿਣਾ, ਤੇ ਇਹ ਸਿਲਸਿਲਾ ਚੱਲਦਾ ਹੀ ਰਹਿਣਾ। ਨਹਿਰ ਚੋਂ ਪਾਣੀ ਨਿਕਲਿਆ, ਮੀਂਹ ਬਣਿਆ, ਫਿਰ ਪਹਾੜਾਂ ਤੇ ਵਰਿਆ, ਬਰਫ਼ ਬਣ ਗਿਆ, ਫਿਰ ਰੁੜ ਕੇ ਫਿਰ ਸਮੁੰਦਰ। ਇਸੇ ਤਰ੍ਹਾਂ ਹੀ ਕੇਨ ਘੁੰਮਣੀ ਆ, ਉਹ ਤੇਰੀ ਮਰਜ਼ੀ, ਉਹ ਚ ਕੋਈ ਜ਼ਬਰਦਸਤੀ ਨਹੀਂ। ਜੇ ਤੈਨੂੰ ਲੱਗਦਾ ਕਿ ਤੂੰ ਬੜਾ ਸੁਖੀ ਆ ਮਰਨ ਜੰਮਣ ਦੇ ਗੇੜ ਚ, 84 ਦੇ ਗੇੜ ਚ ਘੁੰਮੀ ਜਾ, ਕੋਈ ਪ੍ਰੋਬਲਮ ਨਹੀਂ ਆ, ਪਰ ਤੈਨੂੰ ਸੁੱਖ ਨਹੀਂ ਮਿਲ ਸਕਦਾ ਜੇਕਰ ਤੂੰ ਬੰਦਗੀ ਨਹੀਂ ਕਰਦਾ। ਬੰਦਗੀ ਕਰਨਾ ਬੜਾ ਬਹੁਤ ਮਹੱਤਵਪੂਰਨ ਕੰਮ ਆ। ਇਹ ਨਾ ਹੋਵੇ ਕਿ ਦੂਜੇ ਕੰਮ ਹੀ ਕਰਦਾ ਰਹੇ, ਕਿਉਂਕਿ ਜੋ ਵੀ ਤੂੰ ਦੂਜਾ ਇੱਕ ਕਰੇਗਾ, ਇਹ ਛਾਂ ਹੈਗੀ ਆ ਰੁੱਖ ਦੀ, ਇਹਨੇ ਟਿਕਾਈ ਇਹ ਸਥਿਰ ਨਹੀਂ ਹੈਗਾ। ਫਿਰ ਤੇ ਹੈਗੀ ਭਗਤੀ। ਜਦੋਂ ਤੂੰ ਭਗਤੀ ਕੀਤੀ, ਤੇਰੇ ਅੰਦਰ ਇੱਕ ਆਤਮਿਕ ਅਵਸਥਾ ਬਣਨੀ ਹੈ, ਬੜੀ ਉੱਚੀ ਅਵਸਥਾ। ਕਹਿੰਦੇ रास्ते बदलने वालों की राहों में कट गई, कहता कुछ हंसते कट गई, कुछ रोते कट गई। जिनको जाना था मंजिल पे वो जा पहुंचे मंजिल पे, रास्ते बदलने वालों की राहों में कट गई। तो कुछ लोग होंगे राह ही बदलते रहंदे ने, किते इधर चढ़ गए किते उधर चढ़ गए, एवें स्वाद ਲਈ ਜਾਣਾ। ਬਾਣੀ ਤੇ ਕਹਿੰਦੀ ਹੈ ਕਿ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੋੜ ਜਨਮ ਨਾ ਆਵੇ। ਬ੍ਰਹਮ ਦੀ ਭਗਤੀ ਕਰਨੀ ਆ ਤੇ ਲੋਕਾਂ ਤੋਂ ਤੁਰੇ ਫਿਰੋ। ਉਹ ਕਿਸੇ ਚ ਹਿੰਮਤ ਹੈਗੀ ਆ? ਕੋਈ ਕਿਸੇ ਨੂੰ ਮੁਕਤ ਨਹੀਂ ਕਰ ਸਕਦਾ। ਹਰ ਇੱਕ ਬੰਦੇ ਨੇ ਮੁਕਤ ਆਪਣੇ ਆਪ ਨੂੰ ਹੀ ਕਰਨਾ ਹੁੰਦਾ, ਪਰ ਇਹ ਚੀਜ਼ ਸਾਰ ਆ। ਹੁਣ ਜਦ ਤੱਕ ਆਪਾਂ ਇਹ ਚੀਜ਼ ਨੂੰ ਸਮਝਦੇ ਨਹੀਂ ਆ, ਹਨਾ, ਤੇ ਫਿਰ ਛਾਇਆ ਵਾਂਗੂ ਇਹ ਚੀਜ਼ ਘੁੰਮਦੀ ਰਹਿੰਦੀ ਆ। ਤੇ ਜੇ ਮਾਇਆ ਦੇ ਪਿੱਛੇ ਹੀ ਭੱਜਿਆ ਜਾਂਦੇ ਆ ਆਪਾਂ, ਮਾਇਆ ਦਾ ਮਤਲਬ ਇਹ ਨਹੀਂ ਕਿ ਆਪਾਂ ਕੰਮ ਨਹੀਂ ਕਰਨਾ, ਕੰਮ ਤੇ ਸਾਰੇ ਕਰਨੇ ਆ ਆਪਾਂ, ਜੀਵਨ ਚਲਾਉਣਾ, ਬੱਚੇ ਥੋੜੀ ਇਹ ਛੱਡ ਦੇਣੇ ਆਪਾਂ, ਇਹ ਵੀ ਪਾਲਣੇ। ਪਰ ਹਰ ਇੱਕ ਚੀਜ਼ ਨੂੰ ਇੱਕ ਲੈਵਲ ਤੱਕ ਰੱਖਣਾ, ਇਹ ਨਾ ਕਿ ਇਹ ਚੀਜ਼ ਦਾ ਨਸ਼ਾ ਤੁਹਾਡੇ ਦਿਮਾਗ ਨੂੰ ਚੜ ਜੇ। ਹਾਂਜੀ ਨਿਜਰ ਸਾਹਿਬ। ਮਾਇਆ ਨੂੰ ਟਾਰਗੇਟ ਨਹੀਂ ਬਣਾਉਣਾ ਵੀ ਮੇਰਾ ਜੀਵਨ ਦਾ ਮਕਸਦ ਆਹੀ ਹੈਗਾ ਭਾਈ, ਫਿਰ ਆਪਾਂ ਫਸ ਗਏ। ਫਿਰ ਆਪਾਂ ਜੇ ਭਗਤੀ ਛੱਡ ਦਿੱਤੀ ਆਪਾਂ ਨੇ, ਭਗਤੀ ਜਿਹੜੀ ਆ ਮੇਨ ਜਿਹੜਾ ਮਕਸਦ ਆਪਣਾ ਭਗਤੀ ਹੈਗਾ, ਪ੍ਰਾਇਮਰੀ ਆਬਜੈਕਟ ਭਗਤੀ ਹੈਗਾ, ਜੇ ਉਹਨੂੰ ਛੱਡ ਦਿੱਤਾ ਤੇ ਬਸ ਫਿਰ ਤਾਂ ਆਪਾਂ ਜਿਹੜੇ ਹੈਗੇ ਹਾਰ ਗਏ ਗੇਮ। ਇਹ ਤੋਂ ਭੱਜ ਜਾਓ। ਹੁਣ ਜਿੱਦਾਂ ਕਮਲ ਦਾ ਬੋਲਿਆ, ਚਿੱਕੜ ਤੋਂ ਦੂਰ ਥੋੜੀ ਹੋਣਾ ਚਾਹੁੰਦਾ, ਰਹਿੰਦਾ ਚਿੱਕੜ ਕੀ ਆ, ਪਰ ਉਹ ਉਸਨੇ ਜਿਉਂਦੇ ਜੀ ਹੀ ਆਪਣੇ ਆਪ ਨੂੰ ਚਿੱਕੜ ਤੋਂ ਉੱਪਰ ਰੱਖਿਆ। ਉਹ ਦੱਸਿਆ ਵੇਖੋ ਕਿ ਦੂਰ ਤੇ ਤੁਹਾਨੂੰ ਲੱਗੂਗਾ ਕਿ ਚਿੱਕੜ ਦੇ ਵਿੱਚ ਉੱਗਿਆ, ਚਿੱਕੜ ਚ, ਪਰ ਉਹਦੀ ਉਚਾਈ, ਉਹਦਾ ਇੱਕ ਆਪਣਾ ਲੈਵਲ ਆ, ਉਹਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ ਉਹ। ਹਾਂਜੀ ਨਹੀਂ ਦੱਸਾਂ। ਜਸ ਜੰਤੀ ਮੈਂ ਜਿਉ ਸਮਾਨਾ, ਮੂਏ ਮਰਮ ਕੋ ਕਾ ਕਰ ਜਾਣਾ। ਕਹਿੰਦੇ ਇੱਕ ਗੱਲ ਹੋਰ ਯਾਦ ਰੱਖ ਲਾ ਵੀ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਦਾ ਭੇਤ ਨਹੀਂ ਪਤਾ ਲੱਗਣਾ ਬਈ ਜਿਹੜਾ ਹੈਗਾ ਕਿਵੇਂ ਜਿਹੜਾ ਹੈਗਾ ਆਉਂਦਾ ਹੈ ਜੀਵ, ਕਿਵੇਂ ਜਿਹੜਾ ਹੈਗਾ ਸਰੀਰ ਦੇ ਵਿੱਚ ਕਿਵੇਂ ਆਉਂਦਾ ਹੈ, ਸਰੀਰ ਇਸ ਤੋਂ ਬਾਅਦ ਕਿੱਥੇ ਚਲੇ ਜਾਂਦਾ ਹੈ, ਮਰਨ ਤੋਂ ਬਾਅਦ ਜੀਵ ਕਿੱਥੇ ਚਲੇ ਜਾਂਦਾ। ਕਹਿੰਦੇ ਇਹ ਮਰਮ ਨਹੀਂ ਤੈਨੂੰ ਪਤਾ ਲੱਗ ਸਕਦਾ। ਜਸ ਜੰਤੀ ਮੈਂ ਜਿਉ ਸਮਾਨਾ। ਜੰਤੀ ਕਹਿੰਦੇ ਆ ਇੱਕ ਜੰਤਰ ਹੈਗਾ, ਕੋਈ ਬਾਜਾ ਹੈਗਾ ਵਜਾਉਣ ਵਾਲਾ। ਦੇਖੋ ਕਿਸ ਤਰੀਕੇ ਦੇ ਨਾਲ ਉਹਦੇ ਵਿੱਚੋਂ ਇੰਨੇ ਸੋਹਣੇ ਸੋਹਣੇ ਰਾਗ ਕੱਢਦਾ ਹੈ, ਕਿਵੇਂ ਬਾਜਾ ਬੋਲਦਾ ਹੈ,
ਔਰ ਜਦੋਂ ਹੱਥ ਚੱਕ ਲੈਂਦਾ ਹੈ ਤੇ ਫਿਰ ਕਿੱਥੇ ਚਲੇ ਜਾਂਦਾ ਹੈ ਉਹ ਜਿਹੜੇ ਰਾਗ। ਕਹਿੰਦੇ ਉਹ ਨਹੀਂ ਪਤਾ ਲੱਗਣਾ ਤੈਨੂੰ ਕਿੱਥੇ ਚਲੇ ਗਏ ਰਾਗ। ਇਸੇ ਤਰੀਕੇ ਦੇ ਨਾਲ ਮੂਏ ਮਰਮ ਕੋ ਕਾ ਕਰ ਜਾਣਾ, ਮਰਨ ਤੋਂ ਬਾਅਦ ਨਹੀਂ ਪਤਾ ਲੱਗਦਾ ਭਾਈ ਇਹ ਭੇਤ ਦਾ। ਹੰਸਾ ਸਰਵਰ ਕਾਲ ਸਰੀਰ, ਕਹਿੰਦੇ ਦੇਖ ਲਾ ਪਿਆਰਿਆ ਸਮਾਂ ਤੇਰੇ ਕੋਲ ਥੋੜਾ ਹੈਗਾ। ਹੰਸ ਜਿਹੜੇ ਹੁੰਦੇ ਆ ਉਹ ਸਰਵਰ ਦੇ ਨੇੜੇ ਰਹਿੰਦੇ ਆ। ਹੰਸਾਂ ਸਰਵਰ, ਸਰਵਰ ਦੇ ਨੇੜੇ ਮੋਤੀ ਚੁਗਦੇ ਆ ਹੰਸ। ਕਾਲ ਸਰੀਰ, ਔਰ ਜਿੰਨੇ ਵੀ ਸਰੀਰ ਹੈਗੇ ਦੁਨੀਆ ਦੇ ਵਿੱਚ ਸਾਰਿਆਂ ਦੇ ਨੇੜੇ ਕਾਲ ਰਹਿੰਦਾ ਹੈ। ਕਾਲ ਸਾਰਿਆਂ ਦੇ ਨੇੜੇ ਹੈਗਾ ਭਾਈ। ਸਮਾਂ ਬਿਲਕੁਲ ਥੋੜਾ ਹੈਗਾ ਤੇਰਾ। ਰਾਮ ਰਸਾਇਣ ਪੀਓ ਰੇ ਕਬੀਰ, ਹੇ ਕਬੀਰ ਤੂੰ ਜਿਹੜਾ ਹੈਗਾ ਧਿਆਨ ਸਿਮਰਨ ਕਰ ਲਾ ਔਰ ਜਿਹੜਾ ਹੈਗਾ ਉਹ ਅੰਮ੍ਰਿਤ ਰਸ ਤੇ ਅੰਮ੍ਰਿਤ ਤੱਕ ਪਹੁੰਚ ਜਾ। ਇਹ ਪੱਥਰ ਹਟਾ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਇੱਥੇ ਉਹਨਾਂ ਨੇ ਕਿਹਾ ਕਿ ਜਿੱਦਾਂ ਇਹ ਜਿਹੜਾ ਇੱਕ ਮਿਊਜ਼ਿਕ ਆ, ਹਾਂਜੀ ਜਸ ਜੰਤੀ ਮੈਂ ਜੀਓ ਸਮਾਨਾ, ਕਹਿੰਦੇ ਜਿਸ ਤਰ੍ਹਾਂ ਜੰਤਰ ਦੇ ਵਿੱਚ ਜਿਹੜਾ ਹੈਗਾ ਆਵਾਜ਼ ਹੈਗੀ ਆ, ਰਾਗ ਹੈਗੇ ਉਹਦੇ ਵਿੱਚ ਨਿਕਲਦੇ ਆ, ਜਦੋਂ ਬੰਦਾ ਵਜਾਉਣ ਵਾਲਾ ਹੱਥ ਚੱਕ ਲੈਂਦਾ ਹੈ ਤੇ ਉਹ ਸਾਰੇ ਰਾਗ ਕਿੱਥੇ ਚਲੇ ਜਾਂਦੇ। ਕਹਿੰਦੇ ਉਸੇ ਤਰੀਕੇ ਦੇ ਨਾਲ ਜਦ ਇਨਸਾਨ ਮਰ ਜਾਂਦਾ ਤੇ ਕਿੱਥੇ ਚਲੇ ਜਾਂਦਾ, ਇਹ ਭੇਤ ਨਹੀਂ ਪਤਾ ਲੱਗਣਾ। ਹਾਂਜੀ ਇਹ ਨਾ ਬਿਲਕੁਲ ਸਹੀ ਕਿਹਾ ਇਹਨਾਂ ਨੇ। ਔਰ ਵੈਸੇ ਵੀ ਇੱਕ ਵਾਰੀ ਪਹਿਲਾਂ ਵੀ ਕਿਸੇ ਨੇ ਕਥਾ ਪਾਤੀ, ਕਹਿੰਦੇ ਬਿੰਬਲ ਨਦੀ ਇੱਥੇ ਅੱਗ ਵਾਲੀ ਨਦੀ ਉੱਥੇ ਲੰਘਣਾ ਪੈਂਦਾ ਵਾ। ਉਹਦੇ ਪਤਾ ਨਹੀਂ ਕਿਹੜੇ ਹੈਗੇ ਸੰਤ ਠਾਕੁਰ ਸਿੰਘ ਜੀ, ਉਹਨਾਂ ਨੇ ਬੱਚਿਆਂ ਦੀ ਜਿਹੜੀ ਗੱਲ ਕਰਤੀ। ਇਹੋ ਜਿਹਾ ਝੂਠ ਨਹੀਂ ਮਾਰਨਾ ਚਾਹੀਦਾ। ਅਜੇ ਤੱਕ ਇਹ ਕਿੱਦਾਂ ਸਰੀਰ ਨਿਕਲਦਾ ਹੈ, ਕਿੱਥੇ ਜਾਂਦਾ ਹੈ ਔਰ ਕੀ ਇਹਦੇ ਨਾਲ ਕਾਰਵਾਈ ਹੁੰਦੀ ਹੈ, ਇਹ ਗੁਪਤ ਹੈ, ਬਹੁਤ ਗੁਪਤ ਹੈ। ਇਹ ਪ੍ਰਮਾਤਮਾ ਦੇ ਹੱਥ 'ਚ ਹੈ। ਇਹਦਾ ਭੇਦ ਨਹੀਂ ਕਿਸੇ ਨੂੰ ਪਤਾ ਲੱਗਣਾ ਤੇ ਨਾ ਹੀ ਕੋਈ ਲੁਕਾ ਸਕਦਾ। ਇਹ ਬਹੁਤ ਉੱਚੀ ਗੱਲ ਹੈ। ਪਰ ਵੈਸੇ ਵੀ ਸਾਡੀ ਇੰਨੀ ਹੈਸੀਅਤ ਨਹੀਂ ਹੈਗੀ ਇੰਨਾ ਗਹਿਰਾ ਗਿਆਨ ਪ੍ਰਾਪਤ ਕਰ ਲਈਏ। ਸਾਡਾ ਤੇ ਇੰਨਾ ਹੀ ਫਰਜ਼ ਬਣਦਾ ਕਿ ਥੋੜਾ ਜਿਹਾ ਆਪਣਾ ਹੀ ਖਲਾਰਾ ਸਮੇਟ ਲਈਏ, ਜ਼ਿਆਦਾ ਨਾ ਉਲਝੀਏ। ਔਰ ਕਈਆਂ ਨੇ ਲਿਖਣ ਦੀ ਵੀ ਕੋਸ਼ਿਸ਼ ਕੀਤੀ ਹੈ, ਨਹੀਂ ਅੰਦਾਜ਼ੇ ਆ। ਅੰਦਾਜ਼ੇ ਕੀ ਲਾਵਾਂਗੇ, ਸਾਡੀ ਬੁੱਧੀ ਦਾ ਕੀ ਅੰਦਾਜ਼ਾ ਹੈ? ਅਸੀਂ ਦੱਸ ਸਕਦੇ ਹਾਂ ਅੰਬ ਕਿੱਥੇ ਆ ਜੜ੍ਹਾਂ ਦੇ ਵਿੱਚ, ਦੱਸੋ ਮੈਨੂੰ। ਹੈਗਾ ਜੀ, ਆਪ ਜਸਟ ਸੋਚੋ ਅੰਬ ਦੀਆਂ ਜੜ੍ਹਾਂ 'ਚ ਅੰਬ ਹੈਗਾ ਜੀ, ਪਰ ਕਿੱਥੇ ਦਿਖਦਾ? ਫੁੱਲ ਦੀਆਂ ਜੜ੍ਹਾਂ 'ਚ ਫੁੱਲ ਹੈਗੇ ਨੇ, ਦਿਖਦੇ ਆਪਾਂ ਨੂੰ? ਪ੍ਰਗਟ ਹੁੰਦੇ ਬਸ ਇਹਨੇ ਪਏ ਆਪਾਂ ਤੋਂ ਪ੍ਰਗਟ ਹੁੰਦੇ। ਉਹ ਕਿੱਦਾਂ ਹੁੰਦੇ ਆ, ਉਹ ਤੇ ਪਰਮਾਤਮਾ ਨੇ ਇੱਕ ਕਲਾਕਾਰੀ ਇੱਕ ਐਸਾ ਚੀਜ਼ ਬਣਾਈ ਆ, ਉਹ ਜਾਣਦਾ। ਇਹ ਕੀੜੀਆਂ ਕੁੜੀਆਂ ਤੇ ਕਿੱਦਾਂ ਸੈਟਿੰਗ ਕੀਤੀ ਆ, ਕਿੱਦਾਂ ਉਹ ਇੱਕ ਪ੍ਰਕਿਰਤੀ ਦੇ ਰਾਹੀਂ ਉਹ ਕਾਰਜ ਕਰਦੀ ਹੈ ਸ਼ਕਤੀ। ਉਸੇ ਹੀ ਤਰ੍ਹਾਂ ਕਹਿੰਦੇ ਕਿ ਜਿੱਦਾਂ ਇੱਕ ਜੀਵ ਹੈ, ਹਵਾ ਵੱਜਦੀ ਹੈ ਤੇ ਉਹ ਬੁੱਝ ਜਾਂਦਾ ਹੈ, ਪਤਾ ਨਹੀਂ ਲੱਗਦਾ ਕਿੱਧਰ ਚੜ ਗਿਆ, ਭੌਰ ਉੱਡ ਗਿਆ। ਜਿੱਦਾਂ ਇੱਕ ਇੰਸਟਰੂਮੈਂਟ ਦੇ ਵਿੱਚ ਮਿਊਜ਼ਿਕ ਦੀ ਆਵਾਜ਼ ਆਉਂਦੀ ਆ, ਜਦੋਂ ਫੂਕ ਮਾਰਨੀ ਬੰਦ ਕਰਦੀ ਹੈ ਤਾਂ ਬੰਦ ਹੋ ਜਾਂਦਾ ਹੈ। ਹੁਣ ਸੰਗੀਤ ਕਿੱਧਰ ਗਿਆ ਕੋਈ ਪਤਾ ਨਹੀਂ। ਹਾਂਜੀ ਨਿਜਰ ਸਾਹਿਬ ਅਗਲੀ ਤੋਂ। ਹੁਣ ਕਹਿੰਦੇ ਜਿਸ ਤਰੀਕੇ ਦੇ ਨਾਲ ਦੇਖੋ ਹੰਸਾ ਸਰਵਰ ਕਾਲ ਸਰੀਰ, ਕਹਿੰਦੇ ਹੰਸ ਜਿਹੜੇ ਹੈਗੇ ਸਰੋਵਰ ਦੇ ਨੇੜੇ ਹੁੰਦੇ। ਹੰਸ ਸਰੋਵਰ ਦੇ ਨੇੜੇ ਹੋਣਗੇ ਤੇ ਕਾਲ ਜਿਹੜਾ ਸਰੀਰ ਦੇ ਨੇੜੇ ਹੁੰਦਾ। ਜਿੰਨੇ ਵੀ ਸਰੀਰ ਹੈਗੇ, ਜਿੰਨੇ ਵੀ ਆਕਾਰ ਹੈਗੇ, ਉਹਨਾਂ ਦੇ ਨੇੜੇ ਕਾਲ ਹੈਗਾ ਭਾਈ। ਅਰਥਾਤ ਸਮਾਂ ਤੇਰੇ ਕੋਲ ਥੋੜਾ ਹੈਗਾ ਔਰ ਇਹ ਵੀ ਨਹੀਂ ਪਤਾ ਕਿ ਕਦੋਂ ਤੇਰਾ ਕਾਲ ਆ ਜਾਣਾ ਹੈ। ਕੋਈ ਪਤਾ ਨਹੀਂ, ਇਹ ਭੇਤ ਨਹੀਂ ਪਤਾ, ਕਿਸੇ ਨੂੰ ਨਹੀਂ ਪਤਾ ਇਹ ਭੇਤ। ਇਸ ਕਰਕੇ ਭਾਈ ਜਿਹੜਾ ਮੇਨ ਕੰਮ, ਜਿਹੜਾ ਆਪਣਾ ਕੰਮ ਕਰਨਾ ਆ, ਹੇ ਕਬੀਰ ਰਾਮ ਰਸਾਇਣ ਪੀਓ ਰੇ ਕਬੀਰ, ਅਵੇਸਲਾ ਨਾ ਹੋ ਭਾਈ। ਹੇ ਮੇਰੇ ਮਨਾ, ਕਬੀਰ ਦਾ ਕਹਿਣ ਦਾ ਮਤਲਬ ਆਖਰੀ ਕਹਿ ਰਹੇ, ਐਡਰੈਸ ਕਰ ਰਹੇ ਕਬੀਰ ਜੀ ਆਪਣੇ ਆਪ ਨੂੰ, ਹੇ ਮੇਰੇ ਮਨਾ ਅਵੇਸਲਾ ਨਾ ਹੋ। ਔਰ ਇਹ ਜਿਹੜਾ ਜਿੰਨੀ ਜਲਦੀ ਹੋ ਸਕਦਾ ਹੈ ਆਪਣਾ ਜਿਹੜਾ ਹੈਗਾ ਆ ਰਾਮ ਰਸਾਇਣ ਅੰਮ੍ਰਿਤ ਰਸ ਧਿਆਨ ਸਿਮਰਨ ਕਰਕੇ ਇਸ ਜਗ੍ਹਾ ਤੇ ਪਹੁੰਚ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੱਥਰ ਹੈਗੇ ਇਹਨਾਂ ਨੂੰ ਹਟਾ ਤੇ ਝਰਨਾ ਫੁੱਟੇ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਉਹਨਾਂ ਨੇ ਸਹੀ ਕਿਹਾ। ਕਹਿੰਦੇ ਜਿਹੜੇ ਹੰਸ ਹੁੰਦੇ ਆ ਉਹ ਸਰੋਵਰ ਦੇ ਲਾਗੇ ਰਹਿੰਦੇ ਆ, ਉਹ ਜਲ ਦੇ ਸਰੋਤ ਦੇ ਲਾਗੇ ਰਹਿੰਦੇ ਆ। ਉਸੇ ਹੀ ਤਰ੍ਹਾਂ ਕਹਿੰਦੇ ਕਿ ਜੀਵ ਦੇ ਲਾਗੇ ਜਿਹੜਾ ਕਾਲ ਹੈਗਾ ਹੈ ਤੇ ਆਪਣੇ ਅੰਦਰ ਕੁਛ ਵੀ ਨਹੀਂ ਹੈ। ਦੇਖਿਆ ਜਾਵੇ ਤੇ ਕੋਈ ਪੱਕਾ ਗਰੰਟੀ ਥੋੜੀ ਹੈਗੀ ਹੈ। ਹੁਣ ਜਿੱਦਾਂ ਮਨਿਆਦ ਹੁੰਦੀ, ਬੈਟਰੀ ਲੈ ਆਈ ਦੀ ਆ, ਉਹ ਬੈਟਰੀ ਦੀ ਕੋਈ ਸਾਲ 2 ਸਾਲ ਕੋਈ 4 ਸਾਲ ਕੋਈ 5 ਸਾਲ ਤੱਕ ਮਨਿਆਦ ਹੁੰਦੀ ਹੈ। ਉਸੇ ਤਰ੍ਹਾਂ ਇਹ ਸਰੀਰ ਦੀ ਕੋਈ ਪੱਕੀ ਮਨਿਆਦ ਨਹੀਂ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਹਮ ਆਦਮੀ ਹਾਂ ਇੱਕਦਮ
ਕਹਿਣ ਤੋਂ ਭਾਵ ਕਿ ਹਾਂ ਹਾਂਜੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਪਰਣੋ ਵੈ ਤਿਸੇ ਸਰੇਵੋ ਜਾ ਕੇ ਜੀ ਭਰਾਣਾ। ਤੇ ਉਹ ਕਹਿੰਦੇ ਕਿ ਆਮ ਆਦਮੀ ਹੈ ਇੱਕਦਮ ਹੀ, ਤੇ ਮੈਂ ਇਹ ਨਹੀਂ ਸੋਚਦਾ ਕਿ ਭਗਤੀ ਕਰਾਂਗਾ 10 ਸਾਲਾਂ ਜਾਂ 20 ਸਾਲਾਂ ਬਾਅਦ। ਜਦ ਕਿ ਮਨ ਏਦਾਂ ਹੀ ਕਹਿੰਦਾ, ਮਨ ਪਹਿਲਾਂ ਕਹਿੰਦਾ ਕਿ ਕੋਈ ਨਹੀਂ, ਹੁਣ ਤੇ ਪੜ੍ਹਾਈ ਕਰ ਲਾ, ਜਦੋਂ ਨੌਕਰੀ ਕਰਾਂਗੇ ਉਦੋਂ ਬੰਦਗੀ ਕਰਾਂਗੇ, ਫਿਰ ਨੌਕਰੀ ਮਿਲ ਜਾਂਦੀ ਹੈ। ਕਹਿੰਦਾ ਛੱਡ ਕਰਾ, ਨੌਕਰੀ ਤੇ ਨਹੀਂ ਹੋਣੀ, ਹੁਣ ਵਿਆਹ, ਬੱਚੇ ਵੱਡੇ ਹੋ ਲੈਣ ਦੇ, ਵਿਆਹ ਕਰਾਉਣਾ, ਵਿਆਹ ਤੋਂ ਬਾਅਦ ਕਰਾਂਗੇ। ਚਲੋ ਬੱਚੇ ਹੋ ਗਏ ਵੱਡੇ, ਫਿਰ ਉਹ ਕਹਿੰਦਾ ਕਿ ਬੱਚੇ ਵੀ ਵੱਡੇ ਹੋ ਗਏ, ਕੋਈ ਨਹੀਂ, ਹੁਣ ਇਹਨਾਂ ਦੇ ਬੱਚੇ ਹੋ ਜਾਣ ਫਿਰ ਬੰਦਗੀ ਕਰੂੰ। ਕਰਦਾ 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 ਨਾ ਜਦੋਂ ਮੂੰਹ 'ਚ ਦੰਦ ਨਹੀਂ ਰਹਿ ਜਾਂਦੇ, ਉਹ ਵਾਹਿਗੁਰੂ ਕਹਿੰਦਾ ਤੇ ਨਿਕਲਦਾ ਕੁਝ ਹੋ ਰਿਹਾ, ਉਦੋਂ ਫਿਰ ਉਹ ਬੰਦਗੀ ਕਰੂਗਾ ਵੀ। ਉਦੋਂ ਮਨ ਹੀ ਬੜਾ ਚੰਚਲ ਹੋ ਗਿਆ ਵਾ, ਸਾਰਾ ਕੁਝ ਨਸ਼ਟ ਕਰ ਲਿਆ। ਫਿਰ ਸਮਾਂ ਲੰਘ ਜਾਂਦਾ ਹੈ। ਕਹਿੰਦੇ ਇਸ ਤੋਂ ਪਹਿਲਾਂ ਇਹ ਕਬੀਰ ਕਿ ਮਤਲਬ ਤੂੰ ਆਪਣੇ ਜੀਵਨ ਨੂੰ ਵੇਖ ਕੇ ਇਹ ਤੇ ਛੱਡ ਦੇ ਕਿ ਪਿਛਲਾ ਤੇਰਾ ਜੀਵਨ ਕਿੱਦਾਂ ਲੰਘਿਆ, ਪਰ ਜਿਹੜਾ ਸਮਾਂ ਤੇਰੇ ਕੋਲ ਕੰਮ ਹੈਗਾ ਇਹਨੂੰ ਸਾਂਭ, ਕਿਉਂਕਿ ਇੱਥੇ ਇਹ ਬਿਰਥਾ ਨਾ ਚੱਲ ਜੇ, ਖਾਲੀ ਨਾ ਚੱਲ ਜੇ। ਕਹਿਣ ਤੋਂ ਭਾਵ ਕਿ ਦਿਨ ਦੇ ਵਿੱਚੋਂ ਕੁਝ ਸਮਾਂ ਆਪਣੇ ਆਪ ਨੂੰ ਦੇ, ਬਾਕੀ ਤੂੰ ਕੰਮ ਕਰ, ਪਰ 24 ਘੰਟਿਆਂ 'ਚ ਦਸਵੰਧ ਕੱਢ ਲਾ। ਕੁਝ ਸਮਾਂ 5-10 ਮਿੰਟ, 20 ਮਿੰਟ, 25 ਮਿੰਟ, 30 ਮਿੰਟ, 40 ਮਿੰਟ, 50 ਮਿੰਟ, ਡਜ਼ਨਟ ਮੈਟਰ, ਪਰ ਆਪਣੇ ਆਪ ਨੂੰ ਸਮਾਂ ਦੇ। ਇਹ ਨਾ ਹੋਵੇ ਕਿ ਤੇਰਾ ਪਟਾਖਾ ਪੈ ਜੇ ਔਰ ਤੇਰੇ ਪੱਲੇ ਕੁਝ ਵੀ ਨਾ ਹੋਵੇ, ਕਿਉਂਕਿ ਅਗਲਾ ਸਫ਼ਰ ਬੜਾ ਲੰਬਾ ਹੀ, ਤੈਨੂੰ ਪਤਾ ਕੋਈ ਨਹੀਂ ਹੋ, ਉਸ ਲਈ ਕੁਛ ਨਾ ਕੁਛ ਨਾਲ ਲੈ ਜਾਵੀਂ, ਕਿਉਂਕਿ ਉੱਥੇ ਮੁਸ਼ਕਿਲ ਹੋ ਜਾਣੀ, ਉੱਥੇ ਬਹੁਤ ਮੁਸ਼ਕਿਲ ਹੋ ਜਾਏਗੀ। ਇਸੇ ਲਈ ਦੇਖੋਗੇ ਜਦੋਂ ਬੰਦਾ ਮਰਦਾ ਹੈ ਨਾ, ਉਹਦਾ ਚਿਹਰਾ ਜ਼ਰੂਰ ਦੇਖਣਾ, ਬਹੁਤ ਮਾਯੂਸ ਹੋ ਕੇ ਮਰਦਾ। ਜੋ ਨੇ ਜਿਨ੍ਹਾਂ ਲਈ ਕੀਤਾ ਹੁੰਦਾ ਤਾਂ ਉੱਥੇ ਕੁਝ ਕਦਰ ਹੀ ਨਹੀਂ ਪਈ ਹੁੰਦੀ। ਫਿਰ ਹਾਰ ਕੇ ਫਿਰ ਸੋਚਦਾ ਹੈ ਕਿ ਮਨਾ ਹੀ ਕੀ ਕੀਤਾ, ਮੈਂ ਕਿਹਨਾਂ ਲਈ ਕੀ ਕਰਦਾ ਰਿਹਾ, ਕਿੰਨੇ ਪੰਗੇ ਚੰਗੇ ਲੈ, ਇੱਥੇ ਕਦਰ ਕੋਈ ਨਹੀਂ। ਇਹ ਤੇ ਇਨਸਾਨ ਦੀ ਫਿਤਰਤ ਹੈਗੀ, ਅਹਿਸਾਨ ਪਰਾਮੋਸ਼ ਹੈ। ਤੁਸੀਂ ਇਹਨੂੰ ਜਿੰਨਾ ਮਰਜ਼ੀ ਪਿਆਰ ਕਰੋਗੇ, ਇਹਨੇ ਇੱਕ ਸਮਾਂ ਆਉਣਾ, ਇਹਨੇ ਆਪਣਾ ਰੂਪ ਦਿਖਾਉਣਾ। ਤੇ ਉਸਦੀ ਕਹਿੰਦੇ ਮਾਇਆ ਹੈਗੀ ਹੈ। ਇਹ ਨਹੀਂ ਹੁੰਦੀ ਕਿ ਮਾਇਆ ਜਿਹੜੀ ਹੈ ਤੁਹਾਨੂੰ ਜ਼ਬਰਦਸਤੀ ਥੋੜੀ ਬੰਨਣਾ ਚਾਹੁੰਦੀ, ਉਹ ਤਾਂ ਕੁਦਰਤ ਗ੍ਰੰਥਾਂ 'ਚ ਲਿਖਿਆ ਕਿ ਬਈ ਤੂੰ ਇਹ ਨਾ ਵੇਖ ਕੇ ਤੂੰ ਇਹ ਦਲਦਲ ਹੈਗੀ ਆ, ਪਰ ਕਮਲ ਦੇ ਫੁੱਲ ਨੂੰ ਉੱਚਾ ਰਵੀਂ, ਇਹ ਨਾ ਹੋਵੇ ਕਿ ਤੂੰ ਵੀ ਗਰਕ ਜਾਵੀਂ, ਤੂੰ ਡੁੱਬ ਜਾਵੀਂ। ਠੀਕ ਹੈ ਨਾ ਜੀ ਸਰ। ਅਗਲਾ ਸ਼ਬਦ ਹੈਗਾ ਜੀ ਗੌੜੀ ਕਬੀਰ ਜੀ, ਜੋਤ ਕੀ ਜਾਤ, ਜਾਤ ਕੀ ਜੋਤੀ। ਕਹਿੰਦੇ ਸਾਰੇ ਜੀਵ ਜਿਹੜੇ ਹੈਗੇ, ਸਾਰੇ ਦੇ ਸਾਰੇ ਉਸ ਮਾਲਕ ਪਰਮਾਤਮਾ ਉਹਦੀ ਜੋਤ ਤੋਂ ਸਾਰੀਆਂ ਜਾਤਾਂ ਜਿਹੜੀਆਂ ਹੈਗੀਆਂ ਪੈਦਾ ਹੋਈਆਂ। ਸਾਰੇ ਜੀਵ ਜਿਹੜੇ ਆ ਮਾਲਕ ਤੋਂ ਪੈਦਾ ਹੋਏ, ਔਰ ਆਪਣਾ ਜਿਹੜਾ ਹੈਗਾ ਕੰਸੀਡਰੇਸ਼ਨ ਜਿਹੜਾ ਹੈਗਾ ਉਹ ਹੈਗਾ ਆਪਣੇ ਮਨੁੱਖ ਦਾ, ਮਨੁੱਖ ਦੀ ਗੱਲ ਹੋ ਰਹੀ ਹੈ। ਕਹਿੰਦੇ ਜਿਹੜੀ ਹੈਗੀ ਆ ਪਰਮਾਤਮਾ ਤੋਂ ਤੈਨੂੰ ਸਰੀਰ ਮਿਲਿਆ ਹੈ, ਜਾਤ ਕੀ ਜੋਤੀ। ਹੁਣ ਤੈਨੂੰ ਇਹ ਸਰੀਰ ਮਿਲ ਗਿਆ, ਮਨੁੱਖਾ ਸਰੀਰ ਮਿਲ ਗਿਆ, ਹੁਣ ਇਸ ਦੇ ਨਾਲ ਕੀ ਹੋਣਾ ਆ, ਇਸ ਦਾ ਗਾਹਾਂ ਕੀ ਕਰਨਾ ਹੈ ਸਰੀਰ ਦਾ। ਜੋਤ ਤੋਂ ਜਾਤ ਮਿਲ ਗਈ ਤੈਨੂੰ, ਹੁਣ ਜਾਤ ਨੇ ਕੀ ਕਰਨਾ ਆ, ਹੁਣ ਜਿਹੜਾ ਹੈਗਾ ਇਸ ਸਰੀਰ ਤੋਂ ਗਾਹਾਂ ਕੀ ਕਰਨਾ ਹੈ, ਸਰੀਰ ਦਾ ਕੀ ਕਰਨਾ ਹੈ। ਜੋ ਮਾਲਕ ਨੇ ਦੁਨੀਆ 'ਚ ਭੇਜਿਆ ਹੈ ਤੇ ਕਰਨਾ ਕੀ ਹੈ ਇਹਦਾ, ਆ ਸੰਸਾਰ ਦੇ ਵਿੱਚ ਭੇਜਿਆ ਹੈ ਤੇ ਹੁਣ ਮੈਂ ਕਰਨਾ ਕੀ ਹੈਗਾ। ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ। ਯਾਦ ਰੱਖ ਲਾ ਮਿੱਤਰਾ, ਇਹ ਸਰੀਰ ਦੇ ਨਾਲ ਦੋ ਕੰਮ ਕਰ ਸਕਦਾ ਹੈ, ਜਾਂ ਤਾਂ ਕੱਚ ਲੈ ਸਕਦਾ ਹੈ, ਜਾਂ ਜਿਹੜਾ ਹੈ ਅੰਮ੍ਰਿਤ ਲੈ ਸਕਦਾ ਹੈ। ਦੋ ਫਲ ਲੈ ਸਕਦਾ ਹੈ, ਭਾਵੇਂ ਇੱਕ ਮੋਤੀ ਲੈ ਸਕਦਾ ਹੈ, ਜਾਂ ਕੱਚ ਲੈ ਸਕਦਾ ਹੈ, ਜਾਂ ਹੀਰਾ ਲੈ ਸਕਦਾ ਹੈ, ਜਾਂ ਜਿਹੜਾ ਹੈਗਾ ਪੱਥਰ ਲੈ ਸਕਦਾ ਹੈ। ਦੋ ਫਲ ਲੱਗਣੇ ਆ, ਦੋਨਾਂ ਚੋਂ ਕਿਹੜਾ ਮਰਜ਼ੀ ਤੋੜ ਸਕਦਾ ਆ। ਇਹ ਸਰੀਰ ਦਾ ਇਹ ਕੰਮ ਹੈਗਾ। ਹੁਣ ਤੇਰੀ ਆਪਣੀ ਖੁਸ਼ੀ ਹੈਗੀ, ਤੂੰ ਕਿੱਧਰਲੇ ਪਾਸੇ ਕਿਹੜੇ ਫਲ ਨੂੰ ਜਾਣਾ ਹੈਗਾ। ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ। ਹਾਂਜੀ ਗੋਰਖ ਸਾਹਿਬ। ਹਾਂਜੀ, ਤੇ ਹੁਣ ਕਬੀਰ ਜੀ ਨੂੰ ਇਹ ਸਮਝਾਉਣਾ ਕਰ ਰਹੇ ਨੇ ਕਿ ਹੈ ਤੇ ਪ੍ਰਮਾਤਮਾ ਦੀ ਸਾਰੀ ਸ੍ਰਿਸ਼ਟੀ ਆ, ਹਾਂ, ਬਣਾਈ ਉਹਨੇ ਆ ਸਾਰੀ। ਹੁਣ ਇੱਥੇ ਇਹ ਜਿਹੜੀ ਸ੍ਰਿਸ਼ਟੀ ਨੂੰ ਦੋ ਫਲ ਲੱਗੇ ਨੇ, ਇੱਕ ਕੱਚ ਆ ਜਿਹਨੇ ਬਿੰਦ ਸਜਾਣਾ, ਇੱਕ ਮੋਤੀ ਆ। ਮੋਤੀ ਦੇ ਭਾਵ ਕਿ ਜਿਹੜਾ ਜਿਹਦੇ ਨਾਲ ਸਾਡਾ ਮੁੱਖ ਉਜਲਾ ਹੋਣਾ ਹੈ। ਉਜਲਾ ਕਿੱਥੋਂ ਹੋਊਗਾ ਦੱਸੋ ਮੈਨੂੰ, ਪੈਸੇ ਨਾਲ ਤਾਂ ਉਜਲਾ ਹੋਣਾ ਨਹੀਂ। ਇਹ ਤਾਂ ਤੁਹਾਡੇ ਚੰਗੇ ਗੁਣਾਂ ਦੇ ਨਾਲ ਹੀ ਸਾਡਾ ਮੁੱਖ ਜਿਹੜਾ ਉਜਲਾ ਹੋਣਾ ਹੈ। ਜਦੋਂ ਤੁਸੀਂ ਚੰਗਿਆਈ ਧਾਰੋਗੇ, ਜੀਵਨ ਚ ਚੰਗਿਆਈ ਲੈ ਆਓਗੇ ਤੇ ਮੁੱਖ ਉਜਲੇ। ਪਰ ਇਹ ਗੱਲ ਹੈਗੀ ਬਾਣੀ ਕਹਿੰਦੀ ਉਹ ਘਾਲਣੀ ਪੈਣੀ, ਉਹ ਮੁੱਖ ਗੱਲਾਂ ਬਾਤੀ ਉਜਲਾ ਨਹੀਂ ਹੋਣਾ।
ਗੱਲੀ ਅਸੀਂ ਚੰਗੀਆਂ ਆਚਾਰੀ ਆਚਾਰੀ ਬੁਰੀਆਂ, ਤੇ ਫਿਰ ਉਹ ਮੁੱਖ ਕਿੱਦਾਂ ਉਜਲਾ ਹੋਊਗਾ? ਉਹਦੇ ਲਈ ਤੇ ਉਹ ਭਗਤੀ ਕਰਨੀ ਪਊਗੀ। ਆਚਾਰ ਲੈਣੇ ਚੱਜ ਆਚਾਰ ਉਹ ਬਿਨਾਂ ਭਗਤੀ ਤੋਂ ਪ੍ਰਗਟ ਨਹੀਂ ਹੋਣਾ। ਆਪਾਂ ਜਿੱਥੇ ਮਰਜ਼ੀ ਭੱਜ ਕੇ ਵੇਖ ਲਈ, ਜਿੱਥੇ ਮਰਜ਼ੀ ਚੱਲ ਜੀਏ, ਇਹਦਾ ਮਾਰਗ ਆ, ਇਹ ਮਾਰਗ ਹੈਗਾ ਬੜਾ ਸਲੋ ਮਾਰਗ। ਤੁਸੀਂ ਆਪਾਂ ਜਸਟ ਸੋਚੋ, ਇੱਕ ਛੋਟੀ ਜਿਹੀ ਗੱਲ ਲਈਏ, 365 ਦਿਨ ਹੁੰਦੇ ਸਾਲ ਦੇ ਵਿੱਚ। ਜੇ ਆਪਾਂ 1 ਘੰਟਾ ਵੀ ਰੋਜ਼ ਦੀ ਬੰਦਗੀ ਕਰੀਏ ਤੇ ਕਿੰਨੇ 365 ਦਿਨ ਘੰਟੇ ਹੋ ਗਏ? ਤੁਸੀਂ ਹਿਸਾਬ ਲਾ ਲਓ। 365 ਨੂੰ ਲਾ ਲਓ ਤੇ ਉਹ ਕਿੰਨਾ 1 ਮਹੀਨੇ ਦੀ ਸਾਡੀ ਸਾਧਨਾ ਬਣਦੀ, 1 ਮਹੀਨੇ ਤੋਂ ਵੀ ਘੱਟ ਬਣਦੀ ਹੈ ਸਾਡੀ, 15 ਕੁ ਦਿਨ ਦੀ ਬਣਦੀ। ਕਿੰਨੇ ਜੀ ਸਾਹਿਬ? 24 ਘੰਟੇ ਹੁੰਦੇ ਨੇ। ਆਹ 10 ਦਿਨ ਦੀ 10 ਦਿਨ ਲਾ ਲਓ, 10 ਦਿਨਾਂ ਚ ਹੋ ਗਏ ਸਾਡੇ 240, ਤੇ ਉਹ ਤੁਸੀਂ ਲਾ ਲਓ ਕਿੰਨੇ ਕੁ ਦਿਨ ਬਣਦੇ? 365 ਦਿਨ ਬਣਦੇ, 15 ਕੁ ਦਿਨ ਦੀ ਭਗਤੀ ਬਣਦੀ। ਆਪ ਜਸਟ ਸੋਚੋ ਜੀ 1 ਘੰਟਾ ਰੋਜ਼ ਚੱਲਣਾ, ਤੇ ਜੇ ਆਪਾਂ ਇੰਨਾ ਥੋੜਾ ਜਿਹਾ ਸਮਾਂ ਵੀ ਨਹੀਂ ਕੱਢ ਸਕਦੇ ਤੇ ਕੀ ਅਸੀਂ ਆਸ ਰੱਖਦੇ ਹਾਂ ਉਚਾਈ ਪ੍ਰਾਪਤ ਕਰਨ ਦੀ? ਇਹ ਜੀਵਨ ਦੀ ਸਭ ਤੋਂ ਵੱਡੀ ਗੇਮ ਹੈ। ਰਾਤ ਨੂੰ ਜਦੋਂ ਆਪਾਂ ਸੌਂਦੇ ਹਾਂ, ਉਸ ਟਾਈਮ ਤੇ ਤੁਹਾਡੇ ਚਿਹਰੇ ਤੇ ਖੁਸ਼ੀ ਹੋਣੀ ਚਾਹੀਦੀ ਆ ਕਿ ਹਾਂ ਮੈਂ ਆਪਣੇ ਜੀਵਨ ਦਾ ਕੁਛ ਜਿਹੜਾ ਮੇਰਾ ਅਨਮੋਲ ਆ ਹਿੱਸਾ, ਜਿੱਥੇ ਮੈਂ ਮੋਤੀ ਚੁਗਣੀ ਕੀਤੇ ਆ। ਮੈਂ 24 ਘੰਟੇ ਮੇਰੇ ਕੋਲ ਹੈਗੇ ਸੀ, ਉਸ ਤੋਂ ਮੈਂ ਬਾਕੀ ਜੋ ਮਰਜ਼ੀ ਕੱਚ ਕੁਝ ਇਕੱਠਾ ਕਰਦਾ ਰਿਹਾ, ਪਰ 1 ਘੰਟਾ ਮੈਂ ਜਿਹੜੇ ਮੋਤੀ ਲਏ ਨੇ, ਔਰ ਜੀਵਨ ਦੇ ਵਿੱਚ ਮੈਂ ਕੁਛ ਏਦਾਂ ਦਾ ਵੀ ਕੀਤਾ ਹੈ ਜਿਹਦੇ ਬਦਲੇ ਮੈਨੂੰ ਕੁਛ ਮਿਲਿਆ ਨਹੀਂ। ਮਤਲਬ ਕੋਈ ਕਰਮ ਕੀਤਾ, ਉਹਨੂੰ ਨਿਸ਼ਕਾਮ ਸੇਵਾ ਕਹਿੰਦੇ ਆਪਾਂ, ਧਾਰਮਿਕ ਗ੍ਰੰਥਾਂ ਦੇ ਵਿੱਚ ਨਿਸ਼ਕਾਮ ਸੇਵਾ ਕਹਿੰਦੇ ਉਹਨੂੰ। ਕੁਛ ਮੈਂ ਕੀਤਾ ਵਾ, ਔਰ ਉਹ ਜਿਹੜਾ ਮੈਂ ਕੀਤਾ ਵਾ ਕਿਸੇ ਨੇ ਨਹੀਂ ਵੇਖਿਆ, ਕਿਸੇ ਨੂੰ ਨਹੀਂ ਪਤਾ, ਪਰ ਪ੍ਰਮਾਤਮਾ ਨੂੰ ਪਤਾ, ਉਹ ਵਹਿੰਦਾ ਜੀ। ਇਸ ਕਰਕੇ ਲੋਕੀ ਵਹਿੰਦੇ ਆ ਨਾ, ਉਹ ਏਡਾ ਮਹੱਤਵਪੂਰਨ ਨਹੀਂ ਹੈਗਾ, ਉਹਦੀ ਵੈਲਿਊ ਕੋਈ ਨਹੀਂ। ਉਹ ਮੈਂ ਵੇਖ ਲਿਆ ਤੇ ਕੀ ਵੈਲਿਊ ਉਹਦੀ? ਕੋਈ ਕੀਮਤ ਸੀ? ਕੋਈ ਕੀਮਤ ਕੀ? ਮੈਂ ਕਹਿ ਲੂੰਗਾ ਤੁਹਾਨੂੰ, ਮੈਂ ਕਹਿ ਦੂੰਗਾ ਬੜਾ ਵੱਡੇ ਸੀ ਸੇਵਕ, ਪਰ ਜਦੋਂ ਬੰਦਾ ਨਹੀਂ ਵਹਿੰਦਾ ਤੇ ਪ੍ਰਮਾਤਮਾ ਵਹਿੰਦਾ। ਜਦੋਂ ਪ੍ਰਮਾਤਮਾ ਵਹਿੰਦਾ, ਤੁਸੀਂ ਕੋਈ ਚੰਗੇ ਮਾਰਗ ਤੇ ਚੱਲ ਰਹੀ ਹੋ, ਕੋਈ ਚੰਗਾ ਕਰਮ ਕਰਦਾ ਤੇ ਪ੍ਰਮਾਤਮਾ ਜਦੋਂ ਵਹਿੰਦਾ ਤੇ ਬਹੁਤ ਵੱਡੀ ਗੱਲ ਇਹਨੇ ਜਿੱਤਾ ਉਹ ਗੱਲ ਜਿਹੜੀ ਆ ਉਹ ਮੋਤੀ ਹੈ ਜੀਵਨ ਦੇ ਵਿੱਚ। ਮੋਤੀ ਜ਼ਰੂਰ ਕੱਟਿਆ ਕਰ, ਠੀਕ ਹੈ ਨਾ ਜੱਸਾ? ਪਰ ਜਦੋਂ ਆਪਾਂ ਬੰਦਗੀ ਕਰਦੇ ਹਾਂ ਤੇ ਉਹ ਵੀ ਪੜਦੇ ਚ ਬਹਿ ਕੇ ਆਪਾਂ ਅੰਤਰ ਕਰਨ ਚ ਆਪਣੇ ਮਨ ਦੇ ਧਿਆਨ ਦੇ ਕਰਕੇ ਆਪਣੇ ਅੰਦਰ ਵਹਿੰਦੇ ਹਾਂ, ਉਹਦੀ ਜ਼ਿੰਦਗੀ ਕਰਦੇ ਹਾਂ, ਉਹਦੇ ਚਰਨਾਂ ਚ ਆਪਣੀ ਕੁਰਸੀ ਕਾਗਰ ਕਰਦੇ ਹਾਂ। ਇਹ ਵੀ ਮੋਤੀ ਹੀ ਹੈ। ਹਾਂਜੀ ਨਾ ਜੱਸਾ? ਹੁਣ ਕਬੀਰ ਸਾਹਿਬ ਕਹਿੰਦੇ, ਦੇਖ ਕਵਨ ਸੋ ਕਰ ਜੋ ਨਿਰਭਉ ਕਹੀਏ, ਭਉ ਭਜ ਜਾਏ ਅਭੈ ਹੋ ਰਹੀਏ ਰਹਾਓ। ਕਹਿੰਦੇ ਆਹ ਸੋਚ ਬਈ ਨਿਰਭਉ ਕਿਹੜਾ ਘਰ ਹੈ ਜਿਹੜਾ ਨਿਰਭਉ ਹੈਗਾ? ਕਿਵੇਂ ਮੈਂ ਨਿਰਭਉ ਹੋ ਸਕਦਾ ਹਾਂ? ਮਾਇਆ ਜਿਹੜੀ ਹੈ, ਜਿਹੜਾ ਭੈ ਪਾਇਆ, ਜਿਹੜਾ ਹਨੇਰਾ ਪਾਇਆ ਮਾਲਕ ਪਰਮਾਤਮਾ ਨੇ, ਕਹਿੰਦੇ ਇਸ ਹਨੇਰੇ ਚੋਂ ਮੈਂ ਕਿਵੇਂ ਪ੍ਰਕਾਸ਼ ਚ ਆ ਸਕਦਾ? ਕਿਵੇਂ ਮੈਂ ਜਿਹੜਾ ਹੈਗਾ ਮੇਰੀ ਸੁਰਤ ਆਤਮਾ ਦੇ ਵਿੱਚ ਲੀਨ ਹੋ ਸਕਦੀ ਹੈ? ਕਵਨ ਸੋ ਕਰ ਜੋ ਨਿਰਭਉ ਕਹੀਏ, ਭਉ ਭਜ ਜਾਏ ਅਭੈ ਹੋਏ ਰਹੀਏ। ਕਹਿੰਦੇ ਮੇਰਾ ਡਰ ਖਤਮ ਹੋ ਜਾਏ। ਇਹ ਜਿਹੜਾ ਮਾਇਆ ਹੈਗੀ, ਜਿਹਨੂੰ ਮੈਂ ਜਿਹੜਾ ਹੈਗਾ, ਇਹ ਮੇਰਾ ਭਰਮ ਜਿਹੜਾ ਹੈਗਾ, ਇਹ ਭਰਮ ਇਹ ਖਤਮ ਹੋ ਜਾਏ, ਔਰ ਮੈਂ ਜਿਹੜਾ ਨਿਰਭੈ ਹੋ ਜਾਵਾਂ, ਮੈਂ ਜਿਹੜਾ ਹੈਗਾ ਜਨਮ ਮਰਨ ਰਹਿਤ ਹੋ ਜਾਵਾਂ। ਰਹਾਓ ਇਹ ਘਰ ਨੂੰ ਖੋਜ, ਕਵਨ ਸੋ ਕਰ ਜੋ ਨਿਰਭਉ ਕਹੀਏ। ਇਹ ਐਕਸ਼ਨ ਲੈ ਬਈ ਕਿਹੜੇ ਤਰੀਕੇ ਦੇ ਨਾਲ ਮੈਂ ਜਿਹੜਾ ਹੈਗਾ ਨਿਰਭਉ ਦੇ ਨਾਲ ਜਿਹੜਾ ਹੈਗਾ। ਦੇਖ ਲਓ ਜਿਹੜਾ ਹੈਗਾ ਬ੍ਰਹਮ ਗਿਆਨੀ, ਜਿਹੜੇ ਜਿਨ੍ਹਾਂ ਨੇ ਯਾਤਰਾ ਕਰ ਲਈ ਹੈ, ਜਿਹੜੇ ਨਿਰਭਉ ਹੋ ਗਏ ਆ, ਉਹਨਾਂ ਤੋਂ ਗਿਆਨ ਲੈਣਾ ਪਊਗਾ, ਔਰ ਆਪਣਾ ਜਿਹੜਾ ਤਾਂ ਜਿਹੜਾ ਹੈਗਾ ਧਿਆਨ ਸਿਮਰਨ ਕਰਕੇ ਉਹ ਕਾਰਵਾਈ ਕਰਕੇ ਨਿਰਭਉ ਹੋ ਸਕਦੇ ਆ। ਉਹ ਘਰ ਨਿਰਭਉ ਹੈਗੇ ਭਾਈ, ਉਹ ਜੁੜੇ ਹੋਏ ਆ ਮਾਲਕ ਪਰਮਾਤਮਾ ਨੇ, ਅਬਿਨਾਸੀ ਹੈਗੇ, ਉਹਨਾਂ ਤੇ ਮਾਇਆ ਦੀ ਛਾਪ ਨਹੀਂ ਹੈ, ਮਾਇਆ ਦੀ ਪਕੜ ਚੋਂ, ਪ੍ਰਕਿਰਤੀ ਦੀ ਪਕੜ ਚੋਂ ਆਜ਼ਾਦ ਹੈਗੇ। ਕਵਨ ਸੋ ਕਰ ਜੋ ਨਿਰਭਉ ਕਹੀਏ, ਭਉ ਭਜ ਜਾਏ ਅਭੈ ਹੋਏ ਰਹੀਏ। ਕਹਿੰਦੇ ਮੇਰਾ ਡਰ ਜਿਹੜਾ ਹੈਗਾ ਖਤਮ ਹੋ ਜਾਏ, ਔਰ ਮੈਂ ਅਭੈ ਹੋ ਜਾਵਾਂ, ਪੈਰ ਰਹਿਤ ਹੋ ਜਾਵਾਂ, ਜਨਮ ਮਰਨ ਦਾ ਗੇੜਾ ਖਤਮ ਹੋ ਜਾਏ। ਰਹਾਓ। ਹਾਂਜੀ ਗੋਰਖੀ ਸਾਹਿਬ। ਹਾਂਜੀ, ਇੱਥੇ ਬਾਣੀ ਆਪਾਂ ਨੂੰ ਜਿਹੜੀ ਚੀਜ਼ ਸਮਝਾ ਰਹੀ ਹੈ ਨਾ, ਉਹ ਭਉ ਤੋਂ ਮੁਕਤ ਦੀ ਗੱਲ ਕਰ ਰਹੀ। ਜਿਹੜਾ ਵੀ ਆਪ ਜੀ ਨੂੰ ਜੀਵ ਜਾਂ ਇਨਸਾਨ ਦਿਖਾਈ ਦੇ ਰਿਹਾ ਨਾ, ਹਰ ਇੱਕ ਜਿਹੜਾ ਹੈਗਾ ਉਹ ਭਉ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ, ਡਰਿਆ ਹੋਇਆ ਹੈ, ਨੇ ਡਰ ਨਹੀਂ ਹੈਗਾ। ਪਰ ਜਦੋਂ ਆਪਨੇ ਬੰਦਗੀ ਕੀਤੀ,
3 ਮਹੀਨੇ ਵੈਸੇ ਬੜੀ ਤਗੜੀ ਗੱਲ ਆ, ਪਰ ਮੇਰੀ ਨਜ਼ਰ 'ਚ 5-7 ਦਿਨ ਹੀ ਬੜੀ ਵੱਡੀ ਗੱਲ ਹੁੰਦੀ ਆ। ਤੁਸੀਂ 3-4 ਮਹੀਨੇ ਲਾਓ, ਜੇ ਕੋਈ ਤੁਸੀਂ ਚੰਗੇ ਤਰੀਕੇ ਨਾਲ ਬੰਦਗੀ ਕਰਦੇ ਜੋ, ਭਗਤੀ ਕਰਦੇ ਜੋ, ਤੁਸੀਂ ਭੌ ਤੋਂ ਮੁਕਤ ਹੋ ਜਾਓ। ਪਹਿਲਾਂ ਛੋਟੀਆਂ ਗੱਲਾਂ ਤੁਹਾਨੂੰ ਡਿਸਟਰਬ ਕਰ ਦਿੰਦੀਆਂ ਸਨ, ਤੇ ਉਹ ਵਿਚਾਰ ਦਿਮਾਗ 'ਚ ਘੁੰਮੀ ਜਾਂਦੇ ਸਨ, ਤੇ ਤੁਹਾਡਾ ਮਨ ਜਿਹੜਾ ਸੀ ਉਸੇ ਉਹ ਡੂਮਣੇ ਦੀ ਮੱਖੀ ਵਾਂਗੂ ਘੁੰਮਦਾ ਸੀ। ਕੁਲਵੰਤ ਜੀ ਹਾਂ ਕਰਤਾ ਕੈਮਰਾ, ਮਤਲਬ ਕਹਿਣ ਤੋਂ ਭਾਵ ਕਿ ਡੂਮਣੇ ਦੀ ਮੱਖੀ ਨੂੰ ਉੱਥੇ ਸ਼ਹਿਦ ਦੇ ਉੱਤੇ ਘੁੰਮੀ ਜਾਂਦਾ। ਪਰ ਹੁਣ ਤੁਹਾਨੂੰ ਭਾਵ ਨਹੀਂ ਹੈਗਾ, ਕਿਉਂਕਿ ਅੱਜ ਵੀ ਇੱਕ ਕੁੜੀ ਦਾ ਫੋਨ ਆਇਆ ਸੀ ਬਾਹਰੋਂ, ਉਹ ਕਹਿੰਦੇ ਸੀ ਕਿ ਵੀਰ ਜੀ ਹੁਣ ਮਨ ਨਾ ਅੱਗੇ ਕਹਿੰਦਾ ਨਾ ਮਨ ਪਿੱਛੇ ਜਾਂਦਾ, ਮਨ ਇੱਥੇ ਸੈਂਟਰਲਾਈਜ਼ ਹੋ ਗਿਆ। ਨਿਜੋ ਸਾਹਿਬ ਬਿਲਕੁਲ ਇਹੋ ਤੇ ਵਰਤਮਾਨ ਕਹਿਣਾ ਵਾ ਤੁਹਾਨੂੰ ਮੈਂ, ਇਹ ਜਦ ਕਿ ਵਰਤਮਾਨ ਹੈ ਕੀ ਆ? ਕੁਛ ਵੀ ਨਹੀਂ ਗਾ ਉੱਥੇ, ਪਰ ਹੈ ਉੱਥੇ ਪਰਮਾਤਮਾ ਵਾ। ਤਾਈਓ ਤੇ ਭੌਤ ਮੁਕਤ ਹੋ ਜਾਂਦੇ ਤੁਸੀਂ। ਹੁਣ ਕੋਈ ਤੁਹਾਨੂੰ ਭੌਤ ਅਨਜਰ ਸਾਹਿਬ। ਹਾਂਜੀ ਹਾਂਜੀ, ਇੱਕ ਮੈਂ ਤੁਹਾਨੂੰ ਸਵਾਲ ਕਰਦਾ, ਉਹ ਤੁਸੀਂ ਦੱਸਿਆ ਇਹਨੇ ਕਿ ਤੁਹਾਡੇ ਨੂੰ ਥੋੜਾ ਪੈਸਿਆਂ ਦਾ ਘਾਟਾ ਪੈ ਗਿਆ, ਸੱਚੀ ਉੱਚੀ ਤੁਹਾਨੂੰ ਬੋਦਰ ਕਰਦੀ ਪਈ ਹੁਣ? ਨਹੀਂ, ਬਿਲਕੁਲ ਨਹੀਂ। ਕਿੱਧਰ ਗਈ ਆ? ਪਰ ਪਹਿਲਾਂ ਕਰਦੀ ਸੀ ਨਾ? ਬਿਲਕੁਲ ਹਾਂ, ਇੱਕਦਮ ਧਿਆਨ ਤੇ ਉੱਤੀ। ਮੈਂ ਤਾਂ ਕਹਿਣਾ ਗੱਲੀ ਬੱਤੀ ਤੇ ਕੁਝ ਵੀ ਫਾਇਦਾ ਨਹੀਂ ਹੈਗਾ। ਕਹਿੰਦਾ ਤੁਹਾਡੀ ਜ਼ਿੰਦਗੀ 'ਚ ਦੁੱਖ ਆਵੇ, ਫਿਰ ਦੇਖੋ ਤੁਹਾਡੇ ਅੰਦਰ ਕੀ ਮਜ਼ਾਰ ਹੈ, ਉਹਦੇ ਅੰਦਰ ਇੱਕ ਮਾੜੀ ਜਿਹੀ ਵੀ ਹਲਚਲ ਪੈਦਾ ਹੋ। ਹਾਂ, ਇਹ ਆ ਕਿ ਬੁੱਲਾ ਜਿਹਾ ਵੱਜਿਆ ਜਦੋਂ ਨਾ, ਰੁੱਖ ਨੂੰ ਬੁੱਲਾ ਵੱਜਦਾ ਤੇ ਇੱਕ ਵਾਰੀ ਬੁੱਲ ਜਿਹੜਾ ਰੁੱਖ ਜਿਹੜਾ ਨਾ, ਰੁੱਖ ਇਹ ਨਹੀਂ ਕਿਤੇ ਝੁਕ ਜਾਂਦਾ, ਰੁੱਖ ਜਿਹੜਾ ਉਸ ਚੀਜ਼ ਨਾਲ ਟਾਕਰਾ ਲੈਣ ਦੇ ਲਈ ਸਿੱਧਾ ਹੁੰਦਾ ਵਾ, ਉਹ ਇੱਕ ਪੋਜੀਸ਼ਨ ਲੈਂਦਾ ਜ਼ਰੂਰ ਆ। ਹਾਂ, ਤੁਹਾਨੂੰ ਕੋਈ ਚੀਜ਼ ਆ ਕੇ ਵੱਜੂਗੀ ਜਦੋਂ ਤੁਹਾਡੇ ਅੰਤਰਾਕਰਨ 'ਚ ਹਲਚਲ ਥੋੜੀ ਜਿਹੀ ਹੋਣੀ ਆ, ਪਰ ਇੱਕ ਸਮਾਂ ਆਊਗਾ ਉਸ ਤੋਂ ਵੱਧ ਨਹੀਂ ਰੁੱਖ ਝੁਕਦਾ, ਫਿਰ ਉੱਥੇ ਆ ਕੇ ਐ ਮਸਤ ਹੋ ਜਾ। ਔਰ ਇਸੇ ਹੀ ਤਰ੍ਹਾਂ ਜਿਵੇਂ ਜਿਵੇਂ ਤੁਸੀਂ ਬੰਦਗੀ ਕੀਤੀ, ਤੁਹਾਡੀ ਅਵਸਥਾ ਉੱਚੀ ਹੋ ਗਈ। ਜ਼ਿੰਦਗੀ ਦੇ ਜਿੰਨੇ ਵੀ ਦੁੱਖ ਨੇ ਆਓ ਗਏ। ਜਿੱਦਾਂ ਗੱਡੀ 'ਚ ਬਹਿ ਕੇ ਆਪਾਂ ਵੇਖ ਰੁੱਖ ਵੇਂਦੇ ਨਾ, ਪਿੱਛੇ ਰੁੱਖ ਵੱਜਦੇ ਨੇ ਤੇ ਗੱਡੀ ਦੇ ਸਾਡੇ ਗੱਡੀ ਗਾਂਹ ਤੁਰੀ ਜਾਂਦੀ ਹੈ। ਉਸੇ ਤਰ੍ਹਾਂ ਤੁਹਾਡੇ ਜੀਵਨ ਦਾ ਜਿਹੜਾ ਹਿੱਸਾ ਹੈ, ਤੁਸੀਂ ਦਿੱਲੀ ਜਾਣਾ, ਕਲਕੱਤੇ ਜਾਣਾ, ਉਹਦੀ ਕੋਈ ਪਲੈਨਿੰਗ ਨਹੀਂ। ਤੁਹਾਡੀ ਸੁਰਤੀ ਉੱਥੇ ਰਹੂਗੀ ਗੱਡੀ ਦੇ ਅੱਗੇ, ਬਸ ਜਿੰਨਾ ਫਰੰਟ ਤੇ ਹੁੰਦਾ ਨਾ 40-50 ਫੁੱਟ 100 ਫੁੱਟ ਉੱਥੇ ਰਹਿਣੀ ਫਿਰ। ਇਸੇ ਹੀ ਤਰ੍ਹਾਂ ਵਰਤਮਾਨ ਕਾਲ 'ਚ ਜਦੋਂ ਤੁਹਾਡੀ ਸੁਰਤੀ ਕਾਗਰ ਹੋ ਗਈ, ਤੁਹਾਡੇ ਜੀਵਨ 'ਚ ਦੁੱਖ ਨਹੀਂ ਰਹਿ ਸਕਦਾ। ਦੁੱਖ ਇਸ ਕਰਕੇ ਹਨ ਕਿਉਂਕਿ ਅਸੀਂ ਅਗਿਆਨ ਦੇ ਵਿੱਚ ਬੈਠੇ ਹਾਂ, ਭਰਮ ਦੇ ਵਿੱਚ ਬੈਠੇ ਹਾਂ। ਅਸੀਂ ਜੀਵਨ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਾਂ, ਪਰ ਜੀਵਨ ਸਾਡੀ ਮਰਜ਼ੀ ਨਾਲ ਨਹੀਂ ਚੱਲਣਾ, ਕਿਉਂਕਿ ਆਲਰੇਡੀ ਜਿਹੜਾ ਕੰਮ ਹੋ ਰਹੇ ਨੇ ਉਹਦੇ ਪਿੱਛੇ ਬਹੁਤ ਸਾਡੇ ਕਰਮ ਨੇ। ਆਪਣੇ ਜੀਵਨ 'ਚ ਜੋ ਵੀ ਕੁਝ ਹੋ ਰਿਹਾ ਹੈ ਨਾ, ਇਹਦੇ ਪਿੱਛੇ ਅਸੀਂ ਜ਼ਿੰਮੇਵਾਰ ਹਾਂ। ਅਸੀਂ ਜੋ ਪਿਛਲੇ ਬੰਨੇ ਕੀਤਾ ਸੀ ਉਹਦੇ ਕਰਕੇ ਇਹ ਸਭ ਕੁਝ ਹੋ ਰਿਹਾ। ਹੁਣ ਜੇ ਆਪਾਂ ਅਕਲਾਂ ਨੂੰ ਸੁਧਾਰਨਾ ਹੈ ਤੇ ਹੁਣ ਸਾਡੇ ਕੋਲ ਇਹ ਟਾਈਮ ਹੈਗਾ ਇਹਦਾ। ਹੁਣ ਜਦੋਂ ਅਸੀਂ ਅਗਲਾ ਸੁਧਾਰ ਲਿਆ ਤੇ ਉਹਦਾ ਮਤਲਬ ਨਹੀਂ ਅੱਗੇ ਜਾ ਕੇ ਸੁਧਾਰਾਂਗੇ। ਉਹਦੇ ਵਿੱਚ ਇਹ ਆ ਕਿ ਹੁਣ ਕੀ ਕਰ ਰਹੇ ਹਾਂ, ਹੁਣ ਤੁਸੀਂ ਮਾੜਾ ਕੰਮ ਕਰ ਰਹੇ ਹੋ, ਮੰਨ ਲਓ ਤੁਸੀਂ ਚਰਿੱਤਰਹੀਣ ਜੋ, ਅੱਜ ਨਹੀਂ ਤੇ ਕੱਲ ਨੂੰ ਉਸ ਗੱਲ ਨੇ ਬਾਹਰ ਆਉਣਾ ਹੀ ਆਉਣਾ ਵਾ। ਪ੍ਰਕਿਰਤੀ ਉਸ ਚੀਜ਼ ਨੂੰ ਨਹੀਂ ਲਗਾ ਕੇ ਰੱਖ ਸਕਦੀ। ਤੁਹਾਡੇ ਗੁਨਾਹਾਂ ਤੇ ਪਰਦਾ ਨਹੀਂ ਪੈਣਾ। ਇੱਕ ਸਮਾਂ ਆਊਗਾ ਪ੍ਰਕਿਰਤੀ ਨੇ ਕਹਿਣਾ ਵੀ ਸੱਜਣਾ ਹੁਣ ਡਿਸਕਲੋਜ਼ ਹੋ ਗਿਆ, ਮੇਰੇ ਤੋਂ ਬਾਅਦ ਤੇਰਾ ਬਥੇਰਾ ਸੀ ਪੁੰਨ, ਹੁਣ ਛੱਡ ਗਿਆ। ਹੁਣ ਇਹ ਜਿਹੜਾ ਤੇਰਾ ਗੰਦ ਹੈ ਪ੍ਰਗਟ ਹੋਊਗਾ, ਉਹਦੀ ਬਦਬੂ ਆਉਣੀ ਹੈ ਚਾਰੇ। ਆਪਾਂ ਕੋਈ ਵੀ ਕੰਮ ਕਰਦੇ ਹਾਂ ਇੱਕ ਪੀਰੀਅਡ ਤੱਕ ਉਹਨੂੰ ਲੁਕਾ ਸਕਦੇ ਹਾਂ, ਇੱਕ ਸਮਾਂ ਆਊਗਾ ਪ੍ਰਕਿਰਤੀ ਨੂੰ ਯਾਰ ਕਰ ਦੇਣਾ। ਤੁਸੀਂ ਵੇਖ ਲਓ, ਕੋਈ ਚੀਜ਼ ਨੱਪ ਕੇ ਵੇਖ ਲਓ, ਧਰਤੀ ਪ੍ਰਗਟ ਕਰ ਦਿੰਦੀ ਹੈ, ਲੁਕਾਊਗੀ ਨਹੀਂ। ਅੱਜ ਨਹੀਂ ਤੇ ਕੱਲ ਨੂੰ ਪ੍ਰਗਟ ਹੋਣਾ ਹੀ ਹੋਣਾ। ਹਾਂਜੀ ਨਿਜਰ ਸਾਹਿਬ, ਬਹੁਤ ਵਧੀਆ ਗੋਰਖ ਸਾਹਿਬ। ਇਹ ਅੱਗੇ ਕਬੀਰ ਜੀ ਕਹਿ ਰਹੇ, ਤਟ ਤੀਰਥ ਨਹੀਂ ਮਨ ਪਤੀ ਆਏ। ਕਹਿੰਦੇ ਉਹ ਘਰ ਲੱਭਣ ਵਾਸਤੇ ਕਹਿੰਦੇ ਤਟਾਂ ਤੇ ਤੀਰਥਾਂ ਤੇ ਮੈਂ ਬਥੇਰੇ ਕਰਮ ਕਾਂਡ ਕਰਕੇ ਨਹਾ ਧੋ ਕੇ ਬਥੇਰਾ ਦੇਖ ਲਿਆ। ਮੈਂ ਤੀਰਥਾਂ ਤੇ ਜਾ ਕੇ ਬਥੇਰਾ ਦੇਖ ਲਿਆ, ਮੇਰਾ ਮਨ ਤਾਂ ਪਤੀ ਆਉਂਦਾ ਨਹੀਂ, ਮੈਨੂੰ ਤਾਂ ਉਹ ਨਿਰਭਉ ਲੱਗਦਾ ਨਹੀਂ ਹੈ। ਮੈਂ ਤਾਂ ਉਹ ਕਾਮ ਕ੍ਰੋਧ ਲੋਭ ਮੋਹੰਕਾਰ ਉਸ ਤਰ੍ਹਾਂ ਹੀ ਬਰਕਰਾਰ ਹੈਗੇ। ਤਟ ਤੀਰਥੇ ਨਹੀਂ ਮਨ ਪਤੀ ਆਏ। ਤਟ ਦੇ ਉੱਤੇ ਟੈਂਕੇ ਦੀ ਸਿਆਰੀ ਹੈ, ਦੇਖ ਲਓ ਇੱਧਰ ਜਿਹੜਾ ਥੱਥੇ ਦੀ ਸਿਆਰੀ ਲੱਗੀ ਹੋਈ ਹੈ। ਤਟਾਂ ਤੇ ਤੀਰਥਾਂ ਤੇ ਨਹੀਂ ਮਨ ਪਤੀ ਆਏ, ਮਨ ਮੇਰਾ ਪਤੀਜਦਾ ਹੀ ਨਹੀਂ ਹੈ, ਮਨ 'ਚ ਚੈਨ ਆਉਂਦਾ ਹੀ ਨਹੀਂ ਹੈ। ਚਾਰ ਅਚਾਰ ਰਹੇ ਉਰ ਜਾਏ। ਕਹਿੰਦੇ ਇਹ ਤਾਂ ਇਸ ਤਰ੍ਹਾਂ ਹੈਗਾ ਜਿਵੇਂ ਪਾਪ ਔਰ ਪੁੰਨ, ਚਾਰ ਔਰ ਅਚਾਰ, ਕਹਿੰਦੇ ਇਹਦੇ ਵਿੱਚ ਹੀ ਉਰਜਾ ਕੇ ਰਹਿ ਗਿਆ, ਪਾਪ ਪੁੰਨ ਦੇ ਵਿੱਚ ਹੀ ਪਾਈ। ਔਰ ਉਹ ਜਿਹੜਾ ਹੈਗਾ ਉਹ ਨਿਰਭਉ ਹੋਣ ਵਾਲੀ ਗੱਲ ਤਾਂ ਆਈ ਹੀ ਨਹੀਂ। ਕਹਿੰਦੇ ਚਾਰ ਅਚਾਰ ਰਹੇ ਉਰਜਾਏ, ਇਹਦੇ 'ਚ ਹੀ ਉਲਝ ਕੇ ਮੇਰਾ ਜੀਵਨ ਜਿਹੜਾ ਹੈ, ਮੇਰਾ ਸਮਾਂ ਜਿਹੜਾ ਹੈਗਾ, ਮੇਰੇ ਪਿਛਲਾ ਜਿਹੜਾ ਹੈਗਾ ਜਿੰਨਾ ਵੀ ਮੇਰਾ ਸਾਰਾ ਗੁਜ਼ਰ ਗਿਆ, ਇਹਦੇ ਵਿੱਚ ਹੀ। ਉਚਾਈ ਤਾਂ ਆਈ ਨਹੀਂ ਜੀਵਨ ਦੇ ਵਿੱਚ। ਪਾਪ ਪੁੰਨ ਦੋਏ ਏਕ ਸਮਾਨ।
देखो कबीर जी की कह रहे भाई, पाप और पुण्य दोनों एक समान है भाई। पाप पुण्य दो एक समान, कहते इन्हों के विचों बाहर नहीं निकल सकता। जे भावें पुण्य करी जा पुण्य चंगी गल है भाई, करी जा पुण्य, तो पुण्य की होम आ जानी है तेरे अंदर। पर उचाई जिहड़ी हैगी ये 3 गुणा दे विच ही है पाप पुण्य। पाप पुण्य दो एक समान, निज कर पारस तजो गुणियान। कहते निज कर दे विच जा, चौथे पद दे विच जा, अपने अंदर जा, अपने विचार बंद कर, अपनी सुरत नूं मन दे विच लैके जा। तजो गुणियान कहते बाकी छड़ दे सारा जो हो रहा नॉर्मल रूटीन दे विच, जो मालक परमात्मा कर रहा है ਉਹਦੀ रजा दे विच राजी रह। बाकी 3 गुणी छड़ दे, बाकी सारा कुछ छड़ दे। पाप पुण्य दो एक समान, निज कर पारस तजो गुणियान। कबीर निर्गुण नाम ना रोस। देख ला कबीरा, हे मेरे मना, देख मालक परमात्मा दी बंदगी तो रोसना, मालक दी बंदगी तो रोसा ना कर। कबीर निर्गुण राम, चौथे गुण च ये पाप पुण्य तो उपर उठ, वो निर्गुण दे विच जा, जिहड़ा 3 गुणा तो उपर, तमो रजो सतो तो उपर। निर्गुण नाम ना मन रो, नाम ना रोस, ਉਹਨੂੰ रोस ना कर, ਉਹਦੇ ਨਾਲ ਧਿਆਨ ਸਿਮਰਨ ਤੋਂ ਅਵਿਸਲਾ ਨਾ ਹੋ। ਇਸ ਪਰਚਾਏ ਪਰਚ ਰਹੋ, ਇਹਦੇ ਨਾਲ ਪਰਚ ਰਿਹਾ, ਇਸੇ ਕੰਮ ਦੇ ਵਿੱਚ ਲੱਗਿਆ ਰਿਹਾ ਪਿਆਰਿਆ। ਇਸੇ ਦੇ ਨਾਲ ਤੂੰ ਜਿਹੜਾ ਹੈਗਾ ਤੂੰ ਨਿਰਭਉ ਹੋ ਜਾਏਗਾ, ਤੂੰ ਅਭੈ ਪਦ ਲੈ ਲੇਗਾ। ਹਾਂਜੀ ਗੁਰਕੀ ਸਾਹਿਬ। ਨਿੱਜੀ ਸਾਹਿਬ ਇਹੋ ਹੀ ਹੈ ਕਿ ਹੋਰ ਵੀ ਕਰਨੀ ਆਪਾਂ ਬਣ, ਇਹੋ ਲਾਸਟ ਹੈ? ਹਾਂਜੀ ਹਾਂਜੀ ਠੀਕ ਹੈ। पहले तो बोल दो। हाँ, तट तीर्थ नहीं मन पति आए, 4 आचार रहे उरझाए। इत्थे 4 आचार का मतलब है पाप पुण्य। तट तीर्थ ਜਿਹੜਾ ਤੀਰਥਾਂ ਦੇ ਉੱਤੇ, ਤਟਾਂ ਦੇ ਉੱਤੇ ਜਿਹੜਾ ਹੈਗਾ ਜਾਂਦਾ ਇਨਸਾਨ, ਬਥੇਰਾ ਦੇਖ ਲਓ ਆਪਾਂ, ਦੁਨੀਆ ਹਾਲੇ ਤੱਕ ਚੱਲ ਰਹੀ ਹੈ, ਇਹੀ ਕਾਰਵਾਈ ਹੋ ਰਹੀ ਹੈ। ਕਬੀਰ ਜੀ ਤਾਂ ਵਿਚਾਰੇ ਕਦੋਂ ਦੇ ਕਹਿ ਕੇ ਚਲੇ ਗਏ, ਦੇਖ ਲਓ। ਹਾਂ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਇੱਥੇ ਉਹਨਾਂ ਨੇ ਬਿਲਕੁਲ ਹੀ ਉਸ ਚੀਜ਼ ਨੂੰ ਰਿਜੈਕਟ ਕੀਤਾ ਹੈ। ਆਪ ਜਦ ਖਾਸ ਕਰਕੇ ਨਜ਼ਰ ਮਾਰੋ, ਆਮ ਹੀ ਪਾਣੀ ਦੇ ਦੁਆਲੇ ਤੀਰਥ ਸਥਾਨ ਬਣੇ ਨੇ ਔਰ ਆਮ ਹੀ ਭਰਮ ਪਾਇਆ ਹੁੰਦਾ। ਹੁਣ ਇੱਥੇ ਕੀ, ਇੱਥੇ ਆਪਣੇ ਪਤਾ ਨਹੀਂ ਕਿੱਥੇ ਨਿੱਜਰ ਸਾਹਿਬ ਤੀਰਥ ਕੀ ਕਿਤੇ ਜਿੱਥੇ ਫੁੱਲ ਚੜਾਉਂਦੇ ਆ, ਕੀਰਤ ਸਾਹਿਬ, ਕੀਰਤ ਸਾਹਿਬ, ਕੀਰਤ ਸਾਹਿਬ। ਹਾਂਜੀ, ਆਹ ਕੀਰਤ ਦੇ ਚੜਾ ਦੋ, ਭਾਵੇਂ ਬਨਾਰਸ ਦੀ ਗੰਗਾ ਚ ਪਾ ਦੋ, ਕੀ ਹੱਡੀਆਂ ਪਾਇਆ ਤੁਸੀਂ ਮੁਕਤ ਹੋ ਜਾਓਗੇ। ਕਿਹੜੀ ਬੇਵਕੂਫੀਆਂ ਗੱਲਾਂ, ਬਚਪਨ ਦੀਆਂ ਗੱਲਾਂ ਛੋਟੇ ਛੋਟੇ ਬੱਚਿਆਂ ਨੂੰ ਉਲਝਾ ਸਕਦੀਆਂ ਨੇ। ਜੇ ਕੋਈ ਥੋੜਾ ਜਿਹਾ ਦਰਸ਼ਨਿਕ ਬੁੱਧੀ ਰੱਖਦਾ ਹੈ, ਤੁਸੀਂ ਫੁੱਲ ਕਿੱਥੇ ਪ੍ਰਵਾਹ ਕੀਤੇ ਉਹ ਮੈਟਰ ਨਹੀਂ ਕਰਦਾ। ਮੈਟਰ ਤੇ ਕਰਦਾ ਕਿ ਬੰਦੇ ਨੇ ਜੀਵਨ ਕਿੱਦਾਂ ਦਾ ਬਤੀਤ ਕੀਤਾ। ਉਹ ਤੇ ਇਸੇ ਕਰਕੇ ਤੇ ਕਹਿੰਦੇ ਮਗਹਰ ਛੱਡ ਕੇ ਉਹ ਬਗਰ ਚਲ ਗਏ ਸੀ ਕਬੀਰ ਜੀ। ਉਹ ਕਹਿੰਦੇ ਮੈਂ ਨਹੀਂ ਇੱਥੇ ਰਹਿਣਾ ਕਾਸ਼ੀ ਦੇ ਵਿੱਚ, ਇੱਥੇ ਹੀ ਮੈਂ ਸਵਰਗ। ਉੱਥੇ ਆਮ ਧਾਰਨਾ ਹੈਗੀ ਆ, ਤੁਹਾਨੂੰ ਸ਼ਾਇਦ ਪਤਾ ਹੋਵੇ ਸਾਧ ਸੰਗਤ ਜੀ, ਉੱਥੇ ਬੁੱਢੇ ਚੱਲ ਜਾਂਦੇ ਨੇ, ਰਹਿਣ ਡੇ ਪੈਂਦੇ ਨੇ ਕਿ ਸਾਡੇ ਪ੍ਰਾਣੀ ਇੱਥੇ ਆ ਕੇ ਨਿਕਲ ਜਾਣ। ਅਸੀਂ ਸਵਰਗ ਚੱਲ ਜਾਈਏ। ਬਿਲਕੁਲ ਕਿੱਦਾਂ ਸਵਰਗ ਸਸਤਾ ਵਾ। ਹਾਂਜੀ ਨਹੀਂ ਜਿੱਥਾ ਕਹਿੰਦੇ ਮੁਕਤ ਹੋ ਜਾਂਦਾ ਭਾਈ, ਜਿਹੜਾ ਉੱਥੇ ਕਾਂਸ਼ੀ ਦੇ ਵਿੱਚ ਜਿਹੜਾ ਹੈਗਾ ਪ੍ਰਾਣ ਤਿਆਗੂਗਾ, ਮੁਕਤ ਹੋ ਜਾਏਗਾ, ਸਿੱਧਾ ਮੁਕਤ ਹੋ ਜਾਏਗਾ। ਇਹ ਧਾਰਨਾ ਸੀਗੀ। ਔਰ ਮਗਰ ਕਹਿੰਦੇ ਜੇ ਕਿਤੇ ਮਗਰ ਦੇ ਵਿੱਚ ਜਾ ਕੇ ਪ੍ਰਾਣ ਤਿਆਗੂਗਾ ਤੇ ਖੋਤੇ ਦੀ ਜੂਨ ਚ ਜਾਊਗਾ। ਕਿਉਂਕਿ ਉੱਥੇ ਮੁਸਲਮਾਨ ਰਹਿੰਦੇ, ਮੁਸਲਮਾਨਾਂ ਦਾ ਘਰ ਹੈਗੇ ਨੇ, ਉੱਥੇ ਚੁਲਾਹੇ ਹੈਗੇ ਨੇ। ਪਰ ਸਾਧ ਸੰਗਤ ਜੀ, ਕੀ ਸੱਚੀ ਤੁਸੀਂ ਬਿਲੀਵ ਕਰਦੇ ਹੋ ਕਿ ਸਾਰੀ ਜ਼ਿੰਦਗੀ ਮੈਂ ਘਟੀਆ ਜੀਵਨ ਬਤੀਤ ਕੀਤਾ ਹੋਵੇ ਤੇ ਮੈਨੂੰ ਉੱਥੇ ਕਾਸ਼ੀ, ਉੱਥੇ ਮੇਰੇ ਫੁੱਲ ਪਰਵਾਏ ਜਾਣ ਤੇ ਕੀ ਸੱਚੀ ਮੈਂ ਮੁਕਤ ਹੋ ਜਾਵਾਂਗਾ? ਤੁਸੀਂ ਵਿਸ਼ਵਾਸ ਕਰਦੇ ਜੋ ਇਸ ਝੂਠ ਤੇ? ਪਰ ਲੋਕੀ ਕਰਦੇ ਆ, ਕਰਦੇ। ਲੋਕੀ ਕਹਿੰਦੇ ਸਵਰਗਵਾਸੀ, ਉਹ ਸਵਰਗਵਾਸੀ ਮਾਂ ਦਾ ਸਿਰ ਉਹ ਬੰਦੇ ਦਾ ਜੀਵਨ ਤੇ ਵੇਖ ਜਿਹਨੂੰ ਕਹਿ ਦਿੰਦੇ। ਹੁਣ ਅੱਜ ਕੱਲ ਨਾ ਉਹ ਇੱਕ ਨਵਾਂ ਪਖੰਡ ਜਿਹਾ ਚੱਲਿਆ, ਉਹ ਜੀਂਦੇ ਬੰਦੇ ਨੂੰ ਕਿਸੇ ਨੂੰ ਪੁੱਛਦੇ ਨਹੀਂ, ਮੁੜ ਕੇ ਜਣਾ ਖਣਾ ਸਪੀਕਰ ਫੜ ਕੇ ਜਦੋਂ ਮਰ ਜਾਂਦਾ ਹੈ ਉਹਦੇ ਬੋਲੀ ਜਾਂਦੇ ਜੀ ਇਹ ਬੜਾ ਮਸ਼ਾਨ ਹੀ ਤੇ ਫਲਾਨਾ ਹੀ ਚਮਕਾ ਹੀ, ਐਵੇਂ ਹੀ ਤਕਰੀਰਾਂ। ਗੁਰਮੁਖ ਪਿਆਰਾ ਬੋਲਦੇ ਆ। ਗੁਰਮੁਖ ਪਿਆਰਾ ਹੈ ਕਹਿੰਦੇ ਸਾਰੇ ਪਿੰਡ ਦੀ ਝੂਠ ਨਹੀਂ ਛੱਡਣੀ ਨਾ ਸੁੱਚਾ ਸਿੰਘ। ਉਹ ਗੱਲਬਾਤ ਆ। ਹਾਂਜੀ ਗੋਰਕੀ ਸਾਹਿਬ, ਜੇ ਦੇਖੋ ਜੇ ਨਾ ਲਾਸ਼ ਹਾਲੇ ਘਰ ਪਈ ਹੋਈ ਆ, ਉਹਦੇ ਮੂੰਹ ਚੋਂ ਇੰਨੀ ਬਦਬੂ ਆ ਰਹੀ ਹੈ ਰਾਤ ਜਿਹੜੀ ਉਹਨੇ ਪੀਤੀ ਹੋਈ ਆ, ਤੇ ਕਹਿੰਦੇ ਗੁਰਮੁਖ ਪਿਆਰਾ। ਗੁਰਮੁਖ ਪਿਆਰਾ ਹੈ, ਕੀ ਕਰੀਏ ਹੁਣ। ਗੁਰਮੁਖ ਪਿਆਰਾ ਕਰੋਨਾ ਵਾਇਰਸ ਨੇ ਕੀਤਾ ਕਿ ਗੁਰਮੁਖ ਪਿਆਰੇ ਕੋ ਗਿਆ ਹੀ ਨਹੀਂ ਕੋਈ। ਉਹਨੂੰ ਕਹਿੰਦੇ ਏਦਾਂ ਹੀ ਸਾੜ ਦੋ, ਇਹਨੂੰ JCB ਨਾਲ ਚੁੱਕੋ ਤੇ ਸੁੱਟ ਦੋ ਟੱਬ। ਹਾਂ ਐਵੇਂ ਦੇਖ ਕੇ ਬਿਲਕੁਲ ਦੇਖਿਆ ਮੈਂ ਵੀਡੀਓ। ਇਹ ਸੱਚ ਹੈਗਾ ਜੀ, ਸੱਚ। ਤੇ ਲੋਕੀ ਕਹਿੰਦੇ ਕਿ ਇਹ ਨਹੀਂ ਸਾਡਾ ਹੈਗਾ ਭਾਊ,
ਅਸੀਂ ਕੀ ਲੈਣਾ ਦੇਣਾ। ਜਿੱਦਣ ਵੀ ਆਪਾਂ ਸੰਸਾਰ ਤੋਂ ਜਾਣਾ ਹੈ ਉਸੇ ਦਿਨ ਤੁਹਾਡੇ ਘਰ ਕਿੱਲੇ ਗੱਡੇ ਜਾਣੇ ਆ। ਆਪ ਜਸਟ ਸੋਚੋ, ਸਾਡੇ ਇੱਥੇ ਜਿੱਥੇ ਹੀ ਰਹਿੰਦੇ ਨਾ, ਇੱਥੇ ਇੱਕ ਬਜ਼ੁਰਗ ਹੈਗੇ ਸੀ, ਚਲੋ ਉਹਨਾਂ ਕੰਮ ਕੁਮ ਕੀਤਾ ਸੀ, ਚਲੋ ਉਹ ਚਲੇ ਗਏ ਸੰਸਾਰ ਤੋਂ। ਇੱਥੇ 7-8 ਕਮਰੇ ਸੀ, ਉਹਨਾਂ ਦੇ ਪਰਿਵਾਰ ਨੇ 7-8 ਖੰਡ ਪਟ ਕਰਾਏ ਕਿ ਪਾਪਦਾਰ ਜੀ ਦੀ ਰੂਹ ਇੱਥੇ ਨਾ ਆਏ। ਆਪਾਂ ਜਸਟ ਸੋਚ ਏਦਾਂ ਹੀ ਕਰਦੇ ਲੋਕੀ ਵਹਿਮਾਂ ਦੇ ਮਾਰੇ। ਪਰ ਇਹ ਸੰਸਾਰ ਏਦਾਂ ਦਾ ਕੌਣ ਕਿਹਨੂੰ ਜਾਣਦਾ। ਇੱਥੇ ਆਪਣੀ ਪਟਲੀ ਚੁੱਕੋ ਤੇ ਬੰਦੇ ਦੇ ਪੁੱਤ ਨੂੰ ਜੀਵਨ ਬਤੀਤ ਕਰੀਏ, ਇੱਕ ਸਾਫ਼ ਸੁਥਰਾ ਜੀਵਨ ਬਤੀਤ ਕਰੀਏ। ਕੱਲ ਨੂੰ ਸਾਨੂੰ ਸ਼ਰਮ ਨਾ ਆਵੇ। ਮੈਂ ਤੇ ਕਹਿੰਦਾ ਕਿ ਜੋ ਵੀ ਆਪਾਂ ਕਰਮ ਕਰਦੇ ਆ ਨਾ, ਉਹ ਪ੍ਰਮਾਤਮਾ ਦੇ ਸਾਹਮਣੇ ਤੁਹਾਨੂੰ ਨੰਗੇ ਹੋਏ ਖਲੋਣਾ ਪੈਣਾ ਜੀ, ਉਹਦੇ ਸਾਹਮਣੇ ਬਿਲਕੁਲ ਪੂਰਨ। ਔਰ ਇਹ ਕਹਿੰਦੇ ਕਿ ਐਸੀ ਚੀਜ਼ ਨਾਲ ਨਾ ਲੈ ਲਈ ਜਿਹੜੀ ਤੇਰੇ ਤਨ ਤੇ ਦਿਖਾਈ। ਜੇ ਤੂੰ ਕਰ ਰਿਹਾ ਹੈ ਕੋਈ ਨਹੀਂ ਵੇਖਣ ਦਿਆ, ਪਰ ਤੇਰਾ ਚਿੱਤ ਵੇਂਦਾ ਪਿਆ ਤੇ ਚਿੱਤਰ ਗੁਪਤ ਹੈਗਾ ਹੀ ਉਹਦੇ ਅੰਦਰ, ਉਹਨੇ ਲਿਖ ਲੈਣਾ ਹੀ ਸਭ ਕੁਝ ਨਾ ਕਰੇ। ਫਿਰ ਪਛਤਾਈਏ ਤੇ ਜਦ ਚਿੜੀਆ ਚੁੱਕੀ ਖੇਤ, ਫਿਰ ਪਛਤਾਉਣ ਦਾ ਕੀ ਹੈ। ਪਰ ਇੱਕ ਗੱਲ ਹੈਗੀ ਆ, ਜੇ ਤੂੰ ਥੋੜਾ ਜਿਹੀ ਨਜ਼ਰ ਮਾਰ, ਪਿੱਛੇ ਨਜ਼ਰ ਮਾਰ 2 ਮਿੰਟ, ਹੁਣੇ ਖਲੋ ਕੇ ਨਜ਼ਰ ਮਾਰ, ਤੈਨੂੰ ਪਤਾ ਲੱਗ ਜਾਊਗਾ ਕਿ ਤੇਰਾ ਜੀਵਨ ਕਿੱਦਾਂ ਦਾ। ਜੇ ਤੇ ਜੀਵਨ ਚ ਕੁਛ ਕੀਤਾ ਹੈ ਚੰਗਾ ਤੇ ਤੈਨੂੰ ਉਹ ਚਮਕਦਾਰ ਤਾਰਿਆਂ ਵਾਂਗੂ ਦਿਖਾਈ ਦੇਵੇਗਾ, ਨਹੀਂ ਤੇ ਸਵਾਹ ਤੋਂ ਇਲਾਵਾ ਕੁਛ ਨਹੀਂ ਦਿਖਾਈ ਦੇਣਾ। ਔਰ ਇਹੋ ਹੀ ਸਵਾਹ ਦੀ ਪੰਡ ਗੁਰੂ ਜੀ ਆਪਾਂ ਨੂੰ ਪਹਿਲਾਂ ਹੀ ਸਮਝਾ ਕੇ ਗਏ ਕਿ ਜਦੋਂ ਤੇਰੇ ਮੋਢੇ ਤੇ ਸਵਾਹ ਦੀ ਪੰਡ ਹੋਈ ਤੇ ਸੱਜਣਾ, ਕਹਿਣ ਤੋਂ ਭਾਵ ਕਿ ਜਦੋਂ ਐਸੇ ਖੋਟੇ ਕਰਮ ਲੈ ਕੇ ਜਾਏਗਾ ਤੇ ਅਗਲਾ ਰਸਤਾ ਤੇਰਾ ਬਹੁਤ ਔਖਾ, ਬਹੁਤ ਔਖਾ, ਬਹੁਤ ਔਖਾ, ਬੜਾ ਲੰਮਾ ਰਸਤਾ ਹੈ, ਅਨੰਤ ਜਨਮਾਂ ਦਾ ਹੈ। ਸੰਸਾਰ ਇਸੇ ਤਰ੍ਹਾਂ ਹੀ ਘੁੰਮ ਰਿਹਾ ਤੇ ਜੀਵ ਇਸੇ ਤਰ੍ਹਾਂ ਹੀ ਮਰਦਾ ਹੈ, ਜੰਮਦਾ ਹੈ, ਮਰਦਾ ਹੈ, ਜੰਮਦਾ, ਏਦਾਂ ਚੱਲੀ ਜਾ ਰਿਹਾ। ਤੇ ਉਹ ਕਹਿੰਦੇ ਕਿ ਤੀਰਥ ਸਥਾਨਾਂ ਤੇ ਇਹ ਨਾ ਸੋਚ ਕੇ ਤੇਰੇ ਪਾਪਾਂ ਦੀ ਮੈਲ ਲੈ ਜਾਊਗੀ। ਪਰ ਲੋਕੀ ਇਹਨਾਂ ਚੀਜ਼ਾਂ 'ਚ ਬੈਠੇ ਨੇ, ਬੜਾ ਮਲਦੇ ਨੇ। ਆਪਣੇ ਵੀ ਇੱਥੇ ਸਾਹਿਬ ਹੈਗਾ ਨਾ, ਗੋਇੰਦਵਾਲ ਸਾਹਿਬ, ਨਿੱਜਰ ਸਾਹਿਬ। ਹਾਂਜੀ ਹਾਂਜੀ ਬਿਲਕੁਲ, 84 ਪੌੜੀਆਂ ਹੈਗੀਆਂ ਤੇ ਕਹਿੰਦੇ ਇੱਥੇ 84 ਕੱਟੀ ਜਾਂਦੀ ਹੈ ਇਨਸਾਨ ਦੀ। ਹਾਂ, ਵੈਰੀ ਗੁੱਡ, ਬਹੁਤ ਆਸਾਨ ਕੰਮ ਹੈ। ਮੈਂ ਕੱਟ ਆਉਂਦਾ ਸੀ ਜਾ ਕੇ। ਇਹ ਸਭ ਹਿਪੋਕ੍ਰੇਸੀ ਹੈਗੀ ਗੋਰਖੀ ਸਾਹਿਬ। ਉਹਦੇ ਵਿੱਚ ਨਾ ਪਤਾ ਕੀ ਆ ਕਿ ਕਹਿੰਦੇ, ਔਰ ਦੇਖੋ ਕਿੰਨੀ ਕਾਲਨਾ ਕਰਵਾਉਂਦੇ ਆ। ਕਹਿੰਦੇ ਇੱਕ ਪੌੜੀ ਦੇ ਉੱਤੇ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤੇ ਉਸ ਤੋਂ ਬਾਅਦ ਜਾ ਕੇ ਫਿਰ ਬੌਲੀ 'ਚ ਇਸ਼ਨਾਨ ਕਰਨਾ ਹੈ, ਫਿਰ ਆ ਕੇ ਫਿਰ ਦੂਜੀ ਪੌੜੀ ਤੇ ਕਰਨਾ ਹੈ, ਫਿਰ ਇਸ਼ਨਾਨ ਕਰਨਾ ਹੈ। ਬੰਦਾ ਠੁਰ ਕਰਦਾ ਹੈ, ਫਿਰ ਕਹਿੰਦੇ ਗੁੜ ਖਾ ਲਿਆਗਾ, ਥੋੜਾ ਗੁੜ ਖਾ ਕੇ ਫਿਰ ਲੱਗਿਆ ਰਹੇ। ਅੱਛਾ ਨਿੱਜਰ ਸਾਹਿਬ, ਮੈਂ ਜੋ ਮਰਜੀ ਕਹਿ ਲਓ, ਅੱਜ ਮੈਨੂੰ ਪਤਾ ਨੀ ਕਿੰਨਿਆਂ ਨੇ ਮੇਰੇ ਤੋਂ ਔਖੇ ਹੋਣਾ। ਮੇਰੀ ਮੰਮੀ ਬਾਹਰ ਬੈਠੀ ਆ, ਪਰ ਆਪਾਂ ਪਖੰਡ 'ਚ ਬੈਠੇ, ਕਿੰਨਾ ਵੱਡਾ ਪਖੰਡ। ਵੀ ਆਪ ਜਸਟ ਸੋਚੋ, ਮੇਰੇ ਵਰਗੇ ਸਾਰੇ ਜੀਵਨ ਠੱਗੀਆਂ ਮਾਰੀਆਂ ਹੋਣ, ਉੱਥੇ ਮੈਂ 84 ਜਾ ਕੇ ਪਾਠ ਪੜ੍ਹ ਲਾਂਗਾ, ਉਹ ਕਿਹੋ ਜਿਹਾ ਪ੍ਰਮਾਤਮਾ ਹੋਊਗਾ? ਉਹ ਮੇਰੀ ਇੱਕ ਚੀਜ਼ ਨੂੰ ਮੰਨੂਗਾ? ਆਪ ਦੱਸ ਸੋਚੋ। ਵਾਹ ਜੀ, ਮਾੜੀ ਜਿਹੀ ਸੋਚ ਰੱਖੋ ਪਲੀਜ਼, ਏਦਾਂ ਨਾ ਕਰਿਆ ਕਰੋ। ਇਹਨਾਂ ਮੂਰਖਾਂ ਨੇ ਤੇ ਅੱਗੇ ਬੇੜਾ ਕਰਕੇ ਕੀਤਾ ਦੁਨੀਆ ਦਾ, ਔਰ ਲੋਕ ਵਿਸ਼ਵਾਸ ਕਰਦੇ ਨੇ ਇਹਦੇ 'ਚ। ਜੇ ਆਪਾਂ ਕਾਸ਼ੀ ਦੀ ਗੱਲ ਕਰਦੇ ਹਾਂ ਤੇ ਜੇ ਮੈਂ ਦੁਖਨਵਾਰ ਦੀ ਗੱਲ ਨਹੀਂ ਨਾ ਕਰਦਾ ਉੱਥੋਂ ਦੀ ਆਪਣੀ ਗੋਇੰਦਵਾਲ ਸਾਹਿਬ ਦੀ, ਤੇ ਮੈਂ ਵੀ ਗਲਤ ਹਾਂ, ਮੈਂ ਵੀ ਫਸਦਾ। ਮਗਹਰ ਦਾ ਕੀ ਮਤਲਬ ਹੁੰਦਾ? ਮਗਹਰ ਇੱਕ ਸ਼ਹਿਰ ਹੈਗਾ, ਸ਼ਹਿਰ ਹੈਗਾ ਬਨਾਰਸ ਦੇ ਨੇੜੇ। ਉੱਥੇ ਮੁਸਲਮਾਨ ਰਹਿੰਦੇ ਆ। ਇਹਨਾਂ ਨੇ ਆਪਣੇ ਕੋਲੋਂ ਬਣਾਇਆ ਵਾ ਕਿ ਜਿੱਥੇ ਮੁਸਲਮਾਨ ਮਤਲਬ ਕਿ ਸਾਰੇ ਉੱਥੇ ਨਰਕ 'ਚ ਜਾਂਦੇ ਨੇ। ਉਹਨਾਂ ਦਾ ਕਹਿਣ ਤੋਂ ਬਾਅਦ ਉਹ ਜਿੱਦਾਂ ਸਾਨੂੰ ਉਹ ਕਾਫਰ ਸਮਝਦੇ ਆ ਨਾ, ਅਸੀਂ ਉਹਨਾਂ ਲਈ ਇੱਕ ਖੂਨ ਨਾਲ ਹੀ ਨਾਂ ਕੱਢਿਆ ਹੋਇਆ। ਤੇ ਜਿੱਦਾਂ ਸਾਡੇ ਲਈ ਮੱਕਾ ਕੁਛ ਨਹੀਂ ਆ, ਉਹਨਾਂ ਲਈ ਫਿਰ ਕਾਸ਼ੀ ਕੁਸ਼ਤੀ ਉਹਨਾਂ ਲਈ ਕੁਛ ਨਹੀਂ ਹੈਗਾ, ਉਹ ਵੀ ਮੈਟਰ ਨਹੀਂ। ਅੱਛਾ, ਹੁਣ ਇਹਦੇ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਆਪਾਂ ਉੱਥੇ ਬੈਠੇ ਹਾਂ ਤੇ ਉਸ ਚੀਜ਼ ਨੂੰ ਜੇਕਰ ਥੋੜਾ ਜਿਹਾ ਵਿਵੇਕ ਵਰਤੀਏ ਤੇ ਤੁਸੀਂ ਨਜ਼ਰ ਮਾਰ ਲਓ, ਤੁਸੀਂ ਆਪ ਦੱਸ ਦਿਓ ਕਿ ਸੱਚੀ ਇੰਨੇ ਪਾਠ ਪੜ੍ਹੇ, 84 ਦੇ ਪਾਠ ਪੜ੍ਹਨ ਨਾਲ 84 ਵਾਰੀ, ਕਿ ਸੱਚੀ ਮੈਂ ਸਵਰਗ ਚੱਲ ਜਾਊਂਗਾ? ਮੈਨੂੰ ਇਹ ਪੋਸੀਬਲ ਹੈਗਾ? ਪਰ ਆਪਾਂ ਨਹੀਂ, ਜੋ ਬਹੁਤ ਸਾਰੇ ਲੋਕ ਨੇ ਉੱਥੇ ਜਾ ਕੇ ਦੇਖੋ, ਉਹ ਲੋਕ ਇਸ ਚੀਜ਼ ਤੇ ਵਿਸ਼ਵਾਸ ਕਰਦੇ ਨੇ ਕਿਉਂਕਿ ਉਹਨਾਂ ਨੂੰ ਐਸੀ ਪੱਟੀ ਪੜ੍ਹਾ ਦਿੱਤੀ ਹੈ। ਇਹਨੇ ਦੱਸਿਆ ਕਿ ਤੁਸੀਂ ਜੀਵਨ ਉੱਚਾ ਕਰ ਲਾ, ਇਹਨੇ ਦੱਸਿਆ ਭਗਤੀ ਕਰ ਲਾ, ਉਹ ਦੱਸਿਆ ਕਿ ਇੱਥੇ ਪਾਠ ਪੜ੍ਹ ਲਾ ਤੇ ਬਈ ਤੇਰਾ ਕੰਮ ਹੋ ਜਾਊਗਾ। ਉਹ ਬੰਦੇ ਠੰਡ ਦੇ ਪਏ ਨੇ, ਇੱਕ ਠਹਿਰਾ ਹੁਣ ਹਿਸਾਬ ਲਓ 84 ਵਾਰੀ ਨਹਾਉਣਾ ਹੋਵੇ ਮੇਰੇ ਵਰਗੇ ਨੇ, ਉੱਥੇ ਅੱਧਾ ਘੰਟਾ ਪਾਠ ਪੜ੍ਹਨਾ ਹੋਵੇ, ਕੋਈ ਸਲੋ ਆ ਕੋਈ ਫਾਸਟ ਆ, ਉਹ ਤੇ ਮੈਨੂੰ ਤਾਂ ਲੱਗਦਾ ਉੱਦਾਂ ਹੀ ਨਮੂਨੀਆ ਹੋ ਜਾਏ। ਬਿਲਕੁਲ ਗੋਰਖੀ ਸਾਹਿਬ। ਨਾਲੇ ਦੇਖੋ ਫਿਰ ਜਿਹੜਾ ਹੈਗਾ ਆ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗੇ ਆ, ਇਹ 1430 ਅੰਗ ਜਿਹੜੇ ਹੈਗੇ, ਇਹਨਾਂ ਦੀ ਕੀ ਲੋੜ ਹੈ ਭਾਈ? ਜਾ ਕੇ ਸਿੱਧੇ 'ਚ ਆਪਾਂ ਜਾਈਏ ਉੱਥੇ 84 ਦੇ ਵਿੱਚ ਜਿਹੜਾ ਹੈਗਾ ਕਰਕੇ, ਔਰ ਆਪਾਂ ਰੱਬ ਦੇ ਕੋਲ ਪਹੁੰਚੀਏ। ਆਹ ਤੇ ਨਿੱਜਰ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵਾ ਉਹ 84 ਜਿਹੜੀ ਮੱਥਾ ਟੇਕੋ ਨਾ, ਬਿਲਕੁਲ ਨਹੀਂ ਲਿਖਿਆ, ਬਿਲਕੁਲ ਨਹੀਂ ਲਿਖਿਆ। ਅੱਛਾ, ਇਹ ਪਖੰਡ ਬਾਅਦ 'ਚ ਕਿਉਂ ਆ ਗਏ ਆ? ਪਹਿਲਾਂ ਵੀ ਸੀਗੇ, ਫਿਰ ਬਾਅਦ 'ਚ ਤਾਂ ਆਉਣੇ। ਐਕਚੁਅਲੀ ਕੀ ਹੁੰਦਾ ਗੁਰਕੀ ਸਾਹਿਬ, ਜਦ ਵੀ ਕੋਈ ਜਿਹੜੇ ਬ੍ਰਹਮ ਗਿਆਨੀ ਆਉਂਦੇ ਆ
ਜਦ ਵੀ ਜਿਹੜੇ ਸੁਧਾਰਕ ਆਉਂਦੇ ਆ ਉਸ ਟਾਈਮ ਥੋੜ੍ਹਾ ਸੁਧਰ ਜਾਂਦਾ ਹੈ, ਬਾਅਦ ਵਿੱਚ ਫਿਰ ਜਿਹੜਾ ਹੈਗਾ ਉਹਦੇ ਵਿੱਚ ਫਿਰ ਮਿਲਾਵਟ ਆ ਜਾਂਦੀ ਹੈ। ਬਸ ਆਹੀ ਉਹ ਅਸਲ 'ਚ ਨਿੱਜਰ ਸਾਹਿਬ ਪਤਾ ਕੀ ਹੁੰਦਾ ਵਾ, ਉਹ ਕਹਿੰਦੇ ਕਿ ਇਹ ਵਿਸਾਖੀ ਦਾ ਮਤਲਬ ਹੁੰਦਾ ਹੈ ਮੇਰੀ ਲੱਤ 'ਚ ਨੁੱਕ ਸੀ, ਟੁੱਟ ਗਈ। ਤੇ ਮੈਨੂੰ ਫਿਰ ਉਹ ਡਾਕਟਰ ਨੇ ਕਿਹਾ ਵੀ ਚਰਨਜੀਤ ਤੇ 5-6 ਮਹੀਨੇ ਤੈਨੂੰ ਵਿਸਾਖੀ ਫੜਨੀ ਪਊ। ਮੈਂ ਠੀਕ ਹੈ ਡਾਕਟਰ ਸਾਹਿਬ। ਫਿਰ ਮੈਨੂੰ ਕੀ ਹੋ ਗਿਆ, ਉਹ ਵਿਸਾਖੀ ਦੇ ਨਾਲ ਪਿਆਰ ਪੈ ਗਿਆ। ਹੁਣ ਲੱਤ ਤੇ ਮੇਰੀ ਠੀਕ ਹੋ ਗਈ ਆ, ਮੈਂ ਚਾਅ ਦੇ ਨਾਲ ਹੀ ਵਿਸਾਖੀ ਚੁੱਕੀ ਫਿਰਦਾ। ਉਹ ਹਿਸਾਬ ਸਾਡਾ ਵਾ। ਕਈ ਗੱਲਾਂ ਜਿਹੜੀਆਂ ਕੇਵਲ ਸਾਨੂੰ ਸਮਝਾਉਣ ਵਾਸਤੇ ਕੀਤੀਆਂ ਸੀ, ਪਰ ਬਾਅਦ ਦੇ ਵਿੱਚ ਕਹਿੰਦੇ ਕਿ ਉਹ ਕਹਿੰਦੇ ਨਾ ਕਿ ਲਕੀਰ ਦੇ ਫਕੀਰ ਹੋ ਜਾਂਦਾ ਬੰਦਾ। ਫਿਰ ਅਸੀਂ ਲਕੀਰਾਂ ਦੇ ਫਕੀਰ ਆ, ਫਿਰ ਉਹ ਪੂਰਨਾ ਦੇ ਪੂਰੇ ਤੁਰੇ ਜਾਂਦੇ ਆ ਔਰ ਲੋਕ ਕੁਝ ਚੀਜ਼ ਵਿਸ਼ਵਾਸ ਕਰਦੇ ਆ। ਹਾਂਜੀ ਨਿਜਰ ਸਾਹਿਬ ਅਗਲੀ ਤੁਕ ਬੋਲ ਦੋ। ਹਾਂ, ਕਹਿੰਦੇ ਪਾਪ ਪੁੰਨ ਦੋਏ ਇੱਕ ਸਮਾਨ, ਨਿਜ ਕਰ ਪਾਰਸ ਤਜੋ ਗੁਨਿਆਨ। ਕਹਿੰਦੇ ਪਾਪ ਪੁੰਨ ਦੇ ਨਾਲ ਨਾ ਉਲਝਿਆ ਰਹਿ, ਕਰਮਾਂ ਦੇ ਉੱਤੇ ਨਾ ਕਰ। ਕਰਮ ਮਾਲਕ ਪਰਮਾਤਮਾ ਨੇ ਜਿਹੜੇ ਹੈਗੇ ਦੋ ਪਾਸੇ ਕਰਮ ਬਣਾਏ ਹੋਏ ਆ, ਤੇ ਕਰਮਾਂ ਦੇ ਨਾਲ ਜਿਹੜਾ ਹੈਗਾ ਆਪਾਂ 3 ਗੁਣੀ ਮਾਇਆ ਤੋਂ ਉੱਪਰ ਨਹੀਂ ਉੱਠ ਸਕਦੇ। ਨਿਜ ਕਰ ਪਾਰਸ, ਨਿਜ ਘਰ ਦੇ ਵਿੱਚ ਜਾਣਾ ਹੈ ਪਿਆਰਿਆ, ਤੇ ਨਿਰਗੁਣ ਨਾ ਕਬੀਰ ਨਿਰਗੁਣ ਨਾਮ ਨਾ ਰੋਸ। ਪਰਮੇਸ਼ਰ ਦੇ ਧਿਆਨ ਸਿਮਰਨ ਦੇ ਦੁਆਰਾ ਜਾ ਸਕਦਾ ਹੈ। ਉੱਥੇ ਪਾਰਸ ਹੈਗਾ ਪਾਏ, ਉੱਥੇ ਅੰਮ੍ਰਿਤ ਹੈਗਾ, ਤੇ ਤਿਰਗੁਣੀ ਮਾਇਆ ਤੋਂ ਉੱਪਰ ਇਸ ਤਰੀਕੇ ਦੇ ਨਾਲ ਉੱਠ ਸਕਦਾ ਹੈ। ਇਸ ਪਰਚਾਏ ਪਰਚ ਰਹੋ, ਇਸ ਕੰਮ ਦੇ ਵਿੱਚ ਪਰਚਾ ਲਾ ਆਪਣੇ ਮਨ ਨੂੰ, ਇਸ ਕੰਮ ਦੇ ਵਿੱਚ ਲੱਗ ਜਾ ਪਾਏ, ਅਵੇਸਲਾ ਨਾ ਹੋ। ਹਾਂਜੀ ਗੁਰਕੀ ਸਾਹਿਬ। ਹਾਂਜੀ, ਇੱਥੇ ਬੜੀ ਵਧੀਆ ਉਹਨਾਂ ਨੇ ਕਲੀਅਰ ਗੱਲ ਕਰਤੀ ਆ। ਆਮ ਤੌਰ ਤੇ ਆਪਾਂ ਸਾਰਿਆਂ ਨੂੰ ਸਿਖਾਇਆ ਜਾਂਦਾ ਹੈ ਇਹ ਪੁੰਨ ਆ ਤੇ ਆਹ ਪਾਪ ਆ, ਪਰ ਏਦਾਂ ਨਹੀਂ ਜੀਵਨ ਚੱਲਦਾ। ਜੀਵਨ ਚੱਲਦਾ ਹੈ ਤੂੰ ਪੁੰਨ ਵੀ ਤੇ ਕਰ ਰਿਹਾ ਜਾਂ ਤੂੰ ਪਾਪ ਵੀ ਕਰ ਰਿਹਾ, ਤੇਰੀ ਅੰਦਰ ਦੀ ਸਥਿਤੀ ਕੀ ਹੈ। ਇਹ ਮਨ ਮੈਲੇ ਤੇ ਸਭ ਕੁਛ ਮੈਲਾ। ਜੇ ਤੇਰਾ ਮਨ ਮੈਲਾ ਹੈ, ਤੂੰ ਪੁੰਨ ਵੀ ਕਰ ਰਿਹਾ ਉਹ ਵੀ ਪਾਪ ਹੈ। ਤੂੰ ਜੋ ਵੀ ਕਰ ਰਿਹਾ ਹੈ ਕਿਉਂਕਿ ਤੇਰੇ ਮਨ ਨੇ ਕਰਨਾ ਹੈ, ਤੇ ਜੇ ਤੇਰਾ ਮਨ ਨਿਰਮਲ ਆ ਤੇ ਜੋ ਵੀ ਤੂੰ ਕਰੇਗਾ ਨਿਰਮਲ। ਹੁਣ ਵੇਖੋ ਆਪਣੇ ਜਦੋਂ ਧਰਮ ਦੇ ਰਾਹ ਦੇ ਉੱਤੇ ਚੱਲਦੇ ਆ ਤੇ ਕਈ ਕੁਝ ਕਰਨਾ ਪੈਂਦਾ ਹੈ। ਹੁਣ ਸਮੇਂ ਦੇ ਹਿਸਾਬ ਨਾਲ ਕੀ ਲੋੜ ਸੀ, ਕੀ ਰਿਕੁਆਇਰਮੈਂਟ ਸੀ। ਹੁਣ ਮੰਨ ਲਓ ਕਸਾਈ ਕਹਿੰਦਾ ਕਿ ਗਾਂ ਚਾਹੀਦੀ ਹੈ ਮੈਨੂੰ, ਤੇ ਗਾਂ ਗਵਾਚੀ, ਮੈਂ ਲੱਭਣੀ ਆ, ਮੈਂ ਵੱਢਣੀ ਆ, ਤੇ ਉਸ ਟਾਈਮ ਤੇ ਆਪਾਂ ਝੂਠ ਹੀ ਮਾਰੀਏ ਭਰਾ ਮੈਂ ਨਹੀਂ ਵੇਖੀ, ਜਾਂ ਇਹਨੂੰ ਗਲਤ ਰਾਹ ਦੱਸ ਦਈਏ। ਉਸ ਟਾਈਮ ਤੇ ਬੋਲਿਆ ਝੂਠ ਵੀ ਸਹੀ ਹੈ। ਪਾਪ ਦਾ ਮਤਲਬ ਪੁੰਨ ਦਾ ਮਤਲਬ ਇਹ ਨਹੀਂ ਹੈਗਾ ਕਿ ਪਾਪ ਆ ਵਾ ਤੇ ਆ ਪੁੰਨ ਆ। ਇਹ ਕ੍ਰਾਈਟੇਰੀਆ ਨਹੀਂ ਕਰ ਸਕਦੇ ਆਪਾਂ। ਹੁਣ ਜੀਵਨ ਹੈ, ਜੀਵਨ ਦਾਅ ਤੇ ਲੱਗ ਗਿਆ, ਇੱਕ ਜਾਨਵਰ ਆ ਗਿਆ ਉਹਨੇ ਮੈਨੂੰ ਮਾਰ ਦੇਣਾ, ਉਸ ਟਾਈਮ ਤੇ ਮੈਂ ਆਪਣੇ ਡਿਫੈਂਸ ਲਈ ਉਹਨੂੰ ਮਾਰ ਵੀ ਦਿੰਦਾ, ਤਾਂ ਕੋਈ ਪਾਪ ਨਹੀਂ। ਬਿਲਕੁਲ ਸਹੀ ਗੱਲ ਹੈ। ਹੁਣ ਸੱਪ ਆ ਗਿਆ ਮੇਰੀ ਛਾਤੀ ਤੇ ਬੈਠਾ ਵਾ ਤੇ ਮੈਂ ਆਪਣੇ ਡਿਫੈਂਸ ਨਾ ਕਰੂੰਗਾ। ਹਾਂ ਇਹ ਹੈਗਾ ਵਾ, ਉਹ ਮੈਂ ਜੋ ਵੀ ਕਰੂੰਗਾ ਉਹਦਾ ਕੋਈ ਨਾ ਕੋਈ ਤੇ ਨਿਕਲਣਾ ਹੈ। ਪਰ ਉਸ ਟਾਈਮ ਤੇ ਧਰਮ ਇਹ ਆ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਜੀਵਨ ਦੀ ਰੱਖਿਆ ਕਰਨੀ ਹੈ। ਮੈਨੂੰ ਮੱਛਰ ਲੜੀ ਜਾਂਦੇ ਆ ਹੈਂ, ਇੱਥੇ ਮੈਂ ਬਿਮਾਰ ਥੋੜੀ ਹੋਣਾ, ਮੈਨੂੰ ਇੱਥੇ ਬੁਖਾਰ ਹੋ ਜੇ ਤੇ ਮੈਂ ਆਲ ਆਊਟ ਲਾਊਂਗਾ। ਨਿੱਜਰ ਸਾਹਿਬ ਬਿਲਕੁਲ ਇਹ ਚੀਜ਼ ਨੂੰ ਕੈਟਾਗਰੀਜ਼ ਕਰਨਾ ਪਊਗਾ ਸਾਨੂੰ। ਔਰ ਜੇ ਅਸੀਂ ਸੋਚੀਏ ਕਿ ਇਹ ਵੀ ਪਾਪ ਆ, ਆ ਵੀ ਪਾਪ ਆ, ਆ ਵੀ ਪਾਪ ਆ, ਉਹ ਤੁਹਾਡਾ ਜੀਵਨ ਤੇ ਫਾਲਤੂ ਹੋ ਜਾਣਾ। ਉਹ ਤੁਹਾਡਾ ਜੀਣਾ ਹੀ ਔਖਾ ਹੋ ਜਾਊਗਾ। ਤੇ ਖਾਣ ਨੂੰ ਤੇ ਫਿਰ ਆੜੀ ਚੌਲਾਂ ਚੂਲ ਖਾਂਦੇ ਜੋ, ਕਣਕ ਖਾਂਦੇ ਜੋ, ਮੱਕੀ ਖਾਂਦੇ ਜੋ, ਇਹ ਤੇ ਸਾਰੇ ਜੀਵ ਹੈਗੇ ਆ। ਛੱਡ ਦੋ ਸਭ ਕੁਛ, ਫਿਰ ਗੈਸ ਤੇ ਹੋ ਜਾਏ ਗੱਡੀ, ਹਵਾ 'ਚ ਵੀ ਜੀਵ ਹੈਗੇ ਆ। ਕੀ ਕਰੋਗੇ? ਪਾਣੀ 'ਚ ਕਿੰਨਾ ਜੀਵ ਆ, ਦਹੀਂ 'ਚ ਕਿੰਨਾ ਜੀਵ ਆ। ਦਹੀਂ ਵੀ ਨਾ ਪੀਓ, ਦੁੱਧ ਵੀ ਨਾ ਪੀਓ, ਦਾਲਾਂ ਵੀ ਨਾ ਖਾਓ, ਤੇ ਫਿਰ ਕੀ ਖਾਓਗੇ ਤੁਸੀਂ? ਇਹ ਚੀਜ਼ ਨੂੰ ਪਾਣੀ ਨੇ ਬੜੀ ਚੰਗੀ ਤਰ੍ਹਾਂ ਵਿਚਾਰਿਆ। ਇਸੇ ਲਈ ਪਾਣੀ 'ਚ ਕਿਹਾ ਮਾਸ ਕਰ ਮੂਰਖ ਝਗੜੇ। ਬਿਲਕੁਲ ਸਹੀ ਗੱਲ ਹੈ। ਇਹ ਗੱਲਾਂ ਬੜੀਆਂ ਹੋ ਚੁੱਕੀਆਂ ਨੇ। ਪਹਿਲਾਂ ਜ਼ਮਾਨੇ 'ਚ ਇਹ ਹੁੰਦਾ ਸੀ ਕਿ ਮੀਟ ਨਾ ਖਾਓ ਤੇ ਸ਼ਰਾਬ ਨਾ ਪੀਓ ਤੇ ਤੁਸੀਂ ਸੰਤ ਜੋ। ਪਰ ਬਾਣੀ ਕਹਿੰਦੀ ਆ ਤੂੰ ਮੀਟ ਨਹੀਂ ਖਾਂਦਾ, ਤੂੰ ਮੱਛੀ ਨਹੀਂ ਖਾਂਦਾ, ਤੇ ਹੋਰ ਤੂੰ ਆਪਣੀ ਕਰਤੂਤਾਂ ਤੇ ਵੇਖ ਤੇਰੀਆਂ, ਇਹ ਤੇ ਕਰਮ ਵੀ ਕਰਨੇ ਆ। ਇਹ ਨਹੀਂ ਕਿ ਤੂੰ ਇਹ 2 ਕੰਮ ਨਹੀਂ ਕਰਦਾ ਤੇ ਤੂੰ ਬੜਾ ਸੰਤ ਹੋ ਗਿਆ। ਪਰ ਆਮ ਤੌਰ ਤੇ ਇਹੋ ਕਿਹਾ ਗਿਆ ਵਾ ਕਿ ਮੀਟ ਨਾ ਮੱਛੀ ਖਾਓ, ਸ਼ਰਾਬ ਨਾ ਪੀਓ ਤੇ ਤੁਸੀਂ ਬ੍ਰਹਮ ਗਿਆਨੀ ਜੋ, ਤੁਸੀਂ ਬੜੇ ਪਵਿੱਤਰ ਜੋ। ਪਰ ਕਹਿੰਦੇ ਕਿ ਤੇਰਾ ਮਨ ਕਿੱਦਾਂ ਦਾ ਵਾ? ਕਿਤੇ ਕਾਮ 'ਚ ਨਹੀਂ ਬੈਠਾ, ਕਿਤੇ ਕ੍ਰੋਧ 'ਚ ਨਹੀਂ ਬੈਠਾ, ਲੋਭ 'ਚ ਨਹੀਂ ਬੈਠਾ, ਮੋਹ 'ਚ ਨਹੀਂ ਬੈਠਾ, ਹੰਕਾਰ 'ਚ ਨਹੀਂ ਬੈਠਾ। ਤੂੰ ਆਪਣੀ ਮਨ ਦੀ ਅਵਸਥਾ ਦੇ। ਠੀਕ ਹੈ ਨਿੱਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਹੀ ਆਪਾਂ ਸਮਾਪਤ ਕਰਨੀ ਹੈ। ਬਿਲਕੁਲ। ਤੇ ਸਾਧ ਸੰਗਤ ਜੀ ਗੱਲਾਂ ਜਿਹੜੀਆਂ ਬਾਣੀ 'ਚ ਕਹੀਆਂ ਗਈਆਂ ਨੇ ਬੜੀਆਂ ਕਲੀਅਰ ਕੱਟ ਗੱਲਾਂ। ਇਹ ਤੇ
ਕੋਈ ਕਨਫਿਊਜ਼ਨ ਨਹੀਂ ਹੈਗੀ। ਔਰ ਜੇ ਕੋਈ ਬੰਦਾ ਅਜੇ ਵੀ ਕਨਫਿਊਜ਼ਨ 'ਚ ਬੈਠਾ ਹੈ, ਉਹਦੀ ਮਰਜ਼ੀ ਆ, ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਆਪਾਂ ਤੇ ਜੋ ਬਾਣੀ ਨੇ ਕਨਫਿਊਜ਼ਨ ਦੂਰ ਕੀਤੀ ਆ, ਬਾਣੀ ਤੇ ਕਹਿੰਦੀ ਆ ਕਿ ਸਭ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਨਿਰਮਲ ਕਰ ਲਾ, ਮੁੜ ਕੇ ਜੋ ਮਰਜ਼ੀ ਕਰ, ਫਿਰ ਤੂੰ ਟੈਨਸ਼ਨ ਨਾ। ਫਿਰ ਜਦੋਂ ਪਾਪ ਪੁੰਨ ਦੀ ਗੱਲ ਕਰਦੇ, ਫਿਰ ਗੁਰੂ ਗੋਬਿੰਦ ਸਿੰਘ ਨੇ ਫਿਰ ਕਿਰਪਾਨ ਚੁੱਕੀ ਸੀ, ਕਿੰਨੇ ਬੰਦਿਆਂ ਨੂੰ ਵੱਢਿਆ ਸੀ ਉਦੋਂ, ਇੱਥੇ ਮਸੰਦ ਵੀ ਸਾਡੇ ਹੀ, ਤੋ ਪਾਪ ਸੀ। ਜਦੋਂ ਜ਼ੁਲਮ ਵੱਧ ਜਾਵੇ ਉਦੋਂ ਕਿਰਪਾਨ ਚੁੱਕਣੀ ਜਾਇਜ਼ ਆ। ਪਾਪ, ਜ਼ੁਲਮ ਸਹਿਣਾ ਪਾਪ ਆ, ਜ਼ੁਲਮ ਕਰਨਾ ਵੀ ਪਾਪ। ਇਹ ਵੀ ਇੱਕ ਇਨਸਾਨੀਅਤ ਆ, ਨਹੀਂ ਤੇ ਧਰਤੀ ਤੇ ਗੰਦ ਮੱਚ ਜੂਗਾ। ਇਸ ਲਈ ਗੁਰੂ ਗੋਬਿੰਦ ਜੀ ਨੇ ਇਹੋ ਕਿਹਾ ਸੀ ਕਿ ਐਸੀ ਕੌਮ ਮੈਂ ਬਣਾ ਕੇ ਜਾਣਾ, ਕੱਲ ਨੂੰ ਇਹ ਦੇਸ਼ ਨੂੰ ਲੋੜ ਪਊਗੀ ਤੇ ਇਹ ਕੁਰਬਾਨੀਆਂ ਦੇਣਗੇ। ਤੇ ਵੇਖ ਲਓ ਮੁੜ ਕੇ ਗੁਰੂ ਗੋਬਿੰਦ ਸਿੰਘ ਦੀ ਕੌਮ ਨੇ, ਵੇਖ ਲਓ ਜਾ ਕੇ, ਜਦੋਂ ਉਦੋਂ ਵੀ ਲੜਦੇ ਰਹੇ ਤੇ ਮੁੜ ਕੇ ਅੰਗਰੇਜ਼ਾਂ ਨੂੰ ਮੁਕਤ ਕਰਨ ਦੇ ਲਈ 200 ਸਾਲ ਬਾਅਦ ਆਪਾਂ ਗੁਲਾਮ ਹੋਏ ਆ। ਤੁਹਾਨੂੰ ਸ਼ਾਇਦ ਆਪਣੇ ਪਤਾ ਹੀ ਨਹੀਂ ਹੋਣਾ ਇਤਿਹਾਸ ਦਾ। 200 ਸਾਲ ਬਾਅਦ ਸਾਰਾ ਦੇਸ਼ ਗੁਲਾਮ ਹੋ ਗਿਆ ਸੀ। 200 ਸਾਲ ਬਾਅਦ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੋਏ ਆ। ਬਿਲਕੁਲ। ਉਹ ਵੀ ਸਾਡਾ ਕੋਈ ਇੱਕ ਠੱਗ ਬੰਦਾ ਉਹਨਾਂ ਨਾਲ ਰਲ ਗਿਆ ਸੀ, ਪਤਾ ਨਹੀਂ ਕੀ ਨਾਂ ਸੀ ਉਹ ਬੰਦੇ ਦਾ। ਉਹਨੇ ਉਹ ਗੜਬੜ ਕੀਤੀ, ਉਹ ਪੁੱਛਿਆ ਜੀ ਗੇਮ ਘੁੰਮ ਗਈ, ਅਦਰਵਾਈਜ਼ ਸਿੱਖ ਕੌਮ ਨੂੰ ਗੁਲਾਮ ਕਰਨਾ ਬੜਾ ਔਖਾ। ਔਰ ਉਸ ਤੋਂ ਬਾਅਦ 75% ਜਿਹੜੀਆਂ ਸ਼ਹਾਦਤਾਂ ਦਿੱਤੀਆਂ ਨੇ ਪੰਜਾਬੀਆਂ ਨੇ ਦਿੱਤੀਆਂ ਨੇ, ਕਾਲੇ ਪਾਣੀ ਪੱਥਰ ਲੱਗੇ ਹੋਏ ਨੇ, ਜਾ ਕੇ ਦੇਖ ਲੈਣਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਜੀ, ਸਹੀ ਗੱਲ ਹੈ। ਰਹਿੰਦੀ ਦੁਨੀਆ ਤੱਕ ਇੱਕ ਕਾਨੂੰਨ ਆ, ਇਹ ਪੰਜਾਬ ਤੋਂ ਲੰਘ ਨਹੀਂ ਸਕਿਆ ਕੋਈ। ਤੇ ਕਹਿੰਦੇ ਕਿ ਜਦੋਂ ਕੋਈ ਬੰਦਾ, ਰਾਜਿਆਂ ਨੇ ਵੀ ਕਿਹਾ, ਕਹਿੰਦਾ ਜਦੋਂ ਕੋਈ ਹਮਲਾਵਰ ਪੰਜਾਬ ਤੋਂ ਲੰਘ ਗਿਆ, ਕਹਿੰਦੇ ਇੰਡੀਆ ਦੀ ਛਾਤੀ ਜਿੰਨਾ ਦਮ ਨਹੀਂ ਹੈਗਾ ਉਸ ਫੌਜ ਨੂੰ ਰੋਕ ਸਕੇ। ਇੱਕ ਪੰਜਾਬੀ ਰੋਕ ਸਕਦੇ ਆ, ਇਕੱਲੇ ਪੰਜਾਬ ਆ, ਇੱਕ ਠੱਲ ਪਾ ਦਿੰਦੇ ਅਗਲੇ। ਇਤਿਹਾਸ ਗਵਾਹ ਵਾ। ਇੱਕ ਘਰ ਦੇ ਵਿੱਚ ਜਿਹੜਾ ਸੀ ਨਾ, ਉਹ ਜਿਹੜਾ ਆਪਣੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਲੰਘਣ ਨਹੀਂ ਦਿੱਤਾ ਕਿਸੇ ਨੂੰ ਖੇਤੀ ਕੀਤਿਆਂ। ਜੇ ਕੋਈ ਲੰਘ ਵੀ ਗਿਆ ਤੇ ਰਾਹ 'ਚ ਵੀ ਰੋਕਿਆ। ਬੇਸ਼ੱਕ ਮੌਤ ਆ, ਜੰਗਲਾਂ 'ਚ ਰਹਿਣਾ, ਕਿੱਦਾਂ ਜੀਵਨ ਵੇਖੋ ਆਪਣੇ ਲੋਕਾਂ ਦਾ, ਉਹ ਵੱਖਰੀ ਗੱਲ ਆ, ਕੋਈ ਕਦਰ ਪਾਵੇ ਨਾ ਪਾਵੇ। ਪਰ ਸਿੱਖ ਕੌਮ ਜਿਹੜੀ ਇੱਕ ਬੜੀ ਜ਼ਬਰਦਸਤ ਕੌਮ ਆ, ਔਰ ਸਾਨੂੰ ਇਸ ਸਰੂਪ 'ਚ ਹੀ ਸਾਂਭ ਕੇ ਰੱਖਣਾ ਚਾਹੀਦਾ। ਅਸੀਂ ਮਨੋਂ ਸਿੱਖ ਚਾਹੀਦੇ ਹਾਂ, ਭਾਵੇਂ ਬਾਹਰੀ ਦਿਖਾਵਾ ਵੀ ਜ਼ਰੂਰੀ ਆ, ਪਰ ਮਨ ਦੇ ਤੌਰ ਤੇ ਸਾਡਾ ਇਹ ਧਰਤੀ ਨਾਲ ਬਹੁਤ ਪਿਆਰ ਹੈ। ਸੂਰਬੀਰਾਂ ਦੀ ਕੌਮ ਹੈ। ਤੋ ਇੰਨੀਆਂ ਗੱਲਾਂ ਕਹਿ ਕੇ ਆਪਾਂ ਇਸ ਵਿਚਾਰ ਨੂੰ ਸਮਾਪਤ ਕਰਦੇ ਹਾਂ। ਹਾਂਜੀ ਬੋਲੋ ਜੀ। ਅੱਛਾ ਵੀਰ ਜੀ, ਜਦੋਂ ਉਹਨੇ ਗੱਲ ਕਰਕੇ ਹਟੇ ਆ ਜਿੱਦਾਂ ਰਾਤ ਨੀਂਦ ਬਾਰੇ, ਜਿੱਦਾਂ ਹੁਣ ਇਹਦੇ ਬਾਰੇ ਵੀ ਜਿੱਦਾਂ ਕਈ ਵਾਰ ਜਿੱਦਾਂ ਹੁਣ ਆਪਾਂ YouTube ਤੇ ਵੀ ਜਦੋਂ ਦੇਖਦੇ, ਇਹਦੇ ਬਾਰੇ ਬਹੁਤ ਸਾਰੀ ਕਾਫੀ ਵੀਡੀਓ ਬਣੀਆਂ ਪਈਆਂ ਆ ਕਿ ਕੋਈ ਕਹਿੰਦਾ ਖਾਣਾ ਚਾਹੀਦਾ, ਕੋਈ ਕਹਿੰਦਾ ਨਹੀਂ ਖਾਣਾ, ਕੋਈ ਕਹਿੰਦੇ ਜਿੱਦਾਂ ਕਹਿੰਦੇ ਜੇ ਆਪਾਂ ਮੀਟ ਕਹਿੰਦੇ, ਬੰਦੇ ਕਹਿੰਦੇ ਨਹੀਂ ਖਾਣਾ ਚਾਹੀਦਾ, ਕਹਿੰਦੇ ਜਿੱਦਾਂ ਕਿ ਹੁਣ ਆਪਾਂ ਰੋਟੀ ਪਾਣੀ ਕੁਝ ਵੀ ਖਾਂਦੇ, ਉਹਦੇ ਵਿੱਚ ਜੀਵ ਵਸਦੇ ਹਰ ਇੱਕ ਚੀਜ਼ ਦੇ ਵਿੱਚ। ਜਿਵੇਂ ਤੁਸੀਂ ਵੀ ਹੁੰਦਾ ਦਹੀਂ ਦੇ ਵਿੱਚ ਵੀ ਕਈ। ਭਾਜੀ ਇਹ ਵੇਖੋ, ਪਤਾ ਕੀ ਮੈਂ ਤੁਹਾਨੂੰ ਦੱਸਾਂ, ਤੁਸੀਂ ਲੋਕਾਂ ਦੀ ਗੱਲ ਛੱਡ ਦਿਓ, ਆਪ 2-4 ਮਹੀਨੇ ਮਿਹਨਤ ਸਾਧਨਾ ਕਰੋ, ਫਿਰ ਤੁਸੀਂ ਫੈਸਲਾ ਕਰ ਲਿਓ। ਤੁਸੀਂ 2-3 ਮਹੀਨੇ ਸਾਧਨਾ ਕਰਕੇ ਨਾ ਤੁਸੀਂ ਫੈਸਲਾ ਕਰਨਾ ਕਿਸੇ ਦੀ ਗੱਲ, ਤੁਸੀਂ ਮੇਰੀ ਦੀ ਗੱਲ ਤੇ ਥੋੜੀ ਮੰਨਣੀ ਆ, ਨਿੱਜੇ ਸਾਹਿਬ ਦੀ ਗੱਲ ਨਹੀਂ ਮੰਨਣੀ। 2-4 ਮਹੀਨੇ ਸਾਧਨਾ ਕਰਕੇ ਤੁਹਾਡਾ ਜੋ ਦਿਲ ਕਰਦਾ ਤੁਸੀਂ ਕਰ ਦਿਓ। ਇਸ ਤੋਂ ਵਧੀਆ ਤੁਹਾਨੂੰ, ਹਾਂ, ਇਸ ਤੋਂ ਵਧੀਆ ਜਵਾਬ ਨਹੀਂ ਮਿਲੂਗਾ। ਔਰ ਉਹ ਜਿਹੜਾ ਫੈਸਲਾ ਹੋਊਗਾ ਤੁਹਾਡਾ ਆਪਣਾ ਹੋਊਗਾ। 2-3 ਮਹੀਨੇ ਸਾਧਨਾ ਕਰੋ ਆਪ, ਉਸ ਤੋਂ ਬਾਅਦ ਜੋ ਤੁਹਾਡਾ ਫੈਸਲਾ ਕਰਦਾ ਤੁਸੀਂ, ਤੁਹਾਡਾ ਮਨ ਜੋ ਕਹਿੰਦਾ ਤੁਸੀਂ ਕਰ ਲਿਆ। ਠੀਕ ਹੈ ਜੀ?